ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਤੁਹਾਡੀਆਂ ਵੀ ਨਜ਼ਰਾਂ ਇਸ ਵਕਤ ਟਿਕੀਆਂ ਹੋਣੀਆਂ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਨੇਸ਼ਨ ਨੂੰ, ਮੁਲਕ ਨੂੰ ਸੰਬੋਧਨ ਕੀਤਾ ਹੈ। ਉਸ ਦੇ ਵਿੱਚ 20 ਲੱਖ ਕਰੋੜ ਰੁਪਏ ਦੇ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ, ਪਰ ਉਹ ਮਿਲਣਾ ਕਿਹਨੂੰ ਹੈ? ਇਸ ਗੱਲ ਦੀ ਉਤਸੁਕਤਾ ਹਰ ਇੱਕ ਭਾਰਤ ਵਾਸੀ ਨੂੰ ਹੋਣੀ ਹੈ। ਗੱਲ ਇਹਦੇ ਉੱਤੇ ਅਸੀਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਪਰ ਕੁਝ ਇੱਕ ਹਾਲੇ ਇੰਤਜ਼ਾਰ ਵੀ ਕਰਨਾ ਪੈਣਾ ਤੇ ਸਬਰ ਵੀ ਰੱਖਣਾ ਪੈਣਾ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚ ਰਹੇ ਸੀ ਕਿ ਇਸ ਵਕਤ ਕੈਨੇਡਾ ਉਹਨਾਂ ਲੋਕਾਂ ਨੂੰ, ਬਾਹਰਲੇ ਲੋਕ ਜਿਹੜੇ ਕੈਨੇਡਾ ਇਸ ਵਕਤ ਆਉਣਾ ਚਾਹੁੰਦੇ ਆ, ਕਿ ਸ਼ਾਇਦ ਨੇੜ ਭਵਿੱਖ ਦੇ ਵਿੱਚ ਅੰਤਰਰਾਸ਼ਟਰੀ ਲੋਕ ਜਿਹੜੇ ਕੈਨੇਡਾ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਢਿੱਲਾਂ ਦਿੱਤੀਆਂ ਜਾ ਸਕਦੀਆਂ ਨੇ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਇਸ ਮਾਮਲੇ ਤੇ ਕੀ ਆਖਿਆ, ਗੱਲਬਾਤ ਉਹਦੀ ਵੀ ਕੀਤੀ ਜਾਏਗੀ। ਸਪੇਨ ਦੇ ਵਿੱਚੋਂ ਕੀ ਖਬਰ ਆਈ ਹੈ ਤੇ ਬਰਤਾਨੀਆ ਵਿੱਚੋਂ ਕੀ, ਅਤੇ ਗੁਆਂਢੀ ਮੁਲਕ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕਾ ਵਾਲਿਆਂ ਨੇ ਇੱਕ ਪੱਤਰਕਾਰਾਂ ਨਾਲ ਕਿਵੇਂ ਝਿੜਕਾਂ ਖਾਧੀਆਂ ਤੇ ਉਹਨੂੰ ਝਿੜਕਾਂ ਦਿੱਤੀਆਂ, ਪ੍ਰੈਸ ਕਾਨਫਰੰਸ ਕਿਵੇਂ ਛੱਡ ਕੇ ਚਲੇ ਗਏ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਚਾਹਾਂਗੇ, ਪਰ ਤੁਹਾਡੀਆਂ ਟਿੱਪਣੀਆਂ ਦਾ ਵੀ ਇੰਤਜ਼ਾਰ ਰਹੇਗਾ। ਆਓ ਹੁਣ ਸਵਾਗਤ ਕਰਦੇ ਹਾਂ ਪਰਮਵੀਰ ਬਾੜ ਸਾਹਿਬ ਦਾ। ਬਾੜ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ। ਅੱਜ ਨਾ ਮੈਂ ਪਿੰਡ ਨੂੰ ਟੈਲੀਫੋਨ ਕਰ ਲਿਆ ਜੀ। ਹੁੰਦਾ ਹੀ ਹੈ ਨਾ ਕਿ 2-4 ਮਿੱਤਰਾਂ ਨੂੰ, ਪਿੰਡ ਆਂਡੀਆਂ ਗੁਆਂਢੀਆਂ ਨੂੰ ਬੰਦਾ ਟੈਲੀਫੋਨ ਕਰਕੇ ਸੁੱਖ ਸਾਂਦ ਪੁੱਛੇ ਕਿ ਭਾਈ ਮੀਂਹ ਕਣੀ ਆਈ ਜਾਂਦਾ, ਕੋਈ ਬੰਦਾ ਫੋਨ ਹੀ ਨਾ ਚੱਕੇ ਜੀ। ਜੇ ਕੋਈ ਚੱਕੇ ਤਾਂ ਕਾਹਲੀ 'ਚ ਬੜਾ ਜੀ। ਤੇ ਬਾਅਦ ਵਿੱਚ ਪਤਾ ਲੱਗਾ ਕਿ ਜਿਹਦੇ ਕੋਲ ਤਾਂ ਟਰੈਕਟਰ ਟਰਾਲੀ ਹੈਗਾ, ਉਹ ਟਰੈਕਟਰ ਟਰਾਲੀ ਲੈ ਕੇ ਗਿਆ, ਕੋਈ ਕਿਸੇ ਦੇ ਨਾਲ ਬਹਿ ਕੇ ਚਲਾ ਗਿਆ। ਉਹਨਾਂ ਨੂੰ ਐਂ ਲੱਗਦਾ ਸੀ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ 20 ਲੱਖ ਕਰੋੜ ਦਾ ਐਲਾਨ ਕੀਤਾ, ਸ਼ਹਿਰੋਂ ਚੱਕ ਲਿਆਈਏ ਫਿਰ ਟਰਾਲੀ ਤੇ, ਟਰਾਲੀ ਭਰ ਕੇ ਲਿਆਵਾਂਗੇ। ਹਾਂ, ਤੇ 1-2 ਬੰਦਿਆਂ ਨੇ ਫੋਨ ਚੱਕਿਆ ਤਾਂ ਅਦਾਸ ਬੜੇ। ਮੈਂ ਕਿਹਾ ਕੀ ਗੱਲ ਹੋ ਗਈ ਭਾਈ, ਤੁਸੀਂ ਨਹੀਂ ਗਏ? ਉਹ ਕਹਿੰਦੇ ਉਹ ਜਿਹੜਾ ਪਹਿਲਾਂ 15-15 ਲੱਖ ਮਿਲਣਾ ਸੀ, ਅਸੀਂ ਤਾਂ ਟਰਾਲੀ 'ਚੋਂ ਜੀ ਉਹੀ ਨਹੀਂ ਲਾਇਆ ਸੀ, ਸਾਡੇ ਕੋਲ ਟਰਾਲੀ ਹੈ ਨਹੀਂ। ਟਰੱਕ ਕੈਪਟਨ ਸਾਹਿਬ ਵੀ ਲੈ ਗਿਆ, ਹੁਣ ਲੈ ਕੇ ਗਏ ਸੀ। ਹੁਣ ਇਸ ਕਰਕੇ ਭਾਈ ਘਬਰਾਉਣ ਵਾਲੀ ਗੱਲ ਕੋਈ ਨਹੀਂ। ਪਹਿਲਾਂ ਇਲੈਕਸ਼ਨ ਤੋਂ ਬਾਦਲ ਸਾਹਿਬ ਕਹਿੰਦੇ ਸੀ ਕਿ ਟਰੱਕ ਭਰ ਕੇ ਆਉਣੇ ਆ, ਫਿਰ ਕਪਤਾਨ ਸਾਹਿਬ ਨੂੰ ਉਮੀਦਾਂ ਬਹੁਤ ਸੀ। ਹੁਣ ਮੋਦੀ ਸਾਹਿਬ ਨੇ 20 ਲੱਖ ਕਰੋੜ ਰੁਪਈਆ, ਜਿੱਦਾਂ ਫੁੱਫੜ ਕਹਿ ਤੇ ਮੂੰਹ ਭਰਦਾ ਹੁੰਦਾ ਨਾ, ਇਹਦੇ ਨਾਲ ਵੀ ਪੰਡਾਂ ਭਰਦੀਆਂ ਉਨੀਆਂ ਮੋਦੀ ਸਾਹਿਬ ਨੇ ਕਹਿਤਾ ਕਿ ਭਾਰਤ ਦੇ ਵਿੱਚ ਅਰਥਚਾਰੇ ਨੂੰ ਅਸੀਂ ਹੁਲਾਰਾ ਦੇਣਾ ਹੈ, ਜਿੱਦਾਂ ਪੀਂਘ ਨੂੰ ਹੁਲਾਰਾ ਦੇਈਦਾ ਨਾ, ਉਸੇ ਤਰੀਕੇ ਨਾਲ। ਹੁਣ ਇਹਦੇ ਵਿੱਚੋਂ ਪੰਜਾਬ ਦਾ ਹਿੱਸਾ ਪੱਤੀ ਕਿੰਨਾ ਕੁ ਹੋਏਗਾ, ਕਿਉਂਕਿ ਅੰਕੜਿਆਂ 'ਚ ਬੜਾ ਫਰਕ ਹੈ ਨਾ ਜੀ। ਕੈਪਟਨ ਸਾਹਿਬ ਨੇ ਕਿਹਾ ਸੀ ਕਿ ਸਾਡੇ ਕਿੰਨੇ ਕੁ ਪੈਸੇ ਨਹੀਂ ਦਿੰਦੇ, ਮੈਨੂੰ ਤਾਂ ਹੁਣ ਚੇਤਾ ਵੀ ਭੁੱਲ ਗਿਆ, ਬਹੁਤ ਥੋੜੇ ਸੀ ਕਿ ਸਾਡਾ ਪਤਾ ਨਹੀਂ 400 ਕਰੋੜ ਦੇ ਦਿਓ, ਸਾਡਾ ਇੰਨਾ ਕੁ ਕਰੋੜ ਦੇ ਦਿਓ। ਉਹ ਅਜੇ ਤੱਕ ਪੰਜਾਬ ਨੂੰ ਮਿਲਿਆ ਨਹੀਂ। ਪਰ 20 ਲੱਖ ਕਰੋੜ ਦੇ ਵਿੱਚੋਂ ਜੇ ਆਪਾਂ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ, ਪੰਜਾਬ ਦੇ ਖੇਤਰਫਲ ਦੇ ਹਿਸਾਬ ਨਾਲ ਬੈਨੀਪਾਲ ਸਾਹਿਬ ਮਾੜਾ ਮੋਟਾ ਗੁਣਾ ਘਟਾਓ ਤਕਸੀਮ ਕਰ ਲਾਂਗੇ ਤਾਂ ਪੰਜਾਬ ਨੂੰ ਮੋਟੀ ਰਕਮ ਜਿਹੜੀ ਹੈ ਉਹ ਆਊ। ਤੇ ਜੇ ਪੰਜਾਬ ਨੂੰ ਫਿਰ ਮੋਟੀ ਰਕਮ ਜਿਹੜੀ ਆਉਣੀ ਹੈ ਤਾਂ ਫਿਰ ਪੰਜਾਬ ਵਾਲੇ ਉੱਤੇ ਤਿਆਰੀ ਕਰ ਲਓ। ਜਿਹੜਾ ਪਹਿਲਾਂ 15-15 ਲੱਖ ਰੁਪਈਆ ਤੁਹਾਨੂੰ ਮਿਲਿਆ ਸੀ, ਉਹ 15-15 ਲੱਖ ਰੁਪਈਆ ਥੋੜ੍ਹਾ ਜਿਹਾ ਪਾਸੇ ਕਰਕੇ ਜਗ੍ਹਾ ਬਣਾ ਲਓ, ਕਿਉਂਕਿ ਰੁਪਈਆ ਧੇਲਾ ਜਿਹੜਾ ਉਹ ਹੋਰ ਤੁਹਾਡੇ ਖਾਤੇ ਦੇ ਵਿੱਚ ਹੁਣ ਆਉਣ ਵਾਲਾ। ਇਹ ਮੈਂ ਨਹੀਂ ਕਹਿੰਦਾ, ਇਹ ਪ੍ਰਧਾਨ ਮੰਤਰੀ ਸਾਹਿਬ ਕਹਿ ਕੇ ਗਏ ਆ। ਹੁਣ ਬੈਨੀਪਾਲ ਸਾਹਿਬ, ਚਲੋ ਬੜੀਆਂ ਸਿਫਤਾਂ ਤੁਸੀਂ ਕੀਤੀਆਂ ਜੀ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਟਰੂਡੋ ਸਾਹਿਬ ਰੋਜ਼ ਆਉਂਦੇ ਆ, ਰੋਜ਼ ਆਣ ਕੇ ਕਦੇ ਬਜ਼ੁਰਗਾਂ ਨੂੰ ਪੈਸੇ, ਕਦੇ ਵਿਦਿਆਰਥੀਆਂ ਨੂੰ ਪੈਸੇ, ਕਦੇ ਵਰਕ ਪਰਮਿਟ ਵਾਲਿਆਂ ਨੂੰ ਪੈਸੇ, ਕਦੇ ਸਿਟੀਜ਼ਨ ਨੂੰ ਪੈਸੇ, ਕਦੇ ਬੇਰੁਜ਼ਗਾਰ ਨੂੰ ਪੈਸੇ, ਕਦੇ ਕਿਸੇ ਨੂੰ ਪੈਸੇ ਜੀ। ਪਰ ਹੁਣ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵਾਰੀ ਰਿਕਾਰਡ ਤੋੜਤੇ ਕਿ ਨਹੀਂ? ਸਿਰਾ ਹੀ ਲਾਤਾ। ਕਹਿੰਦੇ ਜੀ GDP ਦਾ 10% ਦੇਣਾ। ਹਾਲਾਂਕਿ ਜਾਪਾਨ ਵਾਲੇ ਨੇ 21% ਦਿੱਤਾ, ਅਮਰੀਕਾ ਵਾਲੇ ਵੀ ਉੱਪਰ ਲੰਘ ਗਏ, ਸਵੀਡਨ ਵਾਲੇ ਵੀ ਉੱਪਰ ਲੰਘ ਗਏ, ਪਰ ਫਿਰ ਵੀ ਇੱਕ ਵੱਡੀ ਰਕਮ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਪਹਿਲਾਂ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਮੋਟੀ ਰਕਮ ਦਿੱਤੀ ਹੈ ਜੀ। ਕੁਝ ਨਾ ਕੁਝ ਚੱਲੂਗਾ, ਪਰ ਅਜੇ ਪਤਾ ਲੱਗਣਾ ਹੈ ਕਿ ਉਹ ਮੋਟੀ ਰਕਮ ਕਿਹਨੂੰ ਮਿਲਣੀ ਹੈ। ਪਿੰਡ ਵਾਲੇ ਨੂੰ ਮਿਲਣੀ ਹੈ, ਸ਼ਹਿਰ ਵਾਲੇ ਨੂੰ ਮਿਲਣੀ ਹੈ, ਕਸਬੇ ਵਾਲੇ ਨੂੰ ਮਿਲਣੀ ਹੈ, ਮਜ਼ਦੂਰ ਨੂੰ ਮਿਲਣੀ ਹੈ, ਕਿ ਫੈਕਟਰੀ ਮਾਲਕ ਨੂੰ ਮਿਲਣੀ ਹੈ। ਜਿਹਨੂੰ ਮਿਲਣੀ ਹੈ ਉਹਨੇ ਹੇਠਾਂ ਤੱਕ ਉਹ ਵੰਡਣੀ ਕਿੱਦਾਂ ਆ, ਡਾਇਰੈਕਟ ਆਊਗੀ ਕਿ ਇਨਡਾਇਰੈਕਟ ਆਊਗੀ, ਅਜੇ ਇਹ ਨਹੀਂ ਪਤਾ। ਪਰ ਇੰਨੀ ਚੰਗੀ ਗੱਲ ਹੈ ਕਿ ਪੈਸਾ ਧੇਲਾ ਮਿਲਿਆ। ਹੁਣ 2-3 ਗੱਲਾਂ ਜਿਹੜੀਆਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਹੀਆਂ ਜੀ, ਵਿਚਾਰਨੀਆਂ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਜੀ ਦੇਖੋ, ਆਤਮ ਨਿਰਭਰ ਬਣਾਉਣਾ ਭਾਰਤ। 33 ਮਿੰਟ ਦਾ ਸੰਬੋਧਨ ਸੀ ਜੀ, 2300 ਸ਼ਬਦ ਉਹਨਾਂ ਨੇ ਬੋਲੇ, 28 ਵਾਰੀ ਆਤਮ ਨਿਰਭਰ ਭਾਰਤ ਦੀ ਗੱਲ ਕੀਤੀ ਜੀ। ਤੇ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ 28 ਵਾਰੀ ਆਤਮ ਨਿਰਭਰਤਾ ਦੀ ਗੱਲ ਕਰਦਾ, ਤੇ ਇਹ ਉਹ ਸ਼ਬਦ ਆ ਜਿਹੜਾ ਭਾਰਤ ਲਈ ਬਹੁਤ ਜ਼ਰੂਰੀ ਹੈ। ਸਾਡੇ ਕੋਲੇ ਸਾਰੀਆਂ ਚੀਜ਼ਾਂ ਆਪਣੀਆਂ ਹੋਣ ਜੀ, ਸਾਨੂੰ ਕਿਸੇ ਹੋਰ ਮੁਲਕ ਤੋਂ ਮੰਗਾਉਣੀਆਂ ਨਾ ਪੈਣ, ਸਾਨੂੰ ਪੈਸਾ ਟਕਾ ਜਿਹੜਾ ਇੰਪੋਰਟ ਦਾ ਉਹ ਦੇਸ਼ਾਂ ਨੂੰ ਦੇਣਾ ਨਾ ਪਵੇ, ਤਾਂ ਹੋਰ ਕੀ ਚਾਹੀਦਾ ਜੀ। ਪ੍ਰੋਡਕਸ਼ਨ ਦੇਸ਼ 'ਚ ਹੋਊਗੀ, ਲੋਕ ਕੰਮ ਕਰ ਲੱਗਣਗੇ, ਫੈਕਟਰੀਆਂ ਵਾਲਿਆਂ ਦਾ ਸਮਾਨ ਵਿਕੂਗਾ, ਉਹਨਾਂ ਨੂੰ ਟੈਕਸ ਦੇ ਸਰਕਾਰ ਨੂੰ ਵੀ 4 ਪੈਸੇ ਆਉਣਗੇ।
ਪਰ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਅਸੀਂ ਸ਼ਬਦ ਤਾਂ ਵਰਤ ਲਈਦਾ ਜੀ ਪਹਿਲਾਂ ਵੀ ਤਾਂ ਇੱਕ ਵਾਰੀ ਜਦੋਂ ਮੋਦੀ ਸਾਹਿਬ ਪੁਰਾਣੇ ਪ੍ਰਧਾਨ ਮੰਤਰੀ ਬਣੇ ਸੀ ਜੀ ਉਦੋਂ ਵੀ ਤਾਂ ਆਖਿਆ ਸੀ ਨਾ ਕਿ ਭਾਈ ਮੇਕ ਇਨ ਇੰਡੀਆ ਇੱਕ ਮੁਹਿੰਮ ਚਲਾਈ ਸੀ, ਜੇ ਯਾਦ ਹੋਵੇ। ਸਮਾਗਮ ਕੀਤੇ ਗਏ ਸੀ, ਤਸਵੀਰਾਂ ਖਿਚਵਾਈਆਂ ਗਈਆਂ ਸੀ, ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਸੀ। ਆਪਾਂ ਪ੍ਰਧਾਨ ਮੰਤਰੀ ਸਾਹਿਬ ਦੀ ਮਨਸ਼ਾ ਤੇ ਸ਼ੱਕ ਨਹੀਂ ਕਰਦੇ। ਇੱਕ ਵਾਰੀ ਕੋਈ ਸਕੀਮ ਸਫਲ ਨਾ ਹੋਵੇ, ਦੂਜੀ ਵਾਰੀ ਇਹ ਸਫਲਤਾ ਦੀ ਗਰੰਟੀ ਥੋੜ੍ਹਾ ਆ, ਸਫਲ ਹੋ ਵੀ ਸਕਦੀ ਹੈ। ਪਰ ਜਿਹੜਾ ਮੇਕ ਇਨ ਇੰਡੀਆ ਸੀ ਉਹ ਵੀ ਇਹੀ ਸੀ ਕਿ ਭਾਈ ਭਾਰਤ ਦੀਆਂ ਬਣੀਆਂ ਚੀਜ਼ਾਂ ਹੀ ਭਾਰਤ 'ਚ ਖਰੀਦੀਆਂ ਜਾਣ, ਭਾਰਤ ਦੇ ਅੰਦਰ ਵੇਚੀਆਂ ਜਾਣ, ਲੋਕ ਸਵਦੇਸ਼ੀ ਦਾ ਉਪਭੋਗ ਕਰਨ, ਜਾਣੀ ਕਿ ਦੇਸ਼ ਦੇ ਅੰਦਰ ਮੇਕ ਇਨ ਇੰਡੀਆ ਦੀਆਂ ਜਿਹੜੀਆਂ ਚੀਜ਼ਾਂ ਨੇ, ਮੇਡ ਇਨ ਇੰਡੀਆ ਜਿਹੜੇ ਪ੍ਰੋਡਕਟ ਤੇ ਲਿਖਿਆ ਹੋਊ, ਆਪਾਂ ਉਹਦੇ ਉੱਤੇ ਨਿਰਭਰ ਕਰਨਾ। ਪਰ ਉਹ ਸਕੀਮ ਅੱਜ ਕਿੱਥੇ ਹੈ? 5-6 ਸਾਲ ਹੋ ਗਏ ਪ੍ਰਧਾਨ ਮੰਤਰੀ ਬਣਿਆ ਨੂੰ ਮੋਦੀ ਸਾਹਿਬ ਨੂੰ। ਮੇਕ ਇਨ ਇੰਡੀਆ ਮੁਹਿੰਮ ਉਹਦੀ ਫੂਕ ਨਿਕਲ ਗਈ। ਉਹਦੇ ਤੋਂ ਬਾਅਦ ਕਦੇ ਆਪਣੀਆਂ ਪ੍ਰਾਪਤੀਆਂ ਦੇ ਵਿੱਚ ਦੱਸਿਆ ਵੀ ਨਹੀਂ ਕਿ ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਕਿੰਨਾ ਲਾਹਾ ਮਿਲਿਆ, ਕਿੰਨਾ ਨਹੀਂ ਮਿਲਿਆ, ਜਿਹੜੇ ਟੀਚੇ, ਜਿਹੜੇ ਟਾਰਗੇਟ ਰੱਖੇ ਗਏ ਸੀ ਉਹ ਕਿੰਨੇ ਕੁ ਅਚੀਵ ਹੋਏ, ਕਿੰਨੇ ਕੁ ਨਹੀਂ ਹੋਏ। ਅਸੀਂ ਫਿਰ ਵੀ ਸ਼ੁਭ ਸ਼ਾਮਾ ਦਿੰਦੇ ਹਾਂ ਕਿ ਇਸ ਮੌਕੇ ਦੇ ਉੱਤੇ ਆ ਕੇ ਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਤਮ ਨਿਰਭਰ ਸ਼ਬਦ ਦੀ ਵਰਤੋਂ 33 ਮਿੰਟਾਂ ਦੇ ਵਿੱਚ 28 ਵਾਰ ਕੀਤੀ ਹੈ ਤਾਂ ਭਾਰਤ ਪੈਰਾਂ ਸਿਰ ਖਲੋਵੇ, ਖੜਾ ਹੋਵੇ। ਪਰ ਇੱਥੇ ਇੱਕ ਬਹੁਤ ਵੱਡਾ ਨੁਕਤਾ ਸਵਾਲ ਇਹ ਹੈ ਕਿ ਅਸੀਂ ਆਤਮ ਨਿਰਭਰ ਕਿੱਦਾਂ ਹੋਣਾ। ਹੁਣ ਆਤਮ ਨਿਰਭਰ ਹੋਣ ਦੇ ਲਈ ਸਾਡੇ ਇੱਥੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ। ਫੈਕਟਰੀਆਂ ਲੱਗਣ ਦੇ ਲਈ ਇਨਫਰਾਸਟ੍ਰਕਚਰ ਚਾਹੀਦਾ, ਜਾਨੀ ਕਿ ਮੁੱਢਲਾ ਢਾਂਚਾ ਚਾਹੀਦਾ ਕਿ ਜਿਹੜੇ ਵੀ ਬੰਦੇ ਨੇ, ਮੰਨ ਲਓ ਬੈਨੀਪਾਲ ਸਾਹਿਬ ਅਰਬਪਤੀ ਨੇ ਜੀ, ਖਰਬਪਤੀ ਨੇ, ਅਸੀਂ ਸੱਦਾ ਦਿੰਨੇ ਆ ਕਿ ਭਾਈ ਤੁਸੀਂ ਫੈਕਟਰੀ ਲਾਓ। ਇਹਨਾਂ ਨੇ ਬੂਟ ਬਣਾਉਣ ਦੀ ਫੈਕਟਰੀ ਲਾਉਣੀ ਹੈ, ਇਹਨਾਂ ਨੂੰ ਬਿਜਲੀ ਵੀ ਚਾਹੀਦੀ ਹੈ, ਇਹਨਾਂ ਨੂੰ ਲੇਬਰ ਵੀ ਚਾਹੀਦੀ ਹੈ, ਕੱਚਾ ਮਾਲ ਲਿਆਉਣ ਦੇ ਲਈ ਸੜਕ ਵੀ ਚਾਹੀਦੀ ਹੈ, ਮੁੜ ਕੇ ਬਣਿਆ ਹੋਇਆ ਮਾਲ ਜਿਹੜਾ ਹੈ, ਸਮਾਨ ਜਿਹੜਾ ਪ੍ਰੋਡਕਸ਼ਨ ਜਿਹੜੀ ਹੋਈ ਹੈ ਉਹ ਅਗਲੇ ਪਾਸੇ ਨੂੰ ਭਾਵੇਂ ਉਹ ਹੈਲੀਕਾਪਟਰ ਤੇ ਜਾਵੇ, ਭਾਵੇਂ ਜਹਾਜ਼ ਤੇ ਜਾਵੇ, ਭਾਵੇਂ ਟਰੱਕ ਤੇ ਜਾਵੇ, ਭਾਵੇਂ ਰੇਲ ਤੇ ਜਾਵੇ, ਉਹ ਸਾਰੇ ਆਵਾਜਾਈ ਦੇ ਸਾਧਨ ਵੀ ਚਾਹੀਦੇ ਆ। ਤੇ ਸਭ ਤੋਂ ਵੱਡੀ ਗੱਲ ਕਿ ਜਿਸ ਅਫਸਰਸ਼ਾਹੀ ਨੇ ਇਨਵੈਸਟਮੈਂਟ, ਉਦਯੋਗ, ਫੈਕਟਰੀ, ਲੇਬਰ, ਪ੍ਰੋਡਕਸ਼ਨ, ਰਾ ਮਟੀਰੀਅਲ, ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਰੱਖਣੀ ਹੈ, ਉਹ ਅਫਸਰਸ਼ਾਹੀ ਜਿਹੜੀ ਹੈ ਉਹਨਾਂ ਦਾ ਨਜ਼ਰੀਆ ਕੀ ਹੋਊਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਚਰਚਾ ਚੱਲਦੀ ਹੈ, ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਹੋਏਗੀ। ਚਰਚਾ ਇਹ ਚੱਲਦੀ ਰਹੀ ਹੈ ਕਿ ਚਾਈਨਾ ਦੇ ਪ੍ਰਤੀ ਅਮਰੀਕਾ ਦਾ, ਕੁਝ ਹੋਰ ਮੁਲਕਾਂ ਦਾ ਰਵੱਈਆ ਹੁਣ ਪਹਿਲਾਂ ਵਰਗਾ ਨਹੀਂ। ਬਹੁਤ ਸਾਰੀਆਂ ਫੈਕਟਰੀਆਂ ਉੱਥੋਂ ਪੱਟ ਹੋ ਕੇ ਆਉਣੀਆਂ ਤੇ ਉਹ ਭਾਰਤ 'ਚ ਲੱਗ ਸਕਦੀਆਂ, ਬਿਲਕੁਲ ਲੱਗ ਸਕਦੀਆਂ। ਪਰ ਬੈਨੀਪਾਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਸੀ ਕਿ ਤਾਈਵਾਨ ਵੀ ਹੈ, ਵੀਅਤਨਾਮ ਵੀ ਹੈ, ਫਿਲੀਪੀਨਜ਼ ਵੀ ਹੈ। ਇਹ ਕੁਝ ਮੁਲਕ ਇਦਾਂ ਦੇ ਨੇ ਜਿਨ੍ਹਾਂ ਮੁਲਕਾਂ ਨੂੰ ਭਾਰਤ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਸਾਲਕ ਦੇ ਵਿੱਚ 54 ਕੁ ਫੈਕਟਰੀਆਂ ਜਿਹੜੀਆਂ ਪੱਟ ਹੋ ਕੇ ਚਾਈਨਾ ਤੋਂ ਉਰੇ ਪਰੇ ਗਈਆਂ ਸੀ, ਸਿਰਫ 6% ਭਾਰਤ 'ਚ ਆਈਆਂ ਜੀ। ਹੁਣ 6% ਹੀ ਕਿਉਂ ਆਈਆਂ? ਬਾਕੀ ਜਿਹੜੀਆਂ ਵੀਅਤਨਾਮ ਦੇ ਵਿੱਚ, ਫਿਲੀਪੀਨਜ਼ ਦੇ ਵਿੱਚ, ਬਾਕੀ ਮੁਲਕਾਂ ਦੇ ਵਿੱਚ ਕਿਉਂ ਗਈਆਂ? ਕਿਉਂਕਿ ਇੱਥੇ ਤਾਂ ਬਿਜਲੀ ਵੀ ਐਂ ਕਰਦੀ ਰਹਿੰਦੀ ਹੈ ਕਿ ਕਦੇ ਵੋਲਟੇਜ ਵੱਧ ਆ ਗਈ ਤੇ ਕਦੇ ਘੱਟ ਆ ਗਈ। ਇੱਥੇ ਤਾਂ ਅਜੇ ਤੱਕ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਭੀੜ ਨੇ ਹਮਲਾ ਕਰਕੇ ਕਿਹੜੇ ਬੰਦੇ ਦੇ ਉੱਤੇ ਉਹਨੂੰ ਮਾਰ ਮੁਕਾ ਦੇਣਾ ਹੈ, ਕਦੋਂ ਕਿਤੇ ਜਾਮ ਲੱਗ ਜਾਣਾ ਹੈ। ਜਦੋਂ ਕੋਈ ਬੰਦਾ ਇਨਵੈਸਟਮੈਂਟ ਕਰਦਾ ਹੈ, ਉਹ ਇਨਵੈਸਟਮੈਂਟ ਤੋਂ ਪਹਿਲਾਂ ਦੇਖਦਾ ਕਿ ਉੱਥੇ ਇੰਟਰਨੈਟ ਕਿੰਨੀ ਵਾਰੀ ਬੰਦ ਹੋਇਆ, ਉੱਥੇ ਸੜਕਾਂ ਕਿੰਨੀ ਵਾਰੀ ਬੰਦ ਹੋਈਆਂ, ਉੱਥੇ ਲੋਕਾਂ ਨੇ ਮੁਜ਼ਾਹਰਾ ਕਿੰਨੀ ਵਾਰੀ ਕੀਤਾ। ਹੁਣ ਪਿਛਲੇ ਸਮੇਂ ਦੇ ਵਿੱਚ ਭਾਰਤ 'ਚ ਬਹੁਤ ਵਾਰੀ ਇੰਟਰਨੈਟ ਬੰਦ ਕਰਨਾ ਪਿਆ, ਕਈ ਵਾਰੀ ਲੋਕ ਸੜਕਾਂ ਦੇ ਉੱਤੇ ਆਏ। ਉਹ ਸਾਰੀਆਂ ਚੀਜ਼ਾਂ ਪਹਿਲਾਂ ਸੁਧਾਰਨੀਆਂ ਪੈਣਗੀਆਂ। 20 ਲੱਖ ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੈ ਕਿ ਆਪਾਂ ਲੋਕਾਂ ਨੂੰ ਦੇਣਾ ਚੰਗੀ ਗੱਲ ਹੈ। ਬੀਬੀ ਨਿਰਮਲਾ ਸੀਤਾਰਮਨ ਭਾਰਤ ਦੇ ਪਹਿਲੇ ਜਿਹੜੇ ਉਹ ਫੀਮੇਲ ਫਾਈਨਾਂਸ ਮਿਨਿਸਟਰ ਨੇ, ਵਿੱਤ ਮੰਤਰੀ, ਪਹਿਲੀ ਬੀਬੀ ਔਰਤ। ਉਹ ਸਾਨੂੰ ਬੜੀਆਂ ਉਮੀਦਾਂ ਕਿ ਭਾਈ ਚੰਗੇ ਤਰੀਕੇ ਪੈਸਾ ਧੇਲਾ ਵੰਡਣਗੇ ਕਿ ਉੱਪਰੋਂ ਹੇਠਾਂ ਤੱਕ ਗੱਲ ਆਵੇ। ਮੈਂ ਬਾਰ-ਬਾਰ ਇਸ ਗੱਲ ਤੇ ਤਾਂ ਜ਼ਿਕਰ ਕਰਦਾ ਕਿਉਂਕਿ 33 ਮਿੰਟ ਦੇ ਭਾਸ਼ਣ 'ਚ ਮਜ਼ਦੂਰ ਸ਼ਬਦ ਦਾ ਜ਼ਿਕਰ ਨਹੀਂ ਹੋਇਆ ਬਹੁਤਾ। ਹਾਂ, ਇੰਨੀ ਗੱਲ ਹੋਈ ਹੈ ਕਿ ਲਾ, ਲੈਂਡ, ਲੇਬਰ, ਲਿਕੁਇਡਿਟੀ, ਕਿ ਇਹਨਾਂ ਚਾਰਾਂ ਚੀਜ਼ਾਂ ਦੇ ਉੱਤੇ ਅਸੀਂ ਫੋਰਸ ਕਰਨਾ ਹੈ, ਤਾਕਤ ਦੇਣੀ ਹੈ। ਪਰ ਬੈਨੀਪਾਲ ਸਾਹਿਬ ਹੁਣ 20 ਲੱਖ ਕਰੋੜ ਕੀ ਸਾਰਾ ਮਿਲੂ? ਕਿਉਂਕਿ ਹਲਕਾ ਜਿਹਾ ਉਹ ਵਿੱਚ ਇੱਕ ਗੋਲ ਦਾਇਰਾ ਵਗ ਗਿਆ ਸੀ ਕਿ 20 ਲੱਖ ਕਰੋੜ ਜੇ ਦਿੰਦੇ ਆ ਫਿਰ 10% ਬਣਦਾ GDP ਦਾ। ਪਰ ਉਹਦੇ ਵਿੱਚੋਂ 8 ਲੱਖ ਕਰੋੜ ਰੁਪਈਏ ਦਾ ਹਿਸਾਬ ਕਿਤਾਬ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲਾਂ ਹੀ ਕਰਤਾ ਹੈ ਜੀ ਕਿ ਭਾਈ ਇਹ ਲਿਕੁਇਡਿਟੀ ਜਿਹੜੀ ਹੈ ਕਿ ਜਿਹੜੇ ਵੱਡੀਆਂ ਫਰਮਾਂ ਨੇ ਉਹਨਾਂ ਨੂੰ ਲੋਨ ਦੇਣੇ ਕਿ ਤੁਸੀਂ ਆਪਣਾ ਕੰਮ ਕਰ ਚਲਾਓ। 8 ਲੱਖ ਕਰੋੜ ਰੁਪਈਆ ਆਲਰੇਡੀ ਐਲਾਨ ਕਰ ਚੁੱਕੇ ਜਿਹੜਾ ਕਿ ਇਸ 20 ਲੱਖ ਕਰੋੜ ਦੇ ਵਿੱਚ ਸ਼ਾਮਲ ਹੈ। 1,70,000 ਕਰੋੜ ਰੁਪਈਆ ਖੁਦ ਇਸੇ ਸਰਕਾਰ ਨੇ ਥੋੜੇ ਦਿਨ ਪਹਿਲਾਂ ਐਲਾਨ ਕੀਤਾ ਸੀ, ਉਹ ਵੀ ਇਹਦੇ ਵਿੱਚ ਸ਼ਾਮਲ ਕਰਨਾ ਹੈ। 9,70,000 ਕਰੋੜ ਹੋ ਗਿਆ ਤੇ ਅਨੁਮਾਨ ਆਰਥਿਕ ਮਾਹਿਰ ਲਾ ਰਹੇ ਨੇ ਕਿ ਘੱਟੋ ਘੱਟ 5 ਲੱਖ ਕਰੋੜ ਰੁਪਈਆ ਹੋਰ ਇਦਾਂ ਦਾ ਹੋਣਾ ਹੈ ਜਿਹੜਾ RBI ਨੇ ਬੈਂਕਾਂ ਨੂੰ ਕਹਿਣਾ ਕਿ ਭਾਈ ਤੁਸੀਂ ਵੱਡੀਆਂ ਫਰਮਾਂ ਨੂੰ ਚਲਾਉਣ ਦੇ ਲਈ, ਫੈਕਟਰੀਆਂ ਨੂੰ ਚਲਾਉਣ ਦੇ ਲਈ ਲੋਨ ਦੇ ਰੂਪ 'ਚ ਦਿਓ। ਤੇ ਬਾਕੀ ਬਚਿਆ ਕਿੰਨਾ ਕੁ? 6.25 ਲੱਖ ਕਰੋੜ ਰੁਪਈਆ ਬਚਣਾ। ਜਾਣੀ ਕਿ ਉਹ ਠੀਕ ਹੈ, ਇੰਨੀ ਕੁ ਗੱਲ ਕਿ 3-4% ਤਾਂ GDP ਦਾ ਬਣਦਾ ਹੈ, ਪਰ 10% ਨਹੀਂ ਬਣਦਾ। ਅਸੀਂ ਫਿਰ ਵੀ ਸਰਕਾਰ ਨੂੰ ਸ਼ੁਭ ਸ਼ਾਮਾ ਦਿੰਦੇ ਹਾਂ ਕਿ ਭਾਈ ਉਹਨਾਂ ਨੇ ਬਾਂਹ ਫੜੀ ਹੈ,
ਪਰ ਜੇ ਆਤਮ ਨਿਰਭਰ ਦੇਸ਼ ਨੂੰ ਬਣਾਉਣਾ ਹੈ, ਜੇ ਫੈਕਟਰੀਆਂ ਵਗੈਰਾ ਇੱਥੇ ਚਲਾਉਣੀਆਂ ਤਾਂ ਜਿਹੜੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਕਰਨੀਆਂ ਪੈਣਗੀਆਂ। ਬਾਠ ਸਾਹਿਬ, ਆਤਮ ਨਿਰਭਰ ਬਣਾਉਂਦੇ ਬਣਾਉਂਦੇ ਬਹੁਤ ਸਰਕਾਰਾਂ ਤੁਰ ਗਈਆਂ, ਬਹੁਤ ਸਾਰੇ ਲੋਕਾਂ ਨਾਲ ਵਾਅਦੇ ਵੀ ਦਿੱਤੇ ਤੇ ਚੋਣਾਂ ਦੇ ਵਕਤ ਬਹੁਤ ਵੱਡੇ ਵੱਡੇ ਦਮਗਜ਼ੇ ਵੀ ਵੱਖੋ-ਵੱਖ ਸਰਕਾਰਾਂ ਮਾਰਦੀਆਂ ਰਹੀਆਂ ਜੀ। ਜੇ ਆਪਾਂ ਹੁਣ ਇਤਿਹਾਸ ਤੇ ਝਾਤ ਮਾਰੀਏ ਨਾ, ਸਭ ਤੋਂ ਪਹਿਲਾਂ ਇਸ ਆਤਮ ਨਿਰਭਰਤਾ ਦੀ ਕਿ ਅਸੀਂ ਆਪੇ ਹੀ ਬਣਾਉਣਾ ਹੈ ਤੇ ਆਪੇ ਹੀ ਪਾਉਣਾ ਹੈ, ਅਸੀਂ ਵਿਦੇਸ਼ੀਆਂ ਦਾ ਫਰੰਗੀਆਂ ਦਾ ਕੁਝ ਨਹੀਂ ਪਾਉਣਾ। ਨਾਮਧਾਰੀ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਨੇ ਸਭ ਤੋਂ ਪਹਿਲਾਂ ਇਸ ਚੀਜ਼ ਦੀ ਗੱਲ ਕੀਤੀ, ਉਸੇ ਚੀਜ਼ ਨੂੰ ਫਿਰ ਚੁਰਾ ਲਿਆ, ਚੋਰੀ ਕਰ ਲਈ ਉਹਨਾਂ ਦੀ ਸਕੀਮ ਮਹਾਤਮਾ ਗਾਂਧੀ ਨੇ। ਮਹਾਤਮਾ ਗਾਂਧੀ ਤੋਂ ਬਾਅਦ ਕਾਂਗਰਸ ਸਰਕਾਰ ਜਦ ਵੀ ਆਉਂਦੀ ਰਹੀ, ਉਹ ਲਗਭਗ ਇਹ ਗੱਲ ਕਹਿੰਦੀ ਰਹੀ ਹੈ ਕਿ ਅਸੀਂ ਭਾਰਤ ਦੇ ਲੋਕਾਂ ਨੂੰ, ਭਾਰਤ ਦੇ ਵਾਸੀਆਂ ਨੂੰ ਅਸੀਂ ਆਤਮ ਨਿਰਭਰ ਬਣਾਉਣਾ ਹੈ। 1947 ਤੋਂ ਬਾਅਦ ਕਿੰਨੀ ਕੁ ਜਨਤਾ ਹੈ ਜਿਹੜੀ ਆਤਮ ਨਿਰਭਰ ਹੋ ਚੁੱਕੀ ਹੈ, ਜਾਂ ਕਿੰਨੀਆਂ ਕੁ ਉਹ ਚੀਜ਼ਾਂ ਵਸਤਾਂ ਨੇ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ। ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਪਾਣੀ ਆਉਂਦੀ ਹੈ, ਸਾਫ਼ ਪੀਣ ਵਾਲਾ ਪਾਣੀ ਆਉਂਦਾ, ਉਹ ਸਾਡੇ ਕੋਲ ਆਪਣਾ ਹੀ ਹੈ, ਪਰ ਉਹ ਅੱਜ ਪੂਰੇ ਭਾਰਤ ਦੇ ਲੋਕਾਂ ਨੂੰ ਪੀਣ ਯੋਗ ਪਾਣੀ, ਸਾਫ਼ ਸ਼ੁੱਧ ਹੱਥ ਧੋਣਾ ਗੱਲ ਇੱਕ ਪਾਸੇ, ਪੀਣ ਵਾਲਾ ਵੀ ਨਹੀਂ ਮਿਲ ਰਿਹਾ। ਦੂਸਰੀ ਗੱਲ, ਨਿੱਤ ਦੀ ਕਿਰਿਆ ਸੋਧਣ ਦੇ ਵਾਸਤੇ ਹਰ ਇੱਕ ਪ੍ਰਾਣੀ ਦੇ ਵਾਸਤੇ ਪੂਰੇ ਭਾਰਤ ਦੇ ਵਿੱਚ ਟਾਇਲਟ ਹੈ ਨਹੀਂਗੇ, ਪਖਾਨਾ ਘਰ ਨਹੀਂ ਬਣਾ ਸਕੇ। ਹੁਣ ਜਿਹੜੀ ਗੱਲ ਆਈ ਆ ਮਹਾਮਾਰੀ ਦੀ, ਇਹ ਕਿਸੇ ਨੂੰ ਪੁੱਛ ਕੇ ਨਹੀਂ ਆਈ, ਭਾਵੇਂ ਉਹਨਾਂ ਨੇ 5 ਚੀਜ਼ਾਂ ਦਾ ਜ਼ਿਕਰ ਕੀਤਾ, ਮੈਂ ਦੱਸਣਾ ਚਾਹੁੰਦਾ। ਪਹਿਲੀ ਉਹਨਾਂ ਨੇ ਇਕਨੋਮੀ, ਆਰਥਿਕਤਾ ਕਿਹਾ। ਦੂਜਾ ਉਹਨਾਂ ਨੇ ਇਨਫਰਾਸਟ੍ਰਕਚਰ, ਬੁਨਿਆਦੀ ਢਾਂਚਾ ਕਿਹਾ। ਤੀਜਾ ਉਹਨਾਂ ਨੇ ਸਿਸਟਮ, ਜਿਸ ਦੀ ਆਪਾਂ ਸਾਰੇ ਦੀ ਗੱਲ ਹੀ ਕਰ ਰਹੇ ਹਾਂ। ਤੇ ਚੌਥਾ ਉਹਨਾਂ ਨੇ ਡੈਮੋਗ੍ਰਾਫੀ, ਕਿਉਂਕਿ ਇਸ ਵਕਤ ਦੁਨੀਆ ਭਰ ਦੇ ਵਿੱਚੋਂ ਜੇਕਰ ਸਭ ਤੋਂ ਵੱਧ ਕਿਤੇ ਨੌਜਵਾਨ ਵਰਗ ਹੈ, ਉਹ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਭਾਰਤ ਦੇ ਵਿੱਚ ਹੈ, ਭਾਵ ਕਮਾਊ ਹੱਥ ਸਭ ਤੋਂ ਵੱਧ ਆਬਾਦੀ ਦੇ ਪੱਖੋਂ ਵੀ ਤੇ ਨੌਜਵਾਨੀ ਪੱਖੋਂ ਵੀ ਭਾਰਤ ਕੋਲ ਨੇ। ਆਖਰੀ ਗੱਲ ਉਹਨਾਂ ਦੇ ਇਸ ਭਾਸ਼ਣ ਦੇ ਵਿੱਚ ਸੀ ਮੰਗ, ਡਿਮਾਂਡ, ਕਿਉਂਕਿ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈ ਉੱਥੇ ਡਿਮਾਂਡ ਵੀ ਜ਼ਿਆਦਾ ਹੋਣੀ ਹੈ। ਹੁਣ ਇਸ ਡਿਮਾਂਡ ਦੀ ਸਪਲਾਈ ਭਾਰਤ ਸਰਕਾਰ ਨੇ ਕਰਨੀ ਕਿਵੇਂ ਹੈ, ਇਹ ਸਰਕਾਰ ਦੀਆਂ ਨੀਤੀਆਂ ਦੱਸਣਗੀਆਂ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਫੰਡ 20 ਲੱਖ ਕਰੋੜ ਦੀ ਐਲਾਨ ਕੀਤਾ ਗਿਆ, ਅਨਾਉਂਸਮੈਂਟ ਕੀਤੀ ਗਈ ਹੈ, ਅੱਧੋਂ ਵੱਧ ਫੰਡ ਤਾਂ ਪਹਿਲਾਂ ਹੀ ਇੱਧਰ ਉੱਧਰ ਕਿਤੇ ਜਾਂ ਲਾਇਆ ਹੋਇਆ ਕਿਸੇ ਨਾ ਕਿਸੇ ਪਾਸੇ। ਹੁਣ ਜੇ ਤਾਂ ਤੁਸੀਂ ਵੱਡਿਆਂ ਘਰਾਣਿਆਂ ਨੂੰ ਹੀ ਉਹਨਾਂ ਨੂੰ ਇਹ ਲੋਨ ਦੇਣੇ ਨੇ, ਉਹਨਾਂ ਵਿੱਚੋਂ ਬੀਤੇ ਸਮੇਂ ਦੇ ਵਿੱਚ ਵੀ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ, ਇਤਿਹਾਸ ਤੇ ਝਾਤ ਮਾਰੀਏ, ਬਹੁਤਾ ਪੁਰਾਣਾ ਵੀ ਨਾ ਜਾਈਏ। ਬਹੁਤ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਖਾ ਕੇ ਢਕਾਰ ਵੀ ਨਹੀਂ ਮਾਰਿਆ। ਆਮ ਤੌਰ ਤੇ ਕਿਸੇ ਬੰਦੇ ਨੇ ਕਿਸ ਤੋਂ ਲੋਨ ਲਿਆ ਹੋਵੇ, ਬਹੁਤ ਸਾਰੇ ਲੋਕਾਂ ਨੂੰ ਗਲਾਂ ਦੇ ਵਿੱਚ ਰੱਸੇ ਪਾਉਣੇ ਪੈਂਦੇ ਆ, ਫਾਹੇ ਲੈਣੇ ਪੈਂਦੇ ਆ। ਆਪਾਂ ਦੇਖਦੇ ਹਾਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਜਾਂ ਮੱਧ ਵਰਗੀ ਪਰਿਵਾਰਾਂ ਨੂੰ, ਪਰ ਉਹਨਾਂ ਦਾ ਲੋਨ ਲੱਖ ਲੱਖ, 2-2 ਲੱਖ ਰੁਪਈਆ, 5-5, 7-7 ਲੱਖ ਰੁਪਈਆ ਹੀ ਹੁੰਦਾ। ਦਿਨ ਚੜ੍ਹਦਾ ਨਹੀਂ, ਹਜੇ ਪਤੀਲੀ ਦੇ ਵਿੱਚੋਂ ਚਾਹ ਕੱਢ ਕੇ ਮੂੰਹ ਨੂੰ ਲਾਈ ਨਹੀਂ ਹੁੰਦੀ, ਤੇ ਬੈਂਕ ਵਾਲੇ ਜਾਂ ਸਰਕਾਰੀ ਅਧਿਕਾਰੀ ਆ ਕੇ ਖੜ ਜਾਂਦੇ ਆ, ਭਾਈ ਕਿਸ਼ਤ ਦੇ ਦਿਓ। ਪਿੰਡ ਦੇ ਵਿੱਚ ਸਾਰੇ 'ਚ ਥੂ-ਥੂ ਹੋ ਜਾਂਦੀ ਹੈ। ਆਖਰਕਾਰ ਉਹਨੂੰ ਸ਼ਰਮ ਦੇ ਮਾਰਿਆਂ ਅੱਕ ਚੱਬਣਾ ਪੈ ਜਾਂਦਾ। ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਹ ਨਹੀਂ ਸੀ ਕਿਸੇ ਰੋਡਵੇਜ਼ ਦੀ ਬੱਸ ਦੇ ਵਿੱਚ ਚੜ੍ਹ ਕੇ ਜਾਂ ਰੇਲਵੇ ਦੇ ਵਿੱਚ ਚੜ੍ਹ ਕੇ ਕਿਤੇ ਇੱਧਰ ਉੱਧਰ ਜਾਣਾ ਸੀ, ਹਵਾਈ ਟਿਕਟ ਵੀ ਲਈ ਹੈ, ਉੱਥੋਂ ਉਡਾਨ ਵੀ ਭਰੀ ਹੈ, ਤੇ ਹੁਣ ਭਾਵੇਂ ਅਮਰੀਕਾ ਦੇ ਵਿੱਚ ਜਾਂ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਤੁਰੇ ਫਿਰਦੇ ਆ, ਉਹਨਾਂ 'ਤੇ ਕੇਸ ਕੂਸ ਵੀ ਚੱਲੀ ਜਾਂਦੇ ਆ, ਪਰ ਉਹ ਵਾਪਸ ਕਦ ਆਉਂਦੇ ਨੇ? ਜੋ ਭਾਰਤ ਸਰਕਾਰ ਦਾ ਲੁੱਟ ਕੇ ਲਿਆ ਪੈਸਾ ਵਾਪਸ ਕਰਦੇ ਆ ਜਾਂ ਨਹੀਂ ਕਰਦੇ। ਪਰ ਇਸ ਵਕਤ ਲੋੜਵੰਦ ਸਭ ਤੋਂ ਕਿਸਾਨ ਹੈ, ਮਜ਼ਦੂਰ ਹੈ, ਮੱਧ ਵਰਗੀ ਪਰਿਵਾਰ ਹੈ, ਜਾਂ ਛੋਟੇ ਜਿਹੜੇ ਲੋਕ ਨੇ, ਮਿਡਲ ਕਲਾਸ ਦੇ ਲੋਕ ਨੇ, ਉਹ ਨੇ। ਮੇਰੇ ਖਿਆਲ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਖਜ਼ਾਨੇ ਦਾ ਮੂੰਹ ਇਹਨਾਂ ਲੋਕਾਂ ਵੱਲ ਖੋਲ੍ਹਣਾ ਚਾਹੀਦਾ। ਦੇਖੋ ਬੈਨੀਪਾਲ ਸਾਹਿਬ, ਆਤਮ ਨਿਰਭਰਤਾ ਦੇਸ਼ ਨੂੰ ਬਣਨਾ ਚਾਹੀਦਾ। ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਨਸੈਪਟ ਲੈ ਕੇ ਆਏ, ਉਹਨਾਂ ਦਾ ਧੰਨਵਾਦ ਜੀ, ਕਿਉਂਕਿ ਘੱਟੋ ਘੱਟ ਉਹਨਾਂ ਨੇ ਦੱਸਿਆ ਸੀ ਕਿ ਆ ਜਾਂਦਾ ਰਾਹ, ਇੱਧਰਲੇ ਪਾਸੇ ਨੂੰ ਤੁਰਨਾ। ਕੋਈ ਤੁਰਦਾ ਨਹੀਂ ਤੁਰਦਾ ਉਹਨਾਂ ਤੇ ਨਿਰਭਰ ਕਰਦੀ ਗੱਲ। ਪਰ ਹੁਣ ਰੌਲਾ ਇਸ ਗੱਲ ਦਾ ਨਾ ਕਿ ਦੇਸ਼ ਦੇ ਵਿੱਚ ਕੀ ਹੁੰਦਾ ਤੇ ਉਹਦੇ ਤੋਂ ਕੀ ਕੀਤਾ ਜਾ ਸਕਦਾ। ਹੁਣ ਇੱਕ ਪਿਛਲੇ ਦਿਨੀ ਚਰਚਾ ਚੱਲੀ ਸੀ ਕਿ ਅਮਰੀਕਾ ਨੇ ਮਲੇਰੀਆ ਦੀ ਦਵਾਈ ਮੰਗੀ ਆ, ਟਰੰਪ ਸਾਹਿਬ ਨੇ ਦਬਕਾ ਵੀ ਮਾਰਿਆ ਸੀ, ਅਸੀਂ ਦਿੱਤੀ ਵੀ ਆ ਭਾਰਤ ਵਾਲਿਆਂ ਨੇ। ਉਹਦੇ ਤੋਂ ਬਾਅਦ ਇਹ ਪਤਾ ਲੱਗਾ ਕਿ ਦਵਾਈ ਜਿਹੜੀ ਹੈ ਇਹਨੂੰ ਬਣਾਉਣ ਦੇ ਲਈ ਇਹਦੇ ਬਹੁਤ ਸਾਰਾ ਜਿਹੜਾ ਰਾ ਮਟੀਰੀਅਲ ਜਾਨੀ ਕਿ ਕੱਚਾ ਮਾਲ ਜਿਹੜਾ ਤੱਤਾਂ ਤੋਂ ਬਣਨੀ ਹੈ, ਉਹ ਚਾਈਨਾ ਤੋਂ ਵੀ ਆਉਂਦਾ। ਤੇ ਜੇ ਚਾਈਨਾ ਤੋਂ ਆਊਗਾ ਤਾਂ ਫਿਰ ਅੱਗੇ ਬਣੂਗੀ। ਹੁਣ ਜੇ ਅਸੀਂ ਕਹੀਏ ਕਿ ਉਹ ਸਮਾਨ ਅਸੀਂ ਭਾਰਤ 'ਚ ਬਣਾਉਂਦੇ ਹਾਂ, ਪਰ ਜੇ ਸਾਡੇ ਕੋਲ ਰਾ ਮਟੀਰੀਅਲ ਨਹੀਂ ਹੋਊਗਾ ਤਾਂ ਫਿਰ ਅਸੀਂ ਕਿਵੇਂ ਬਣਾ ਪਾਵਾਂਗੇ? ਹੁਣ ਭਾਰਤ ਦੇ ਵਿੱਚ ਖਾਸ ਤੌਰ ਤੇ ਉੱਤਰੀ ਤੇ ਮੱਧ ਭਾਰਤ ਦਾ ਜਿਹੜਾ ਖਿੱਤਾ ਹੈ, ਫਸਲਬਾੜੀ ਹੁੰਦੀ ਹੈ ਜੀ। ਆਪਾਂ ਕਿੰਨੀ ਵਾਰੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਫਸਲਾਂ ਨੇ, ਜਿੰਨੀ ਦੇਰ ਜਿੱਥੇ ਜਿੱਥੇ ਕੋਈ ਫਸਲ ਉਤਪਾਦਨ ਹੁੰਦਾ ਉਹਦੇ ਨਾਲ ਦਾ ਜਿਹੜਾ ਪ੍ਰੋਸੈਸਿੰਗ ਯੂਨਿਟ ਨਹੀਂ ਲੱਗਦਾ, ਦੇਸ਼ ਆਤਮ ਨਿਰਭਰ ਕਿਵੇਂ ਹੋਊਗਾ? ਹੁਣ ਮੰਨ ਲਓ ਕਿ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਆ ਤੇ ਦੂਜੇ ਪਾਸੇ ਫਾਜ਼ਿਲਕਾ, ਅਬੋਹਰ ਵਾਲਾ ਪਾਸਾ ਕਿੰਨੂ ਹੁੰਦਾ। ਇੱਕ ਛੋਟੀ ਜਿਹੀ ਉਦਾਹਰਣ ਹੈ, ਜੇ ਤਾਂ ਆਪਾਂ ਹੁਸ਼ਿਆਰਪੁਰ ਦੇ ਵਿੱਚੋਂ ਕਿੰਨੂ ਤੋੜਨਾ ਤਾਂ ਕਿੰਨੂ ਤੋੜ ਕੇ ਆਪਾਂ ਉਹਨੂੰ ਟਰੱਕ 'ਚ ਲੱਦਣਾ। ਟਰੱਕ 'ਚ ਲੱਦ ਕੇ ਉਹ ਪਰਲੇ ਪਾਸੇ ਮੰਨ ਲਓ ਅਹਿਮਦਾਬਾਦ ਲੈ ਕੇ ਜਾਣਾ, ਉੱਥੇ ਜਾ ਕੇ ਉਹਦਾ ਜੂਸ ਬਣਨਾ, ਪ੍ਰੋਸੈਸਿੰਗ ਪਲਾਂਟ ਉੱਥੇ ਲੱਗਾ ਜੀ।
ਰਾਹ ਜਾਂਦਾ ਉਹ ਖਰਾਬ ਵੀ ਹੋਊਗਾ, ਉਹਦੀ ਗੁਣਵੱਤਾ ਦੇ ਵਿੱਚ ਵੀ ਫਰਕ ਆਊਗਾ, ਉਹਦਾ ਕਿਰਾਇਆ ਭਾੜਾ ਵੀ ਵੱਧ ਲੱਗੂਗਾ। ਜੇ ਉਹੀ ਪ੍ਰੋਸੈਸਿੰਗ ਪਲਾਂਟ ਹੁਸ਼ਿਆਰਪੁਰ 'ਚ ਲੱਗਾ ਹੋਵੇ ਜਾਂ ਹੁਸ਼ਿਆਰਪੁਰ ਜਾਂ ਅਬੋਹਰ ਦੇ ਕਿਤੇ ਵਿਚਾਲੇ ਲੱਗਾ ਹੋਵੇ ਕਿ ਦੋਨੋਂ ਪਾਸਿਆਂ ਦਾ ਸਮਾਨ ਉਸੇ ਆਈ ਜਾਵੇ, ਉੱਥੋਂ ਹੀ ਆਪਾਂ ਉਹਦਾ ਜੂਸ ਬਣਾ ਕੇ ਜਿਹੜਾ ਉਹ ਸਾਰੀ ਦੁਨੀਆ ਨੂੰ ਭਾਵੇਂ ਸਪਲਾਈ ਕਰੀ ਜਾਓ, ਭਾਵੇਂ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਸਪਲਾਈ ਕਰੀ ਜਾਓ, ਤਾਂ ਉੱਥੋਂ ਤਾਜ਼ਾ ਜਿਹੜਾ ਫਰੂਟ ਟੁੱਟੂਗਾ, ਤਾਜ਼ੇ ਦਾ ਜੂਸ ਬਣ ਜਾਊਗਾ, ਉਹਨੂੰ ਆਉਣ ਜਾਣ ਦਾ ਢੋਆ ਢੁਆਈ ਦਾ ਖਰਚਾ ਵੀ ਘਟੂਗਾ। ਰਾਹ ਦੇ ਵਿੱਚ ਜਿਹੜਾ ਕਿੰਨੂ ਗਲਦਾ ਹੋਊਗਾ ਉਹਦੇ ਗਲਣ ਦੀ ਜਾਂ ਟਰੱਕ ਕਦੇ ਇੱਧਰ ਡਿੱਗ ਪਿਆ ਕਦੇ ਉੱਧਰ ਡਿੱਗ ਪਿਆ, ਉਹ ਸਾਰਾ ਹਿਸਾਬ ਕਿਤਾਬ ਜਿਹੜਾ ਉਹ ਥੋੜਾ ਹੋ ਜੂ। ਪਰ ਜੇ ਅਸੀਂ ਇਦਾਂ ਦੇਖਣ ਦੀ ਜਗ੍ਹਾ ਇਹ ਦੇਖਣਾ ਹੈ ਕਿ ਕਿਹੜੇ ਸੂਬੇ ਦੇ ਵਿੱਚ ਇਲੈਕਸ਼ਨ ਪਹਿਲਾਂ ਆ, ਕਿਹੜੇ ਸੂਬੇ ਦੇ ਵਿੱਚ ਚੋਣ ਬਾਅਦ ਵਿੱਚ ਹੈ, ਕਿਹੜੇ ਸੂਬੇ ਦੇ ਵਿੱਚ ਸਰਕਾਰ ਸਾਡੀ ਹੈ, ਕਿਹੜੇ ਸੂਬੇ ਦੇ ਵਿੱਚ ਸਰਕਾਰ ਤੁਹਾਡੀ ਹੈ, ਅਸੀਂ ਉਸੇ ਹਿਸਾਬ ਕਿਤਾਬ ਦੇ ਨਾਲ ਦੇਖਣਾ ਹੈ। ਕਿਹੜੇ ਸੂਬੇ 'ਚ 13 ਲੋਕ ਸਭਾ ਦੀਆਂ ਸੀਟਾਂ ਹੈ, ਕਿਹੜੇ ਦੇ ਵਿੱਚ 80 ਲੋਕ ਸਭਾ ਦੀਆਂ ਸੀਟਾਂ ਹੈ, ਸਾਨੂੰ ਲੋਕ ਸਭਾ ਦੀ ਚੋਣ ਦੇ ਵਿੱਚ ਕਿਹੜੇ ਸੂਬੇ ਤੋਂ ਵੱਧ ਲਾਹਾ ਹੋ ਸਕਦਾ ਹੈ, ਪ੍ਰੋਜੈਕਟ ਅਸੀਂ ਉੱਥੇ ਲਾ ਦਈਏ, ਦੂਜੇ ਪਾਸੇ ਘੱਟ ਲਾ ਦਈਏ, ਉਹਦੇ ਨਾਲ ਫਿਰ ਭਾਰਤ ਆਤਮ ਨਿਰਭਰ ਨਹੀਂ ਹੋਣਾ। ਆਪਾਂ ਬਿਲਕੁਲ ਵੀ ਸੱਤਾਧਾਰੀ ਧਿਰ ਦੀ ਮਨਸ਼ਾ ਤੇ ਸ਼ੱਕ ਨਹੀਂ ਕਰਦੇ, ਕਿਉਂਕਿ ਜਿਹੜੀ ਕਾਂਗਰਸ ਪਾਰਟੀ ਦੀਆਂ ਪਹਿਲਾਂ ਵੀ ਸਰਕਾਰਾਂ ਸੀ ਉਦੋਂ ਵੀ ਇਦਾਂ ਹੀ ਹੁੰਦਾ ਸੀ ਕਿ ਭਾਈ ਜਿੱਥੇ ਜਿੱਥੇ ਕਿਤੇ ਸੂਦ ਲੱਗਦਾ ਕਰ ਲਈਏ। ਹੁਣ ਭਾਰਤੀ ਜਨਤਾ ਪਾਰਟੀ ਜਿਹੜੇ ਆ ਉਹਨਾਂ ਤੋਂ ਸਿੱਖ ਕੇ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਵਧਣ, ਕਿਉਂਕਿ ਲੋਕ ਫਿਰ ਜੈ ਜੈਕਾਰ ਕਰਨਗੇ ਕਿ ਤੁਸੀਂ ਚੰਗਾ ਕੀਤਾ ਹੈ। ਹੁਣ ਜੇ ਆਪਾਂ ਪਿਛਲੇ 10 ਸਾਲ ਦਾ ਡਾਟਾ ਕਢਾ ਲਈਏ ਨਾ ਬੈਨੀਪਾਲ ਸਾਹਿਬ, ਕਿ ਭਾਰਤ ਨੇ ਕਿਹੜੀ ਖਾਣ ਪੀਣ ਦੀ ਚੀਜ਼ ਵਿਦੇਸ਼ਾਂ ਤੋਂ ਇੰਪੋਰਟ ਕੀਤੀ ਆ, ਭਾਵ ਆਯਾਤ ਕੀਤੀ ਆ, ਭਾਵ ਘੱਟ ਸੀ ਕਿ ਮੰਗਵਾਈ ਹੈ ਜੀ, ਤਾਂ ਬਹੁਤ ਵੱਡੀ ਰਕਮ ਅਸੀਂ ਉਹ ਤੇ ਖਰਚੀ ਹੈ। ਤੇ ਸਾਡੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਖਰਾਬ ਹੁੰਦੀਆਂ ਰਹੀਆਂ, ਜਿਨ੍ਹਾਂ ਨੂੰ ਅਸੀਂ ਚੰਗੇ ਤਰੀਕੇ ਸਾਂਭ ਵੀ ਨਹੀਂ ਸਕੇ। ਹੁਣ ਜੇ ਉਹ ਫਸਲ ਦੀ ਵੰਡ ਹੀ ਚੰਗੀ ਤਰ੍ਹਾਂ ਕਰਤੀ ਜਾਏ ਕਿ ਭਾਈ ਇੰਨੇ ਕੁ ਰਕਬੇ ਵਿੱਚ ਸਾਨੂੰ ਆਹ ਚੀਜ਼ ਚਾਹੀਦੀ ਹੈ, ਇੰਨੇ ਚਾਹ ਚਾਹੀਦੀ ਹੈ, ਜੇ ਕੋਈ ਕਿਸਾਨ ਪਹਿਲਾਂ ਉਹ ਨਹੀਂ ਲਾਉਂਦਾ ਉਹਨੂੰ ਇੰਨੇ ਕੁ ਪੈਸੇ ਅਸੀਂ ਦੇ ਦਿਆਂਗੇ, ਤੂੰ ਉਹ ਉਗਾ ਭਾਈ, ਤੇਰਾ ਆਰਥਿਕ ਤੌਰ ਤੇ ਨੁਕਸਾਨ ਨਹੀਂ ਹੁੰਦਾ, ਦੇਸ਼ ਨੂੰ ਬਾਹਰੋਂ ਸਮਾਨ ਨਹੀਂ ਮੰਗਵਾਉਣਾ ਪਊਗਾ। ਇਹਦੇ ਨਾਲ ਇੱਕ ਬਹੁਤ ਵੱਡਾ ਰਸਤਾ ਖੁੱਲ੍ਹ ਸਕਦਾ ਹੈ। ਬਾਕੀ ਵੀ 20 ਸਾਰੀਆਂ ਚੀਜ਼ਾਂ ਨੇ, ਇਹ ਗੱਲਾਂ ਅੱਜ ਤਾਂ ਕੀਤੀਆਂ ਜਾ ਰਹੀਆਂ, ਇਹਨੂੰ ਕੇਂਦਰ ਸਰਕਾਰ ਦੀ ਆਲੋਚਨਾ ਬਿਲਕੁਲ ਨਾ ਸਮਝਿਆ ਜਾਵੇ, ਕਿਉਂਕਿ ਬੀਬੀ ਨਿਰਮਲਾ ਸੀਤਾਰਮਣ ਜੀ ਨੇ ਅਜੇ ਪੈਸੇ ਵੰਡਣੇ ਆ ਕਿ ਕਿਹੜੇ ਉਦਯੋਗ ਨੂੰ ਕਿੰਨਾ ਦੇਣਾ। ਖੇਤੀ ਨੂੰ ਇੰਡਸਟਰੀ ਸਮਝਣ ਜੀ, ਖੇਤੀਬਾੜੀ ਨੂੰ ਇੱਕ ਉਦਯੋਗ ਸਮਝਣ, ਖੇਤੀਬਾੜੀ ਨੂੰ ਇੱਕ ਫੈਕਟਰੀ ਸਮਝਣ ਤੇ ਚੰਗੇ ਤਰੀਕੇ ਪੈਸੇ ਦੇਣ। ਪਰ ਸਭ ਤੋਂ ਵੱਡੀ ਗੱਲ, ਜਿਵੇਂ ਟਰੂਡੋ ਸਾਹਿਬ ਨੇ ਕੈਨੇਡਾ 'ਚ ਕਿਹਾ ਕਿ ਉਹ ਫੈਕਟਰੀ ਚਲਾਉਣੀ ਹੈ, ਉਦਯੋਗ ਚਲਾਉਣਾ ਹੈ, ਅਸੀਂ ਤਨਖਾਹ ਦੇ ਰੂਪ ਦੇ ਵਿੱਚ ਪੈਸੇ ਜਿਹੜੇ ਸਹਾਇਤਾ ਕਰਨੀ ਹੈ ਕਿ ਤੁਸੀਂ ਲੋਕਾਂ ਨੂੰ ਪੈਸੇ ਦਿਓ। ਇਸੇ ਤਰੀਕੇ ਇੰਗਲੈਂਡ ਦੇ ਵਿੱਚ UK 'ਚ ਵੀ ਹੋਇਆ, ਉੱਥੇ ਵੀ ਬੋਰਿਸ ਸਾਹਿਬ ਨੇ ਕਿਹਾ ਕਿ ਭਾਈ ਲੋਕਾਂ ਨੂੰ ਸੱਦੋ, ਕੰਮ ਤੇ ਸੱਦੋ, ਪੈਸੇ ਉਹਨਾਂ ਨੂੰ ਜਾਣੇ ਚਾਹੀਦੇ ਆ। ਜੇ ਤਾਂ ਆਪਾਂ ਫੈਕਟਰੀ ਵਾਲਿਆਂ ਨੂੰ ਇਦਾਂ ਬਲਕ ਦੇ ਵਿੱਚ ਰੁਪਈਏ ਦੇ ਦਿੱਤੇ ਕਿ ਤੁਸੀਂ ਕੰਮ ਚਲਾਓ, ਪਰ ਇਸ ਗੱਲ ਦਾ ਧਿਆਨ ਨਾ ਰੱਖਿਆ ਕਿ ਉਹ ਆਪਣੇ ਕਰਮਚਾਰੀਆਂ ਨੂੰ ਕਿਵੇਂ ਪੈਸੇ ਦਿੰਦੇ ਆ, ਫਿਰ ਥੋੜਾ ਜਿਹਾ ਕੰਮ ਖਰਾਬ ਹੋ ਜਾਊਗਾ। ਬਾਕੀ ਜੇ ਦੂਜੇ ਪਾਸੇ ਕੈਨੇਡਾ ਵੱਲ UK ਵੱਲ ਦੇਖ ਕੇ ਕੰਮ ਕਰਨਗੇ ਤਾਂ ਸ਼ਾਇਦ ਕੰਮ ਉੱਪਰ ਨੂੰ ਚਲੇ ਜਾਏ। ਦੇਖੋ ਇਹ ਪਾਲਿਸੀ ਹੈ ਜੀ। ਹੁਣ ਜੇਕਰ ਸਿੱਧੇ ਜਿਹੜੇ ਵਿਅਕਤੀ ਦਾ ਕੰਮ ਟੁੱਟਿਆ ਪੈਸੇ ਉਹਨਾਂ ਨੂੰ ਵੀ ਸਰਕਾਰ ਦੇ ਰਹੀ ਹੈ ਕੈਨੇਡਾ ਦੀ, ਪਰ ਹੁਣ ਉਹਨਾਂ ਨੇ ਜਿਹੜੀ ਅਗਲੀ ਅਨਾਉਂਸਮੈਂਟ ਬੀਤੇ ਦਿਨੀ ਕੀਤੀ ਹੈ, ਉਹਨਾਂ ਨੇ ਇਹ ਕਿਹਾ ਕਿ ਅਸੀਂ ਫੈਕਟਰੀ ਮਾਲਕਾਂ ਨੂੰ ਪੈਸੇ ਦੇਵਾਂਗੇ ਜਿਹੜੇ ਲੋਕਾਂ ਨੂੰ ਦੁਬਾਰਾ ਕੰਮ ਤੇ ਸੱਦਣਗੇ। ਜਾਂ ਹੁਣ ਇੱਕ ਉਹਨਾਂ ਨੇ ਹੋਰ ਅਨਾਉਂਸਮੈਂਟ ਕਰ ਦਿੱਤੀ ਹੈ, ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ 1000 2-2000 ਬੰਦਾ ਕੰਮ ਕਰਦਾ ਹੈ, ਕਿ ਜੇਕਰ ਤੁਹਾਡਾ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ ਇਸ ਵਕਤ ਦੇਖਿਆ ਰੈਵਨਿਊ ਘਟਿਆ, ਤੁਸੀਂ ਉਸ ਲੋਨ ਵਾਸਤੇ ਅਪਲਾਈ ਕਰ ਸਕਦੇ ਹੋ, ਤੁਹਾਨੂੰ ਮਿਲੇਗਾ, ਪਰ ਬੰਦੇ ਕੰਮ ਤੇ ਰੱਖਣੇ ਪੈਣਗੇ ਜੀ। ਉਹਦਾ ਕਾਰਨ ਇਹ ਹੈ ਕਿ ਜੇਕਰ ਜਿਹੜਾ ਬੰਦਾ ਘਰ ਬੈਠਾ ਉਹਨੂੰ ਸਿੱਧੇ ਪੈਸੇ ਦੇਈ ਜਾਈਏ ਪਰ ਇਕਨੋਮੀ ਨਹੀਂ ਚੱਲਣੀ। ਹੁਣ ਨਾਲੇ ਤੇ ਇਕਨੋਮੀ ਚੱਲੂ, ਨਾਲੇ ਉਹਨਾਂ ਬੰਦਿਆਂ ਦੇ ਅਕਾਊਂਟ ਦੇ ਵਿੱਚ ਉੱਥੇ ਕੰਮ ਕਰਕੇ ਫਿਰ ਪੈਸੇ ਆਉਣਗੇ। ਇਹ ਤਾਂ ਹੋ ਗਈ ਅਰਥਚਾਰਾ ਚਲਾਉਣ ਦੀ ਇੱਕ ਸਕੀਮ, ਇੱਕ ਨੀਤੀ। ਹੁਣ ਤੁਸੀਂ ਗੱਲ ਕੀਤੀ ਫੂਡ ਪ੍ਰੋਸੈਸਿੰਗ ਪਲਾਂਟ ਦੀ, ਇਹਨੂੰ ਚੰਗੀ ਕਿਸਮਤ ਸਮਝੀਏ ਜਾਂ ਇਹਨੂੰ ਮਾੜੀ ਕਿਸਮਤ ਸਮਝੀਏ, ਇਹ ਤੁਸੀਂ ਫੈਸਲਾ ਖੁਦ ਕਰਨਾ ਹੈ। ਪੰਜਾਬ ਨੂੰ ਇੱਕੋ ਇੱਕ ਮੰਤਰਾਲਾ ਜਿਹੜਾ ਮਿਲਿਆ ਹੋਇਆ ਵਧੀਆ, ਉਹ ਇਹ ਹੈ ਕਿ ਫੂਡ ਪ੍ਰੋਸੈਸਿੰਗ ਦਾ ਹੀ ਮੰਤਰਾਲਾ ਬੀਬੀ ਹਰਸਿਮਰਤ ਕੌਰ ਬਾਦਲ ਕੋਲ ਹੈ। ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਵੀ ਹੈ। ਹੁਣ ਇਹ ਤਾਂ ਬੀਬਾ ਬਾਦਲ ਨੇ ਦੇਖਣਾ ਹੈ, ਕਿਉਂਕਿ ਜਦੋਂ ਤੁਹਾਡੇ ਕੋਲੇ ਮੰਤਰਾਲਾ ਹੀ ਉਹ ਹੈ ਜਿਸ ਸੂਬੇ ਦੇ ਵਿੱਚੋਂ ਤੁਸੀਂ ਚੁਣ ਕੇ ਭੇਜੇ ਗਏ ਹੋ ਕਿ ਤੁਸੀਂ ਇਸ ਵਕਤ ਕਿਸਾਨਾਂ ਦੀ ਬਾਂਹ ਫੜਨੀ ਹੈ। ਇਹਦੇ ਨਾਲ ਇਕੱਲੇ ਕਿਸਾਨ ਨਹੀਂ, ਉੱਥੇ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਵੀ ਫਿਰ ਆਪਣਾ ਢਿੱਡ ਚੰਗੀ ਤਰ੍ਹਾਂ ਪਾਲ ਸਕਣਗੇ, ਪਰਿਵਾਰ ਚੰਗੀ ਤਰ੍ਹਾਂ ਪਾਲ ਸਕਣਗੇ। ਪਰ 5 ਸਾਲ ਪਿਛਲੇ ਲੰਘ ਗਏ, ਆਹ ਫਿਰ ਲਗਭਗ ਸਾਲ 1.5 ਸਾਲ ਇਹ ਵੀ ਲੰਘ ਗਿਆ। ਹੁਣ 6.5 ਵਰਿਆਂ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੋਈ ਪ੍ਰੋਸੈਸਿੰਗ ਪਲਾਂਟ ਲੱਗਿਆ ਜਾਂ ਕਿਤੇ ਕੋਈ ਨਿਸ਼ਾਨਦੇਹੀ ਹੋਈ ਹੈ। ਜੇ ਤਾਂ ਉਹ ਇਸ ਟਰਮ ਦੇ ਵਿੱਚ ਵੀ ਕੋਈ ਪ੍ਰੋਸੈਸਿੰਗ ਪਲਾਂਟ ਨਾ ਲਾ ਸਕੇ, ਮੈਨੂੰ ਲੱਗਦਾ ਅਗਲੇ ਜਿਹੜੇ ਟਰਮ ਆਉਣੀ ਆ ਉਹਦੇ 'ਚ ਲੋਕਾਂ ਨੇ ਉਹਨਾਂ ਦਾ ਪ੍ਰੋਸੈਸਿੰਗ ਪਲਾਂਟ ਮੈਨੂੰ ਲੱਗਦਾ ਬਠਿੰਡਿਓਂ ਫਿਰ ਲੱਗਣ ਨਹੀਂ ਦੇਣਾ। ਬੈਨੀਪਾਲ ਸਾਹਿਬ, ਕਈ ਵਾਰੀ ਨਾ ਘਰ 'ਚ ਪ੍ਰਾਹੁਣੇ ਆਉਂਦੇ ਆ ਪੰਜਾਬ 'ਚ ਜੀ, ਪ੍ਰਾਹੁਣੇ ਆਉਂਦੇ ਆ ਤਾਂ ਨੂੰਹ ਧੀ ਵੀ ਬੈਠੀ ਹੋਊ ਤੇ ਉੱਥੇ ਸੱਸ ਜਾਂ ਮਾਂ ਵੀ ਬੈਠੀ ਹੋਊ, ਤੇ ਪ੍ਰਾਹੁਣੇ ਜਦੋਂ ਆ ਕੇ ਚਲੇ ਜਾਂਦੇ ਆ ਜੀ ਤੇ ਬਾਅਦ ਵਿੱਚ ਨੌਂ ਤੇ ਧੀ ਕਹਿੰਦੇ ਬੀਬੀ ਤੂੰ ਆਹ ਗੱਲ ਕਾਹਨੂੰ ਕਰਨੀ ਸੀ। ਹੁਣ ਅਗਲੇ ਗੁੱਸੇ ਹੋ ਜਾਣਗੇ। ਹੁਣ ਮੈਂ ਵੀ ਕਹਿੰਦਾ ਕਿ ਬੈਨੀਪਾਲ ਸਿੰਘ ਆਹ ਗੱਲ ਕਾਹਨੂੰ ਕਰਨੀ ਸੀ ਜੀ, ਲੋੜ ਨਹੀਂ ਸੀ ਕਿ ਭਾਈ ਮੰਤਰਾਲਾ ਦੱਸਣ ਦੀ। ਕਾਰਨ ਪਤਾ ਕੀ ਆ, ਇਹਨਾਂ ਨੇ ਫੇਰ ਆਪਸ 'ਚ ਲੜ ਪੈਣਾ। ਬੀਬੀ ਬਾਦਲ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਬੀਬੀ ਜੀ ਉਹ ਮਹਿਕਮਾ ਜਿਹਦੀ ਪੰਜਾਬ ਨੂੰ ਲੋੜ ਹੈ, ਤੁਸੀਂ ਇੱਥੇ ਪਲਾਂਟ ਲਾਏ ਕਿਉਂ ਨਹੀਂ, ਉਹ ਕਹਿੰਦੇ ਕੇਂਦਰ ਦੀ ਸਰਕਾਰ ਵੱਲੋਂ ਫਾਈਲਾਂ ਰੈਡੀ ਨੇ,
ਕੁਝ ਪਰਸੈਂਟ ਹਿੱਸਾ ਪੰਜਾਬ ਦੀ ਸਰਕਾਰ ਨੇ ਪਾਉਣਾ ਹੁੰਦਾ। ਇਹ ਲੱਗਣ ਨਹੀਂ ਦੇ ਰਿਹਾ, ਅੜਿੱਕੇ ਡਾ ਰਹੇ ਆ, ਇਹ ਬਿਲਕੁਲ ਵੀ ਐਨਓਸੀ ਨਹੀਂ ਦੇ ਰਿਹਾ। ਨਹੀਂ ਤਾਂ ਮੈਂ ਤਾਂ ਇੱਥੇ ਪਟਾਕੇ ਪਾ ਦੇਣੇ ਸੀ, ਬਹੁਤ ਸਾਰੇ ਪਲਾਂਟ ਲਾ ਦੇਣੇ ਸੀ। ਆ ਲਾਡੋਵਾਲ ਵਾਲਾ ਮਸਲਾ ਜਿਹੜਾ ਅੱਜ ਤੱਕ ਅੱਧ ਵਿਚਾਲੇ ਲਟਕਿਆ ਫਿਰਦਾ, ਕੇਂਦਰ ਸਰਕਾਰ ਨੇ ਕਰੀ ਕਹਿਤਾ ਸੀ ਅਸੀਂ ਬੰਦ ਕਰ ਦੇਣਾ। ਹੁਣ ਕਿਉਂ ਬੰਦ ਕਰ ਦੇਣਾ, ਕਾਹਦੇ ਲਈ ਬੰਦ ਕਰ ਦੇਣਾ, ਇਹ ਸਾਰੀਆਂ ਗੱਲਾਂ ਆਪਣੇ ਆਪ 'ਚ ਇੰਪੋਰਟੈਂਟ। ਮੋਹਰਿਓ ਪੰਜਾਬ ਦੀ ਸਰਕਾਰ ਕਹਿੰਦੀ ਸੀ ਇੱਦਾਂ ਦੀ ਗੱਲ ਹੀ ਕੋਈ ਨਹੀਂ, ਅਸੀਂ ਤਾਂ ਤਿਆਰ ਬੈਠੇ ਆ, ਸਾਡੇ ਵਾਲੇ ਪੈਸੇ ਤਾਂ ਅਸੀਂ ਗਿਣ ਕੇ ਰੱਖੇ ਹੋ ਆ, ਇਹ ਆਣ ਕੇ ਕਾਗਜ਼ ਪੱਤਰ ਲੈ ਕੇ ਤਾਂ ਹੁਣ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਕਹਾਣੀ ਕਿੱਥੇ ਕੁ ਰੁਕੀ ਹੈ। ਬਠਿੰਡੇ ਵਾਲਾ ਏਮਜ਼ ਆ ਆਪਣੇ ਕੋਲ, ਇੱਕ ਛੋਟੀ ਜਿਹੀ ਉਦਾਹਰਣ ਹੈ। ਕੇਂਦਰ ਦੀ ਸਰਕਾਰ ਦਾ ਪ੍ਰੋਜੈਕਟ ਹੈ, ਪੰਜਾਬ ਦੀ ਸਰਕਾਰ ਨੇ ਕੁਝ ਸ਼ਰਤਾਂ ਪੂਰੀਆਂ ਕਰਨੀਆਂ। ਕੇਂਦਰ ਸਰਕਾਰ ਨੇ ਬਾਰ-ਬਾਰ ਕਿਹਾ ਕਿ ਜਿੰਨੀ ਦੇਰੀ ਹੋਈ ਹੈ ਪੰਜਾਬ ਦੀ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਜੀ। ਮਨਪ੍ਰੀਤ ਸਿੰਘ ਬਾਦਲ ਤੇ ਪੰਜਾਬ ਸਰਕਾਰ ਦੇ ਕਈ ਨੁਮਾਇੰਦੇ ਕਹਿ ਹਟਿਆ, ਲਓ ਜੀ ਇਦਾਂ ਦੀ ਗੱਲ ਹੀ ਕੋਈ ਨਹੀਂ, ਆ ਕਾਗਜ਼ ਪੱਤਰ ਦੇ ਲਓ, ਅਸੀਂ ਤਾਂ ਸਾਰਾ ਕੁਝ ਦਿੱਤਾ। ਨਾ ਕਦੇ ਕੇਂਦਰ ਸਰਕਾਰ ਵਾਲਿਆਂ ਨੇ ਆਪਣੇ ਕਾਗਜ਼ ਸਾਹਮਣੇ ਰੱਖੇ, ਨਾ ਕਦੀ ਪੰਜਾਬ ਸਰਕਾਰ ਵਾਲਿਆਂ ਨੇ ਕਾਗਜ਼ ਸਾਹਮਣੇ ਰੱਖੇ। ਹੁਣ ਜੇ ਤਾਂ ਫੂਡ ਪ੍ਰੋਸੈਸਿੰਗ ਮਹਿਕਮੇ ਦੀ ਮੰਤਰੀ ਬੀਬੀ ਬਾਦਲ ਨੇ ਉਦਮ ਨਹੀਂ ਕੀਤਾ, ਉਹ ਆਪਣੇ ਕਾਗਜ਼ ਪੱਤਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦੇਣ ਕਿ ਭਾਈ ਮੈਂ ਆਹ ਪਲਾਂਟ ਲਾਉਣੇ ਸੀ, ਪੰਜਾਬ ਸਰਕਾਰ ਨੇ ਉਦਮ ਨਹੀਂ ਕੀਤਾ। ਪੰਜਾਬ ਸਰਕਾਰ ਵਾਲੇ ਆਪਣੇ ਕਾਗਜ਼ ਪੱਤਰ ਮੂਹਰੇ ਰੱਖ ਦੇਣ ਕਿ ਭਾਈ ਅਸੀਂ ਤਾਂ ਤਿਆਰੀ ਕਰਕੇ ਬੈਠੇ ਸੀ ਕਿ ਲੁਧਿਆਣੇ ਆ ਚੱਲਣਾ, ਅੰਮ੍ਰਿਤਸਰ ਆ ਚੱਲਣਾ, ਪਠਾਨਕੋਟ ਆ ਚੱਲਣਾ, ਬਠਿੰਡੇ ਆ ਚੱਲਣਾ, ਪਟਿਆਲੇ ਆ। ਕੇਂਦਰ ਦੀ ਸਰਕਾਰ ਨੇ ਬਾਹ ਨਹੀਂ ਫੜਾਈ ਕਿਉਂਕਿ ਸਾਡੀ ਦੂਜੀ ਪਾਰਟੀ ਦੀ ਸਰਕਾਰ ਸੀ। ਪਰ ਇਹ ਲੋਕਾਂ ਦੇ ਸਾਹਮਣੇ ਬਿਆਨ ਦਿੰਦੇ ਆ, ਪ੍ਰੈਸ ਵਾਲੇ ਲੀਡਰ ਬਣ ਜਾਂਦੇ ਆ, ਕਾਗਜ਼ਾਤ ਵਾਲੇ ਲੀਡਰ ਕਾਨੂੰਨ ਵਾਲੇ ਲੀਡਰ ਨਹੀਂ ਬਣਦੇ। ਬਾਠ ਸਾਹਿਬ, ਕਈ ਵਾਰੀ ਨਾ ਇੱਕੋ ਹੀ ਗੱਲ ਜਦ ਆਪਾਂ ਵਾਰ-ਵਾਰ ਕਹਿੰਦੇ ਆਂ, ਕਈ ਵਾਰੀ ਉਹਦੇ ਵਿੱਚੋਂ ਬਹੁਤ ਗਿਣਤੀ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹ ਸੱਚੇ ਹੋਣੇ ਆ। ਹੁਣ ਆਪਾਂ ਦੇਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਰ ਮੁੱਖ ਮੰਤਰੀਆਂ ਸਮੇਤ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਹੈ, ਬਾਕੀ ਗੱਲਾਂ ਤਾਂ ਉੱਥੇ ਹੋਈਆਂ ਹੀ ਨੇ ਜੀ। ਉਸ ਮੁਲਾਕਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੰਡ ਫੇਰ ਮੰਗ ਲਿਆ ਕਿ ਸਾਡੇ ਹਿੱਸੇ ਦੀ ਬਣਦੀ ਛੋਟੀ ਜੀ ਰਕਮ ਹੈ ਜਿਹੜੀ ਰਹਿੰਦੀ ਆ ਉਹ ਦੇ ਦਿਓ। ਪਰ ਬੀਬਾ ਬਾਦਲ ਨੇ ਅੱਜ ਫੇਰ ਕਿਹਾ, ਕਹਿੰਦੇ 638 ਕਰੋੜ ਰੁਪਈਆ ਅਸੀਂ ਪੰਜਾਬ ਨੂੰ ਦੇ ਚੁੱਕੇ ਹਾਂ। ਉਹ ਇਸ ਵਿੱਤੀ ਘਾਟੇ ਦੇ ਕਾਰਨ ਦਿੱਤਾ। ਉਹ ਕਹਿੰਦੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦੇ ਦਿਓ, ਉਹਦੇ ਤੇ ਨਾ ਤੁਸੀਂ ਕੁੰਡਲੀ ਮਾਰ ਕੇ ਨਾ ਬੈਠੋ ਜੀ। ਤੁਸੀਂ ਹੋਰ ਮੰਗ ਕਰੀ ਜਾਂਦੇ ਹੋ, ਜਿਹੜਾ ਤੁਹਾਨੂੰ ਪਹਿਲਾਂ 638 ਕਰੋੜ ਰੁਪਈਆ ਦੇਤਾ ਉਹ ਤੁਸੀਂ ਵੰਡਤਾ, ਲੋੜਵੰਦਾਂ ਦੇ ਵਿੱਚ ਤੁਸੀਂ ਉਹਦੀ ਡਿਸਟ੍ਰੀਬਿਊਸ਼ਨ ਕਰ ਦਿੱਤੀ। ਹੁਣ ਜਦੋਂ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਹੋ, ਭਾਵੇਂ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ, ਜਿਹੜੇ ਥੋੜਾ ਜਿਹਾ ਝੁਕਾਅ ਉਧਰ ਰੱਖਦੇ ਉਹਨੂੰ ਲੱਗਦਾ ਕਿ ਕੈਪਟਨ ਸਹੀ ਬੋਲ ਰਿਹਾ, ਜਿਹੜੇ ਦੂਸਰੇ ਪਾਸੇ ਥੋੜਾ ਝੁਕਾਅ ਰੱਖਦੇ ਉਹ ਕਹਿੰਦੇ ਕੋਈ ਤਾਂ ਗੱਲ ਹੋਣੀ ਹੈ। ਬੀਬੀ ਬਾਦਲ ਵਾਰ-ਵਾਰ ਇਹੋ ਹੀ ਗੱਲ ਆਖ ਰਹੀ ਹੈ। ਮੈਂ ਇੱਥੇ ਨਵਾਂ ਆਇਆ ਸੀ, ਇੱਕ ਰੇਡੀਓ ਸੁਣਿਆ ਕਰਨਾ, ਉਹਦੇ ਤੇ ਨਾ ਇੱਕ ਵਿਅਕਤੀ ਸੀ, ਉਦੋਂ ਗੱਲ ਚੱਲ ਪਈ ਇੱਥੇ ਦੀਆਂ ਚੋਣਾਂ ਸੀ, ਚੋਣਾਂ ਦੇ ਦਰਮਿਆਨ ਗੱਲ ਚੱਲ ਪਈ ਕਿ ਭਾਈ ਲਿਬਰਲ ਪਾਰਟੀ ਨੂੰ ਵੋਟਾਂ ਪਾਈਆਂ ਜਾਣ ਜਾਂ ਕੰਜ਼ਰਵੇਟਿਵ ਪਾਰਟੀ ਨੂੰ ਵੋਟਾਂ ਪਾਈਆਂ ਜਾਣ। ਲੋਕਾਂ ਵਾਸਤੇ ਉਹ ਆਪਣੇ ਆਪ ਇੱਕ ਦੁਚਿੱਤੀ ਸੀ ਜੀ। ਉਹ ਵਿਅਕਤੀ ਚਾਹੁੰਦਾ ਸੀ ਕਿ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਈ ਜਾਣ। ਉਹ ਕਹੀ ਜਾਵੇ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਮੋੜਿਆ ਸੀ ਨਾ, ਇਹ ਲਿਬਰਲ ਪਾਰਟੀ ਨੇ ਮੋੜਿਆ ਸੀ, ਇਹ ਕੰਜ਼ਰਵੇਟਿਵ ਨੇ ਨਹੀਂ ਮੋੜਿਆ। ਲੋਕ ਕਾਲਰ ਨੂੰ ਫੋਨ ਕਰਨ ਕਿ ਨਹੀਂ, ਉਹ ਕਹਿੰਦਾ ਮੇਰੇ ਕੋਲੇ ਆ ਫਾਈਲਾਂ ਪਈਆਂ ਨੇ, ਆ ਕੇ ਦੇਖ ਲਓ। ਹੁਣ ਜਿਹੜੇ ਬੰਦੇ ਸੁਣਦੇ ਨੇ ਉਹ ਦਾਵਾ ਠੋਕੀ ਜਾ ਰਿਹਾ ਵੀ ਮੇਰੇ ਸਾਹਮਣੇ ਫਾਈਲ ਪਈ ਆ ਕੇ ਚੈੱਕ ਕਰੋ। ਹੁਣ ਅਸੀਂ ਸੁਣਦੇ ਰਹੇ, ਕਈਆਂ ਸਾਲਾਂ ਬਾਅਦ ਉਹਦੇ ਨਾਲ ਥੋੜੀ ਨੇੜਤਾ ਹੋਈ। ਅਸੀਂ ਗੱਲਬਾਤ ਮੇਰੇ ਦਿਮਾਗ 'ਚੋਂ ਵਾਰ-ਵਾਰ ਖਟਕ ਰਹੀ ਸੀ ਕਿ ਉਹ ਤਾਂ ਅਸੀਂ ਜਦੋਂ ਗੂਗਲ ਤੇ ਵੀ ਸਰਚ ਮਾਰਦੇ ਸੀ ਪਤਾ ਲੱਗਦਾ ਸੀ ਕਿਹੜੀ ਪਾਰਟੀ ਦੀ ਸਰਕਾਰ ਸੀ, ਕਿਹਨਾਂ ਨੇ ਕਾਮਾਗਾਟਾ ਮਾਰੂ ਮੋੜਿਆ। ਉਹ ਕਹਿੰਦਾ ਗੱਲ ਸੁਣੋ, ਤੁਹਾਡੇ ਤੇ ਅਸਰ ਹੋਇਆ ਨਾ। ਜੇ ਮੈਨੂੰ ਉਸ ਵਕਤ ਲੱਖ ਬੰਦਾ ਸੁਣਦਾ ਉਹ ਘੱਟੋ ਘੱਟ 50-60 ਹਜ਼ਾਰ ਤਾਂ ਮੰਨ ਗਏ ਹੋਣੇ। ਉਹ ਦਾਵਾ ਕਰ ਰਿਹਾ, ਮੇਰੇ ਸਾਹਮਣੇ ਪੇਪਰ ਪਏ ਨੇ, ਵੋਟਾਂ ਪੈ ਗਈਆਂ। ਕਹਿੰਦੇ ਵੋਟਾਂ ਤੋਂ ਅਗਲੇ ਦਿਨ ਮੈਂ ਵੀ ਕਹਿਤਾ ਕਿ ਨਹੀਂ ਭਾਈ ਉਹਦੀ ਇਹ ਮੇਰੇ ਖਿਆਲ ਦੇ ਵਿੱਚ ਮੇਰੀ ਗਲਤੀ ਸੀ, ਮੈਂ ਉੱਥੇ ਗਲਤ ਪੜ ਗਿਆ। ਹੁਣ ਦੇਖੋ ਇਸੇ ਤਰੀਕੇ ਇਹ ਲੋਕ ਲੀਡਰ ਕਰਦੇ ਆ। ਹੁਣ ਵਾਰ-ਵਾਰ ਇੱਕੋ ਹੀ ਗੱਲ ਦਾ ਦੁਹਰਾ ਕਰੀ ਜਾਣਾ, ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਹੈ ਕਿ ਜਾਂ ਤਾਂ ਭਾਈ ਮੁੱਖ ਮੰਤਰੀ ਸੱਚ ਬੋਲੀ ਜਾਂਦਾ ਜਾਂ ਬੀਬਾ ਬਾਦਲ ਸੱਚ ਬੋਲਦੀ ਹੈ। ਅਸਲ ਦੇ ਵਿੱਚ ਨੁਕਸਾਨ ਜਿਹੜਾ ਹੋ ਰਿਹਾ ਹੈ ਉਹ ਲੋਕਾਂ ਦਾ ਹੋ ਰਿਹਾ। ਬੈਨੀਪਾਲ ਸਾਹਿਬ, ਆਪਾਂ ਗੱਲ ਇੱਥੇ ਇੱਕ ਨਿਬੇੜੀ ਹੈ ਕਿ ਮੋਦੀ ਸਾਹਿਬ ਨੇ ਖੋਲ੍ਹ ਦਿੱਤਾ ਖਜ਼ਾਨੇ ਵਾਲਾ ਮੂੰਹ। ਬਿਲਕੁਲ। ਬੀਬੀ ਨਿਰਮਲਾ ਸੀਤਾਰਮਣ ਨੇ ਹੁਣ ਉਹ ਦੱਸਣਾ ਹੈ ਕਿ ਉਹਦੇ ਵਿੱਚੋਂ ਐਦਾਂ ਭਰ ਕੇ ਮੁੱਠੀ ਤੱਕ ਇਹਨੂੰ ਕਿੰਨਾ ਕੁਝ ਦੇਣਾ। ਉਹ 2-4 ਦਿਨਾਂ ਦੇ ਵਿੱਚ ਪਤਾ ਲੱਗ ਜੂ। ਮੈਨੂੰ ਇਹ ਵੀ ਲੱਗਦਾ ਕਿ ਇੱਕ ਸੰਬੋਧਨ ਦੇ ਵਿੱਚ ਨਹੀਂ, 2-3-4 ਪੜਾਵਾਂ ਦੇ ਵਿੱਚ ਉਹ ਐਲਾਨ ਕਰਨਗੇ। ਚਲੋ ਕੋਈ ਨਹੀਂ, ਹੁਣ ਉਹ ਖਜ਼ਾਨੇ ਦਾ ਮੂੰਹ ਖੁੱਲ੍ਹਾ ਤੇ ਇੱਧਰ ਪੰਜਾਬ ਵਾਲੇ ਪਾਸੇ ਕਿਉਂਕਿ ਸਾਡਾ ਪੀਪਾ ਖੜਕਦਾ ਖਾਲੀ। ਇਹ ਵਿਰੋਧੀ ਧਿਰ ਨੂੰ ਵੀ ਪਤਾ। ਪੀਪਾ ਨਾ ਕਹੋ ਜੀ, ਖਜ਼ਾਨਾ ਹੀ ਕਹੋ। ਖਜ਼ਾਨਾ ਹੀ ਕਹਿੰਦੇ ਆ ਜੀ, ਖਜ਼ਾਨਾ ਹੀ ਚੰਗਾ ਨਹੀਂ ਲੱਗਦਾ ਨਾ। ਚਲੋ ਹੁਣ ਉਹਦੇ ਤੋਂ ਬਾਅਦ ਸੋਸ਼ਲ ਡਿਸਟੈਂਸ ਦਾ ਸਾਡੇ ਲੀਡਰ ਰੱਖਣ ਖਿਆਲ ਇਸ ਕਰਕੇ ਇੱਕ ਬੱਸ ਕਰਨ ਕਿਰਾਏ ਤੇ, ਕਿਉਂਕਿ ਪਾਸ ਇਹਨਾਂ ਸਾਰਿਆਂ ਕੋ ਹੈਗੀ ਆ ਨਾ, ਕੇਂਦਰ ਸਰਕਾਰ ਕੋਲੋਂ ਲੈ ਲੈਣ, ਪੰਜਾਬ ਸਰਕਾਰ ਨੇ ਇਧਰੋਂ ਨਹੀਂ ਰੋਕਣਾ, ਹਰਿਆਣੇ ਵਾਲਿਆਂ ਦੇ ਨਾਲ ਇਹਨਾਂ ਦੀ ਸਾਂਝ ਹੈਗੀ ਆ। ਉਸ ਬੱਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਬੱਸ ਨੂੰ ਚਲਾਉਣ, ਨਾਲ ਸੁਖਬੀਰ ਸਿੰਘ ਬਾਦਲ ਸਾਹਿਬ 1-2 ਸੀਟਾਂ ਛੱਡ ਕੇ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਬਹਿ ਜਾਣ, ਨਾਲ ਵਾਲੇ ਪਾਸੇ ਤੇ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ, MP ਉਹ ਵੀ ਬਹਿ ਜਾਣ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਹੈ ਉਹਨਾਂ ਨੂੰ ਵੀ ਬਿਠਾ ਲੈਣ, ਭਾਵੇਂ ਪਿਛਲੀ ਸੀਟ ਦੇ ਲੈਣ। ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਜਿਹੜੇ ਸ਼ਵੇਤ ਮਲਿਕ ਸਾਹਿਬ ਆ ਜਿਹੜੇ ਹੈਗੇ ਇਧਰ ਅੰਮ੍ਰਿਤਸਰ ਵਾਲੇ, ਉਹਨਾਂ ਨੂੰ ਲੈ ਜਾਣ। ਹੁਣ ਇਹਨਾਂ ਦੇ ਵਿੱਚੋਂ 3 ਬੰਦੇ ਤਾਂ ਸਾਡੇ ਕੋਲ MP ਹੈ, ਉਹ 3 ਪਾਰਟੀਆਂ ਦੇ ਪ੍ਰਧਾਨ ਨੇ। ਦੇਖੋ ਇਹ ਪੰਜਾਬ ਦੇ ਲਈ ਇੱਕ ਕਿਸਮਤ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਵੀ MP,
ਭਾਜਪਾ ਦਾ ਪ੍ਰਧਾਨ ਵੀ ਐਮਪੀ ਭਾਵੇਂ ਰਾਜ ਸਭਾ ਦਾ ਹੈ, ਤੇ ਉਧਰਲੇ ਪਾਸੇ ਵੀ ਜਿਹੜੇ ਐਮਪੀ ਬੰਦੇ ਜਿਹੜੇ ਕਈ ਹੈਗੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਐਮਪੀ, ਜੀ 3 ਬੰਦੇ ਤਾਂ ਹੁਣ ਐਮਪੀ ਹੋ ਗਏ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਇਹਦੇ ਨਾਲ ਕਾਮਰੇਡਾਂ ਦੀਆਂ 2-3 ਪਾਰਟੀਆਂ ਦੇ ਪ੍ਰਧਾਨ ਵੀ ਬਿਠਾ ਲਓ, ਹੋਰ ਵੀ ਜਿਹਦਾ ਪ੍ਰਧਾਨ ਤੁਸੀਂ ਬਿਠਾਉਣਾ ਬਿਠਾ ਲਓ। ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਵੀ ਲੈ ਜਾਓ, ਕੋਈ ਗੱਲ ਨਹੀਂ, ਵਧੀਆ ਇੰਗਲਿਸ਼ ਦੇ ਵਿੱਚ ਗੱਲਬਾਤ ਕਰ ਲੈਂਦੇ ਆ, ਚੰਗੇ ਨੇ ਉਹ ਵੀ, ਕੈਪਟਨ ਸਾਹਿਬ ਇੰਗਲਿਸ਼ ਵਧੀਆ ਗੱਲ ਕਰ ਲੈਂਦੇ ਆ। ਹੁਣ ਇਹ ਸਾਰੇ ਬੰਦੇ ਜਾਣ, ਹੋਰ ਕੁਝ ਲੈ ਕੇ ਆਉਣਾ ਨਹੀਂ ਆਉਣਾ, ਤੁਸੀਂ ਇੱਕ ਰਜਿਸਟਰ ਸਾਂਝੇ ਤੌਰ ਤੇ ਲੈ ਕੇ ਜਾਓ, ਮਾਸਕ ਪਾ ਲਿਓ, ਦਸਤਾਨੇ ਗਲਵਜ਼ ਪਾ ਲਿਓ, ਪੰਜਾਬ ਦਾ ਇੱਕ ਹਿਸਾਬ ਕਰਿਓ ਕਿ ਭਾਈ ਜਿਹੜਾ ਕੁਝ ਲੈਣ ਦੇਣ ਵਾਲਾ ਲੈ ਆਓ, ਜਿਹੜਾ ਕੁਝ ਦੇਣ ਵਾਲਾ ਤੁਸੀਂ ਦਿਓ। ਇੱਕ ਵਾਰੀ ਹਿਸਾਬ ਕਿਤਾਬ ਹੋਇਆ ਹੋਊਗਾ ਨਾ, ਘੱਟੋ ਘੱਟ ਪੰਜਾਬ ਦੇ ਲੋਕ ਨਿੱਤ ਦੀਆਂ ਪ੍ਰੈਸ ਕਾਨਫਰੰਸਾਂ ਤੋਂ, ਨਿੱਤ ਦੇ ਤੁਹਾਡੇ ਦਾਅਵਿਆਂ ਤੋਂ, ਨਿੱਤ ਦੀਆਂ ਤੁਹਾਡੀਆਂ ਲੜਾਈਆਂ ਤੋਂ, ਨਿੱਤ ਦੇ ਤੁਹਾਡੇ ਦੋਸ਼ਾਂ ਤੋਂ ਬਾਅਦ ਸਾਨੂੰ ਪਤਾ ਲੱਗ ਜੂ ਕਿ ਸਾਡੇ ਪੱਲੇ ਕਿੰਨੇ ਕੁ ਛਿੱਲੜ ਆਉਂਦੇ ਆ, ਉਹਦੇ ਵਿੱਚੋਂ ਅਸੀਂ ਝੱਗਾ ਚੁੰਨੀ ਲੈਣਾ ਹੈ, ਉਹਦੇ ਵਿੱਚੋਂ ਕੋਈ ਬੂਟ ਲੈਣੇ ਆ, ਉਹਦੇ ਵਿੱਚੋਂ ਅਸੀਂ ਕੋਈ ਕਰਾਹ ਲੈਣਾ, ਕੋਈ ਹਲ ਲੈਣਾ, ਕੋਈ ਬੀਜ ਲੈਣਾ, ਜਾਂ ਕੁਝ ਵੀ ਨਹੀਂ ਲੈਣਾ। ਸਾਨੂੰ ਪਤਾ ਹੋਊਗਾ ਕਿ ਸਾਡੀ ਖੁਰਲੀ ਦੇ ਵਿੱਚ ਦਾਣੇ ਕਿੰਨੇ ਗਏ। ਬਾਠ ਸਾਹਿਬ ਤੁਹਾਡੀ ਸਕੀਮ ਮੇਰੇ ਦਿਲ ਨੂੰ ਲੱਗੀ ਹੈ, ਪਰ ਸਾਧਨ ਨਹੀਂ ਦਿਲ ਨੂੰ ਲੱਗਿਆ। ਕਿਉਂ? ਬੱਸ ਵਿੱਚ ਕਦੇ ਚੜੇ ਨਹੀਂ ਵਿਚਾਰੇ ਹੁਣ। ਨਹੀਂ, ਬੱਸਾਂ ਤਾਂ ਸਾਰਿਆਂ ਦੀਆਂ ਹੈਗੀਆਂ, ਬੱਸਾਂ ਸਾਰਿਆਂ ਦੀਆਂ ਹੈਗੀਆਂ, ਪਰ ਉਹ ਆਪਣੇ ਵਰਗਿਆਂ ਦੇ ਵਾਸਤੇ ਨੇ ਕਿ ਤੁਸੀਂ ਚੜੋ ਬੱਸਾਂ 'ਚ, ਸਾਧਨ ਬਦਲੋ। ਜਾਂ ਤਾਂ ਕੋਈ ਹੈਲੀਕਾਪਟਰ ਵੱਡਾ ਸਾਰਾ ਪ੍ਰਬੰਧ ਕਰੋ, ਜਾਂ ਕੋਈ ਚਾਰਟਰਡ ਜਹਾਜ਼ ਦਾ ਪ੍ਰਬੰਧ ਕਰੋ। ਇਹ ਤਾਂ ਜਦੋਂ ਹੜ੍ਹ ਵੀ ਆ ਜਾਂਦੇ ਨੇ ਜਾਂ ਵੈਸੇ ਵੀ ਕਿਤੇ ਜਾਣਾ ਹੁੰਦਾ, ਵਿਚਾਰੇ ਉੱਪਰ ਦੀ ਲੰਘਦੇ ਆ। ਇਹ ਜਿਹੜੇ ਕਹਿੰਦੇ ਨੇ ਹਵਾਈ ਦੌਰਾ ਕੀਤਾ ਜੀ, ਜ਼ਮੀਨੀ ਹਕੀਕਤ ਨਹੀਂ ਦੇਖਦੇ। ਹਵਾਈ ਦੌਰੇ ਰਾਹੀਂ ਤੁਹਾਨੂੰ ਪਤਾ ਲੱਗਿਆ ਹੁਣ ਉਹ ਖਾਨ ਫੜ ਲਈ ਸੀ ਕਿ ਇੱਥੇ ਭਾਈ ਰੇਤਾ ਨਵਾਂ ਸ਼ਹਿਰ ਦੇ ਕੋਲ ਜੀ। ਹੁਣ ਜਦੋਂ ਇਹਨਾਂ ਨੇ ਦੌਰੇ ਕਰਨੇ ਹੁੰਦੇ ਨੇ, ਭਾਵੇਂ ਬਾਦਲ ਕੇ ਨੇ ਜੀ, ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਸਾਧਨ ਲਾਓ ਬਦਲ, ਆ ਰਜਿਸਟਰ ਜਿਹੜੀ ਵਹੀ ਖਾਤਾ ਲਾਲ ਰੰਗ ਵਾਲਾ ਚਪੱਤਾ ਹੁੰਦਾ ਉਹ ਜ਼ਰੂਰ ਲੈ ਕੇ ਜਾਣ, ਉਹਦੇ ਤੇ ਕੱਲਾ ਹਿਸਾਬ ਲਿਖ ਕੇ ਲੈ ਕੇ ਜਾਣ ਕਿ ਕਿੱਥੇ ਕਿੱਥੇ ਅਸੀਂ ਪੈਸੇ ਪਾਇਆ, ਕਿੰਨੇ ਕਿੰਨੇ ਤੁਹਾਡੇ ਆਇਆ। ਨਾਲੇ ਕਈ ਵਾਰੀ ਆਪਾਂ ਨਾ ਜਦੋਂ ਆੜਤੀ ਤੋਂ ਕੋਈ ਸਮਾਨ ਸੌਦਾ ਲੈ ਕੇ ਆਈਦਾ ਪੈਸਾ ਧੇਲਾ ਜੀ, ਉਹਦੇ ਤੇ ਆਪਾਂ ਵੀ ਘਰ ਲਿਆ ਕੇ ਲਿਖੀ ਜਾਂਦੇ ਆ ਕਿ ਕਿਹੜੀ ਤਰੀਕ ਨੂੰ ਕਿੰਨੇ ਲਿਆਂਦੇ, ਕਿਹੜੀ ਤਰੀਕ ਨੂੰ ਕਿੰਨੇ ਲਿਆਂਦੇ। ਪਰ ਕਈ ਵਾਰੀ ਕੋਈ ਪਾੜਾ ਮੁੰਡਾ ਹੁੰਦਾ ਉਹੀ ਜਾਂਦਾ ਆੜਤੀ ਕੋਲ ਵੀ, ਬਾਪੂ ਨੇ ਕਿਹਾ ਸੀ ਥੋੜੇ ਜਿਹੇ ਮੈਨੂੰ ਪੈਸੇ ਦੇ, 5-7 ਵਾਰੀ ਵਿੱਚ ਹੀ ਮੂੰਹ ਉਹ ਵੀ ਮਾਰੇ ਆਉਂਦਾ। ਹੁਣ ਜਦੋਂ ਹਿਸਾਬ ਕਰਨ ਜਾਈਦਾ ਉਹ ਕਹਿੰਦਾ ਨਹੀਂ ਜੀ 1.5 ਲੱਖ ਤਾਂ ਤੁਹਾਡੇ ਹੋਰ ਗਿਆ ਹੋਇਆ। ਆਪਾਂ ਆਪਣੀ ਬਹੀ ਖਾਤਾ ਜਦ ਨਾਲ ਲੈ ਜਾਂਦੇ ਆ ਫਿਰ ਪਤਾ ਲੱਗਦਾ, ਕਈ ਵਾਰੀ ਚੋਰੀ ਛਪੋਰੀ ਉਹ ਚੜਾਉਂਦਾ ਨਹੀਂ। ਹੁਣ ਨਾਲੇ ਇਹ ਪਤਾ ਲੱਗ ਜੂ ਕਿ ਕੇਂਦਰ ਨੇ ਕਿੰਨੇ ਦੇਣੇ ਨੇ, ਪੰਜਾਬ ਦੇ ਕਿੰਨੇ ਨਿਕਲਦੇ ਨੇ, ਜਾਂ ਸਾਡਾ ਕੁਝ ਨਿਕਲਦਾ ਹੀ ਨਹੀਂ। ਪਰ ਤੁਹਾਡੀ ਸਕੀਮ ਵਧੀਆ, ਸਾਧਨ ਬਦਲੋ, ਨਹੀਂ ਇਹਨਾਂ ਨੇ ਬੱਸ 'ਚ ਚੜ੍ਹ ਕੇ ਜਾਣਾ ਨਹੀਂ, ਇਹ ਗੱਲ ਇੱਥੇ ਦੀ ਇੱਥੇ ਰਹਿ ਜਾਣੀ ਹੈ। ਫਿਰ ਇਦਾਂ ਨਾ ਇਕੱਠੇ ਜਾਣਗੇ, ਮੁੱਕਰ ਨਹੀਂ ਸਕਣਗੇ। ਅੱਜ ਤੱਕ ਕਿਹੜਾ ਕਦੇ ਸਾਡੇ ਲੀਡਰ ਮੁੱਕਰੇ? ਕਈ ਵਾਰੀ ਇਕੱਠੇ ਹੋ ਕੇ ਜਕਾਰਾ ਲਾ ਦਿੰਦੇ ਆ, ਕਈ ਐਲਾਨਨਾਮੇ ਹੋਏ, ਕਦੇ ਕੋਈ ਮੁੱਕਰਿਆ ਨਹੀਂ, ਮੁੱਕਰਦਾ। ਇਸ ਕਰਕੇ ਐਤਕੀ ਵੀ ਨਹੀਂ ਮੁੱਕਰਨਾ। ਹੁਣ ਬੈਨੀਪਾਲ ਸਾਹਿਬ ਇੱਕ ਚੰਗੀ ਖਬਰ ਜਿਹੜੀ ਚੰਗੀ ਖਬਰ ਲੋਕਾਂ ਦੇ ਪੱਖ ਤੋਂ, ਅਸੀਂ ਕਈ ਵਾਰੀ ਤੁਹਾਨੂੰ ਨਾ ਪੱਖੀ ਖਬਰਾਂ ਸੁਣਾਉਂਦੇ ਆ, ਕਈ ਵਾਰੀ ਤੁਹਾਡਾ ਦਿਲ ਟੁੱਟਦਾ ਹੋ, ਝਰੀਟਾਂ ਵੱਜਦੀਆਂ ਹੋਣਗੀਆਂ, ਬੰਦਾ ਨਿਰਾਸ਼ ਹੋ ਜਾਂਦਾ, ਪਰ ਨਹੀਂ। ਹੁਣ ਇੱਕ ਵਾਰੀ ਫਿਰ ਭਾਰਤ ਦੇ ਲੋਕਾਂ ਨੇ ਦਿਖਾਤਾ ਕਿ ਭਾਈ ਅਜੇ ਇਹਨਾਂ ਤਿਲਾਂ ਦੇ ਵਿੱਚ ਤੇਲ ਹੈਗਾ। ਭਾਰਤ ਦੇ ਲੋਕਾਂ ਨੇ ਫਿਰ ਵਿਖਾ ਦਿੱਤਾ ਕਿ ਅਜੇ ਸੱਚ ਦਾ ਦੀਵਾ ਜਿਹੜਾ ਉਹ ਜਗਦਾ, ਭਾਵੇਂ ਹਵਾਵਾਂ ਬਹੁਤ ਸਾਰੀਆਂ ਤੱਤੀਆਂ ਵਗ ਰਹੀਆਂ। ਮੁੰਬਈ ਦੇ ਵਿੱਚ ਸਭ ਤੋਂ ਵੱਧ ਮਜ਼ਦੂਰ ਬੈਨੀਪਾਲ ਸਾਹਿਬ ਫਸੇ ਹੋਏ ਨੇ ਜੀ, ਸਭ ਤੋਂ ਵੱਧ ਉੱਥੇ ਹੀ ਰੌਲਾ। ਜੇ ਬੈਂਡਰਾ ਸਟੇਸ਼ਨ ਦੇ ਉੱਤੇ, ਰੇਲਵੇ ਸਟੇਸ਼ਨ ਤੇ ਮਜ਼ਦੂਰ ਇਕੱਠੇ ਹੋਏ, ਉਹਨਾਂ ਦੇ ਲਾਠੀ ਫਿਰੀ, ਤਾਂ ਉੱਥੋਂ ਰੌਲਾ। ਜੇ ਸਭ ਤੋਂ ਵੱਧ ਮਜ਼ਦੂਰਾਂ ਦੀ ਮੌਤ ਹੋਈ ਤਾਂ ਮਹਾਰਾਸ਼ਟਰ ਤੋਂ ਹੋਰਨਾਂ ਪਾਸਿਆਂ ਨੂੰ ਜਾਂਦਿਆਂ ਹੋਈ। ਹੁਣ ਮੁੰਬਈ ਦੇ ਵਿੱਚੋਂ ਭਾਵੇਂ ਰੇਲ ਗੱਡੀਆਂ ਚੱਲ ਰਹੀਆਂ ਨੇ ਕਿ ਭਾਈ ਮਜ਼ਦੂਰਾਂ ਨੂੰ ਵੱਖ-ਵੱਖ ਥਾਵਾਂ ਤੇ ਢੋਣਾ, ਪਰ ਲੱਖਾਂ ਮਜ਼ਦੂਰ ਆ ਰੇਲ ਗੱਡੀਆਂ ਦੇ ਵਿੱਚ, ਤਾਂ 1500 ਨਹੀਂ, 1600 ਨਹੀਂ, 2000 ਬੰਦਾ ਜਾਂਦਾ ਹੋਊਗਾ। ਉਹਨਾਂ 'ਚ ਸਬਰ ਹੈ ਨਹੀਂ, ਰਾਸ਼ਨ ਹੈ ਨਹੀਂ। ਸਭ ਤੋਂ ਵੱਧ ਜੇ ਕਰੋਨਾ ਵਾਇਰਸ ਦੇ ਪੀੜਤ ਲੋਕ ਨੇ ਤਾਂ ਉਹ ਵੀ ਮਹਾਰਾਸ਼ਟਰ 'ਚ ਨੇ, ਮਹਾਰਾਸ਼ਟਰ ਦੇ ਮੁੰਬਈ 'ਚ ਨੇ ਜੀ। ਹੁਣ ਹੋਇਆ ਕੀ ਕਿ ਮੁੰਬਈ ਤੋਂ ਨਾਸਿਕ ਦੀ ਦੂਰੀ ਮੇਰੇ ਹਿਸਾਬ ਨਾਲ 80-90 ਕਿਲੋਮੀਟਰ ਹੋਣੀ ਹੈ। ਉਸ ਰਾਹ ਦੇ ਉੱਤੇ ਸਾਰੇ ਮਜ਼ਦੂਰ ਜਾ ਰਹੇ ਨੇ, ਜਿਹਨੇ ਮੱਧ ਪ੍ਰਦੇਸ਼ ਜਾਣਾ ਹੈ, ਜਿਹਨੇ ਰਾਜਸਥਾਨ ਜਾਣਾ, ਜਾਣੀ ਕਿ ਉਹ ਮੁੱਖ ਸੜਕਾਂ ਉਧਰ ਦੀ ਨਿਕਲਦੇ ਆ, ਸੜਕ ਉਸ ਦਾ ਪਤਾ। ਹੁਣ ਉੱਥੇ ਹੋਇਆ ਕਿ ਆਮ ਤੌਰ ਦੇ ਉੱਤੇ ਹੁੰਦਾ ਕਿ ਭਾਈ ਉਹ ਭੁੱਖੇ ਮਰਦੇ ਆ, ਸਾਰਾ ਕੁਝ ਨਹੀਂ ਹੁੰਦਾ। ਪਰ ਪਹਿਲੀ ਵਾਰੀ ਏਕਤਾ ਦੀ ਮਿਸਾਲ ਜਿਹੜੀ ਆ ਭਾਰਤ ਦੇ ਲੋਕਾਂ ਨੇ ਕਾਇਮ ਕੀਤੀ ਕਿ ਭਾਈ ਅਸੀਂ ਅਜੇ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਸਮਝਦੇ ਹਾਂ, ਬਾਕੀ ਸਾਡੇ ਲਈ ਧਰਮ ਜਿਹੜੇ ਸਾਰਿਆਂ ਤੋਂ ਪਿੱਛੇ ਨੇ। ਇਸ ਵੇਲੇ ਜਦੋਂ ਮਾਵਾਂ ਪੁੱਤ ਨਹੀਂ ਕਈ ਪਾਸੇ ਸੰਭਾਲ ਰਹੀਆਂ, ਜਦੋਂ ਸਾਰਿਆਂ ਨੂੰ ਲੱਗਦਾ ਕਿ ਭਾਈ ਜੋ ਕੁਝ ਹੈਗਾ ਬਚਾ ਕੇ ਰੱਖ ਲਈਏ, ਰੋਜ਼ ਹਜ਼ਾਰਾਂ ਮਜ਼ਦੂਰ ਜਿਹੜੇ ਮੁੰਬਈ ਤੋਂ ਨਾਸਿਕ ਲਈ ਨਿਕਲਦੇ ਆ। ਕਿਸੇ ਕੋ ਬੱਚੇ ਨੇ, ਕਿਸੇ ਦੇ ਨਾਲ ਬਜ਼ੁਰਗ ਨੇ, ਕੋਈ ਬਿਮਾਰ ਹੈ, ਕੋਈ ਤੁਰ ਕੇ ਹੈ, ਕੋਈ ਸਾਈਕਲ ਤੇ ਹੈ। ਉਹ ਇੱਕ ਦਿਨ ਦੇ ਵਿੱਚ ਪੈਂਡਾ ਨਹੀਂ ਤੈਅ ਹੁੰਦਾ, ਉਹਨੂੰ 2 ਦਿਨ ਵੀ ਲੱਗਦੇ ਆ, 3 ਦਿਨ ਵੀ ਲੱਗਦੇ ਆ। ਨਾ ਨਹਾਉਣ ਧੋਣ ਦੀ ਵਿਵਸਥਾ, ਨਾ ਖਾਣ ਪੀਣ ਦੀ। ਹੁਣ ਜਦੋਂ ਉਹ ਸਭ ਤੋਂ ਪਹਿਲਾਂ ਚੱਲਦੇ ਆ ਤਾਂ ਪਹਿਲਾ ਲੰਗਰ ਬੈਨੀਪਾਲ ਸਾਹਿਬ ਪਤਾ ਕਿਹਨਾਂ ਨੇ ਲਾਇਆ ਜੀ? ਉਹ ਲਾਇਆ ਸਿੱਖ ਭਾਈਚਾਰੇ ਨੇ ਕਿ ਭਾਈ ਇੱਥੋਂ ਫੁਲਕਾ ਛਕੋ, ਜਿੱਦਾਂ ਦਾ ਵੀ ਪ੍ਰਬੰਧ ਹੁੰਦਾ। ਉਹਦੇ ਤੋਂ ਅੱਗੇ 20-25 ਕਿਲੋਮੀਟਰ ਜਾਂਦੇ ਆ ਤੇ ਦੂਸਰਾ ਲੰਗਰ ਉਸ ਭਾਈਚਾਰੇ ਨੇ ਲਾਇਆ ਜਿਨ੍ਹਾਂ ਨੇ ਆਪ ਰੋਜ਼ੇ ਰੱਖੇ ਆ, ਮੁਸਲਮਾਨ ਭਾਈਚਾਰੇ ਨੇ ਜੀ, ਕਿ ਭਾਈ ਅਸੀਂ ਰੋਟੀ ਖਾਣੀ ਹੈ ਕਿ ਨਹੀਂ ਖਾਣੀ, ਅਸੀਂ ਆਪਣੇ ਧਰਮ ਦੇ ਮੁਤਾਬਕ, ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਆਪ ਵੇਖਾਂਗੇ, ਪਰ ਤੁਹਾਨੂੰ ਭੁੱਖੇ ਨਹੀਂ ਜਾਣ ਦੇਣਾ। ਉਹਦੇ ਤੋਂ ਬਾਅਦ ਤੀਸਰੇ ਥਾਂ ਦੇ ਉੱਤੇ ਹਿੰਦੂ ਭਾਈਚਾਰੇ ਦੇ ਨੌਜਵਾਨ ਆਟੋ
ਪੈਕਟਾਂ ਨਾਲ ਲੱਦੇ ਹੋਏ ਨੇ ਕਿ ਭਾਈ ਆਹ ਸਾਡਾ ਖਾਣ ਪੀਣ ਦਾ ਸਮਾਨ ਹੈ, ਇੱਥੇ ਬੈਠ ਕੇ ਖਾਣਾ ਨਹੀਂ ਖਾਣਾ, ਆ ਪੈਕਟ ਫੜੋ ਝੋਲੇ 'ਚ ਪਾਓ ਜੀ, ਜਿੱਥੇ ਜਾ ਕੇ ਤੁਹਾਨੂੰ ਭੁੱਖ ਲੱਗੀ ਉੱਥੋਂ ਖਾਓ। 20-25 ਕਿਲੋਮੀਟਰ ਦੂਰ ਹੋਰ ਜਾਂਦੇ ਆ ਨਾਸਿਕ ਦੇ ਨੇੜੇ ਸਿੱਖ ਭਾਈਚਾਰੇ ਨੇ ਲੰਗਰ ਖੋਰ ਲਾਇਆ, ਜਾਣੀ ਕਿ ਘੱਟੋ ਘੱਟ 80 ਕਿਲੋਮੀਟਰਾਂ ਦੇ ਵਿੱਚ 4 ਥਾਵਾਂ ਦੇ ਉੱਤੇ ਉਹਨਾਂ ਮਜ਼ਦੂਰਾਂ ਨੂੰ ਲੰਗਰ ਮਿਲਦਾ ਹੈ ਜਿਨ੍ਹਾਂ ਮਜ਼ਦੂਰਾਂ ਦਾ ਨਾ ਧਰਮ ਵੇਖਿਆ ਜਾਂਦਾ ਹੈ, ਨਾ ਜਾਤ ਵੇਖੀ ਜਾਂਦੀ ਹੈ, ਨਾ ਰੰਗ ਵੇਖਿਆ ਜਾਂਦਾ ਹੈ, ਨਾ ਇਹ ਵੇਖਿਆ ਜਾਂਦਾ ਕਿ ਭਾਈ ਉਹ ਕਿਹੜੇ ਵਰਗ ਦਾ ਹੈ, ਅਮੀਰ ਆ ਗਰੀਬ ਹੈ ਕਿ ਕਿੱਦਾਂ ਦਾ। ਹੁਣ ਜਦੋਂ 80 ਕਿਲੋਮੀਟਰਾਂ ਦੇ ਵਿੱਚ ਸਾਨੂੰ 3 ਧਰਮਾਂ ਦੇ ਲੋਕ ਆਮ ਕਮਜ਼ੋਰ ਲੋਕਾਂ ਦੇ ਲਈ ਲੰਗਰ ਲਾਉਂਦੇ ਮਿਲਦੇ ਆ, ਇਹਦਾ ਮਤਲਬ ਹੈ ਕਿ ਸਾਡੇ ਲੀਡਰਾਂ ਨੇ ਹੋਰ ਕੁਝ ਸਿੱਖਣਾ ਕਿ ਨਹੀਂ ਸਿੱਖਣਾ ਸਾਨੂੰ ਨਹੀਂ ਪਤਾ, ਪਰ ਘੱਟੋ ਘੱਟ ਭਾਈਚਾਰਕ ਸਾਂਝ ਸਿੱਖ ਲੈਣ, ਇਹਨਾਂ ਤੋਂ ਇਨਸਾਨੀਅਤ ਦੀ ਮਹਿਕ ਕਿੱਦਾਂ ਦੀ ਹੁੰਦੀ ਹੈ ਇਹ ਸਿੱਖ ਲੈਣ। ਜਦੋਂ ਤੱਕ ਇਦਾਂ ਦੇ ਲੋਕ ਸਾਡੇ ਭਾਰਤ ਮਹਾਨ ਦੇ ਵਿੱਚ ਹੈਗੇ ਆ ਉਦੋਂ ਤੱਕ ਮਾੜੀ ਮੋਟੀ ਆਸ ਜਿਹੜੀ ਹੈ, ਉਮੀਦ ਜਿਹੜੀ ਹੈ ਉਹ ਬਾਕੀ ਰਹਿਣੀ ਹੈ। ਅਰਦਾਸ ਕਰੀਏ ਕਿ ਇਹਨਾਂ ਲੋਕਾਂ ਦੀ ਗਿਣਤੀ ਵਧੇ। ਬਾਠ ਸਾਹਿਬ, ਲੀਡਰਾਂ ਨੇ ਸਿੱਖਣਾ ਹੁੰਦਾ ਨਾ ਬਹੁਤ ਲੰਬੇ ਅਰਸੇ ਤੋਂ ਸਿੱਖ ਲੈਂਦੇ। ਲੀਡਰ ਸਿੱਖਣਾ ਨਹੀਂ ਚਾਹੁੰਦੇ, ਲੀਡਰ ਸਾਨੂੰ ਸਿਖਾਉਣਾ ਚਾਹੁੰਦੇ। ਤੁਸੀਂ ਭਾਵੇਂ ਦਿੱਲੀ ਦੀ ਗੱਲ ਕਰੀਏ, ਕਾਨਪੁਰ ਦੀ ਗੱਲ ਕਰੀਏ, ਗੁਜਰਾਤ ਦੀ ਗੱਲ ਕਰੀਏ, ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੀ ਗੱਲ ਕਰੀਏ ਜਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ, ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੇ ਜੇਕਰ ਉੱਤੇ ਨਜ਼ਰ ਮਾਰੀਏ ਨਾ, ਬਹੁਤ ਸਾਰੀਆਂ ਥਾਵਾਂ 'ਤੇ ਜਾਂ ਦੰਗੇ ਹੋਏ ਨੇ, ਫਸਾਦ ਹੋਏ ਨੇ, ਫਿਰਕੂ ਹੋਏ ਨੇ, ਕਸਰਾਂ ਉਹਨਾਂ ਨੇ ਕੋਈ ਨਹੀਂ ਛੱਡੀਆਂ ਕਿ ਕਰਨਾ ਅਸੀਂ ਕੀ ਹੈ। ਪਰ ਬਾਰੇ ਬਲਿਹਾਰੇ ਜਾਈਏ ਸਾਡੇ ਇਹਨਾਂ ਦਰਸ਼ਕਾਂ ਦੇ ਤੇ ਇਹਨਾਂ ਭਾਈਚਾਰਿਆਂ ਦੇ ਜਿਨ੍ਹਾਂ ਨੇ ਜਿਹੜੀ ਇਹ ਸਾਂਝ ਬਰਕਰਾਰ ਰੱਖੀ ਹੈ। ਸਾਡੇ ਤਾਂ ਧਰਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੇ ਤਾਂ ਦਰਵਾਜ਼ੇ ਹਰ ਥਾਂ ਤੇ 4 ਰੱਖੇ ਹੋਏ ਨੇ ਜੀ, ਕਿ ਨਾ ਕੋਈ ਬੈਰੀ ਨਾ ਹੀ ਬੇਗਾਨਾ। ਸੋ ਸਾਡੇ ਵਾਸਤੇ ਤਾਂ ਹਰ ਇੱਕ ਵਿਅਕਤੀ ਵਾਸਤੇ ਉਹੀ ਸਤਿਕਾਰ ਹੈ। ਪਰ ਕੁਝ ਇੱਕ ਲੋਕਾਂ ਨੇ ਸੋਚਾਂ ਸੌੜੀਆਂ ਜ਼ਰੂਰ ਕਰ ਲਈਆਂ। ਉਹ ਪਹਿਲਾਂ ਦੇਖਦੇ ਆ ਕਿ ਬੰਦਾ ਕਿਹੜੇ ਧਰਮ ਦਾ ਹੈ, ਕਿਹੜੇ ਰੰਗ ਦਾ ਹੈ, ਕਿਹੜੀ ਜਾਤ ਦਾ ਹੈ, ਕਿਹੜੀ ਨਸਲ ਦਾ ਹੈ, ਉਹਦੇ ਤੋਂ ਬਾਅਦ ਉਹਨਾਂ ਨੂੰ ਕੋਈ ਰੋਟੀ, ਉਹਨਾਂ ਨੂੰ ਕੋਈ ਲੰਗਰ ਦਿੱਤਾ ਜਾਂਦਾ। ਪਰ ਸਾਰੀਆਂ ਥਾਵਾਂ ਤੇ ਨਹੀਂ, 99% ਲੋਕ ਹਾਲੇ ਵੀ ਉਹ ਨੇ ਜਿਹੜੇ ਲਗਭਗ ਹਰ ਵਰਗ ਦਾ ਸਤਿਕਾਰ ਕਰਦੇ ਆ। ਪਰ ਜਿਹੜੀ ਗੱਲ ਤੁਸੀਂ ਕੀਤੀ ਮਜ਼ਦੂਰਾਂ ਦੀ, ਹੁਣ 80 ਕਿਲੋਮੀਟਰ 'ਚ ਤਾਂ ਉਹਨਾਂ ਨੂੰ ਮਿਲ ਗਿਆ ਲੰਗਰ ਜੀ। ਹੁਣ ਬਹੁਤ ਸਾਰੇ ਮਜ਼ਦੂਰ ਨੇ ਜਿਨ੍ਹਾਂ ਨੇ 800 ਕਿਲੋਮੀਟਰ, 1000 ਕਿਲੋਮੀਟਰ ਦਾ ਇਹ ਤੋਂ ਵੀ ਵੱਧ ਦਾ ਪੈਂਡਾ ਤੈਅ ਕਰਨਾ। ਉਹਨਾਂ ਵਾਸਤੇ ਜੇਕਰ ਉਹ 80 ਕਿਲੋਮੀਟਰਾਂ ਤੋਂ ਬਾਅਦ ਜਿਹੜਾ ਬਾਕੀ ਦਾ ਸਫ਼ਰ ਰਹਿੰਦਾ ਉਹ ਉਹਨਾਂ ਨੂੰ ਇਹ ਪਤਾ ਕਿ ਫਿਰ ਉਹਨਾਂ ਨੇ ਪੂਰਾ ਕਿਵੇਂ ਕਰਨਾ। ਕੱਲ੍ਹ ਇੱਕ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ, ਅੱਜ ਉਸੇ ਤਰ੍ਹਾਂ ਦੀ ਇੱਕ ਖਬਰ ਹੋਰ ਆਈ ਹੈ। ਇਹ ਐਮਪੀ ਦੇ ਵਿੱਚੋਂ ਆਈ ਹੈ। ਐਮਪੀ ਦੇ ਵਿੱਚ ਇੱਕ ਹਸਬੈਂਡ ਵਾਈਫ ਦੋਵੇਂ, ਉਹ ਵੀ ਮੁੰਬਈ ਕੰਮ ਕਰਦੇ ਸੀ। ਮਾਰਚ ਮਹੀਨੇ ਦਾ ਕੰਮ ਟੁੱਟਿਆ ਹੋਇਆ। ਉਹਨਾਂ ਨੇ ਦੇਖਿਆ ਕਿ ਹੁਣ ਕਰੀਏ ਤਾਂ ਕੀ ਕਰੀਏ, ਆਖਰਕਾਰ ਅੱਕ ਕੇ ਤੁਰ ਪਏ। ਰਸਤੇ ਦੇ ਵਿੱਚ ਉਹਨਾਂ ਨੂੰ ਚੰਗੀ ਕਿਸਮਤ ਦੇ ਨਾਲ ਇੱਕ ਟਰੱਕ ਮਿਲ ਗਿਆ। ਪਰ ਹੁਣ ਇਹ ਔਰਤ ਇਹ ਵੀ ਗਰਭਵਤੀ ਸੀ। ਜਦ ਟਰੱਕ ਦੇ ਵਿੱਚ ਜੰਮਣ ਪੀੜਾਂ ਸ਼ੁਰੂ ਹੋਈਆਂ, ਉਹਨਾਂ ਨੇ ਕੁੰਡਾ ਕੰਡਾ ਖੜਕਾਇਆ, ਲਗਾਤਾਰ ਉਹਨੂੰ ਦੱਸਿਆ ਕਿ ਭਾਈ ਟਰੱਕ ਰੋਕੋ। ਟਰੱਕ ਰੋਕ ਕੇ ਸੜਕ ਦੇ ਇੱਕ ਕਿਨਾਰੇ ਤੇ ਇਸ ਔਰਤ ਨੇ ਵੀ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਉਹਦੇ ਤੋਂ ਬਾਅਦ ਫਿਰ ਟਰੱਕ ਵਾਲੇ ਨੇ ਇੰਨੀ ਕੁ ਗੱਲ ਚੰਗੀ ਕੀਤੀ ਕਿ ਉਹਨੇ ਪ੍ਰਸ਼ਾਸਨ ਨੂੰ ਫੋਨ ਕੀਤਾ। ਪਰ ਜਦ ਤੱਕ ਉੱਥੇ ਐਂਬੂਲੈਂਸ ਵਾਲੇ ਆਏ, ਕਿਉਂਕਿ ਉਸ ਔਰਤ ਨੂੰ ਤਾਂ ਕੋਈ ਐਂਬੂਲੈਂਸ ਨਹੀਂ ਨਾ ਮਿਲੀ, ਆਪਣੇ ਆਂਦਰਾਂ ਦੇ ਟੁਕੜੇ ਨੂੰ, ਆਂਦਰਾਂ ਦੀ ਅੱਗ ਨੂੰ ਚੁੱਕ ਕੇ ਲਿਜਾਣਾ ਪਿਆ ਸੀ। ਇੱਥੇ ਐਂਬੂਲੈਂਸ ਆ ਗਈ, ਪਰ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਜਦ ਤੱਕ ਅਸੀਂ ਪਹੁੰਚੇ, ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਸੜਕ ਦੇ ਕਿਨਾਰੇ ਬੈਠੇ ਸੀ। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਤਰਾਸਦੀਆਂ ਨੇ। ਇਸ ਤਰ੍ਹਾਂ ਦੀਆਂ 1-2 ਖਬਰਾਂ ਹੋਰ ਵੀ ਨੇ। ਇਹ ਸਾਰੇ ਪਰ ਉਹੀ ਨੇ ਜਿਹੜੇ ਮੁੰਬਈ ਤੋਂ ਨਿਕਲੇ ਨੇ, ਮੋਸਟਲੀ ਮਹਾਰਾਸ਼ਟਰ ਤੋਂ ਨਿਕਲੇ ਨੇ ਤੇ ਮੱਧ ਪ੍ਰਦੇਸ਼ ਇਹਨਾਂ ਨੇ ਜਾਣਾ ਹੈ। ਪਰ ਤੁਸੀਂ ਦੇਖੋ ਕਿ ਹਰ ਥਾਂ ਦੇ ਉੱਤੇ ਲੋਕ ਹਰ ਤਰ੍ਹਾਂ ਦੇ ਨੇ। ਹੁਣ ਤੁਸੀਂ ਜ਼ਿਕਰ ਕੀਤਾ ਕਿ 80 ਕਿਲੋਮੀਟਰਾਂ ਦੇ ਵਿੱਚ 4 ਥਾਵਾਂ ਦੇ ਉੱਤੇ ਲੰਗਰ ਲੱਗਿਆ ਹੋਇਆ। ਆ ਖਬਰ ਜਿਹੜੀ ਮੈਂ ਅਗਲੀ ਸਾਂਝੀ ਕਰਨ ਜਾ ਰਿਹਾ। ਹੁਣ ਚੱਪੇ ਦੇ ਉੱਤੇ, ਥਾਂ ਦੇ ਉੱਤੇ ਪੁਲਿਸ ਦੇ ਨਾਕੇ ਨੇ, ਪੁਲਿਸ ਦੇ ਪਹਿਰੇ ਨੇ। ਖਬਰ ਮਿਲੀ ਹੈ ਕਿ ਇੱਕ ਵਡੋਦਰਾ ਦੇ ਨੇੜੇ, ਖਬਰ ਦਮੋਦਰਪੁਰਾ ਪੈਂਦਾ। ਦਮੋਦਰਪੁਰਾ ਦੇ ਵਿੱਚ ਇੱਕ ਬੈਂਕ ਦੇ ਵਿੱਚ ਡਾਕਾ ਵੱਜਿਆ ਦਿਨ ਦੇ 2:30 ਵਜੇ ਹੋਏ ਸੀ। ਹੁਣ ਜਦੋਂ ਦਮੋਦਰਪੁਰਾ ਦੇ ਵਿੱਚੋਂ ਆਏ, ਪਹਿਲਾਂ ਕਹਿੰਦੇ ਇੱਕ ਵਿਅਕਤੀ ਬੈਂਕ ਦੇ ਅੰਦਰ ਆਇਆ। ਉਹਨੇ ਆ ਕੇ ਜਿਹੜਾ ਮੂਹਰੇ ਬੰਦਾ ਬੈਠਾ ਸੀ ਉਹਦੇ ਕੰਨ ਦੇ ਉੱਤੇ ਪੁੜਪੜੀ ਤੇ ਪਿਸਤੌਲ ਰੱਖਤਾ। ਕਹਿੰਦਾ ਚੁੱਪ ਕਰ ਜਾਓ, ਟੈਲੀਫੋਨ ਨੇ ਜਿਹੜੇ ਮੋਬਾਈਲ ਨੇ ਆਪਣੇ ਇੱਥੇ ਰੱਖ ਦਿਓ। ਉਹਨਾਂ ਨੇ ਤਾਂ ਹੁਣ ਦੇਖੋ, ਜਾਨ ਜਦੋਂ ਜਾਂਦੀ ਹੈ ਬੰਦਾ ਕੀ ਨਹੀਂ ਕਰਦਾ। ਸਾਰਿਆਂ ਨੇ ਮੋਬਾਈਲ ਫੋਨ ਕੱਢ ਕੇ ਕਾਊਂਟਰ ਤੇ ਰੱਖ ਦਿੱਤੇ। ਹਲੇ ਉਹ ਬੰਦਾ ਕੰਨ ਦੇ ਉੱਤੇ ਪੁੜਪੜੀ ਦੇ ਉੱਤੇ ਪਿਸਤੌਲ ਤਾਣੀ ਖੜਾ ਸੀ। 3 ਬੰਦੇ ਅੰਦਰ ਹੋਰ ਆ ਧਮਕੇ, ਉਹ ਤਿੰਨੇ ਵੀ ਉਹਦੇ ਨਾਲ ਦੇ ਹੀ ਸੀ। ਹੁਣ ਉਹ ਤਿੰਨਾਂ ਨੇ ਜਿੰਨਾ ਕੈਸ਼ ਪਿਆ ਸੀ ਬੈਂਕ ਦੇ ਵਿੱਚ, ਬਾਅਦ ਦੇ ਵਿੱਚ ਬੈਂਕ ਮੁਲਾਜ਼ਮ 3 ਸੀ, ਤਿੰਨਾਂ ਨੇ ਦੱਸਿਆ ਕਿ 21 ਲੱਖ ਰੁਪਈਆ ਸੀ। ਫੋਨ ਉਹਨਾਂ ਦੇ ਨਾਲ ਲੈ ਗਏ। ਉਹਨਾਂ ਤਿੰਨਾਂ ਨੂੰ ਇੱਕ ਬਾਥਰੂਮ ਦੇ ਵਿੱਚ ਬੰਦ ਕਰਕੇ ਬਾਹਰੋਂ ਲਾ ਗਏ ਕੁੰਡੀ। ਉਹਨਾਂ ਨੇ ਜਿੰਨਾ ਰੌਲਾ ਰੂਲਾ ਪਾ ਕੇ ਆਖਰਕਾਰ ਨਿਕਲਣ ਦੇ ਵਿੱਚ ਕਾਮਯਾਬ ਹੋਏ। ਛੱਤ ਤੇ ਚੜ੍ਹ ਕੇ ਲੋਕਾਂ ਤੋਂ ਫੋਨ ਮੰਗ ਕੇ ਜਦੋਂ ਫੋਨ ਕੀਤਾ, DIG ਤੱਕ ਦਾ ਇੱਕ ਅਫਸਰ ਉੱਥੇ ਪਹੁੰਚਿਆ, DSP ਤੱਕ ਹੀ ਆ ਗਏ। ਆ ਕੇ ਉਹਨਾਂ ਨੂੰ ਕਹਿੰਦੇ ਕੱਢੋ CCTV ਕੈਮਰਾ, ਆਪਾਂ ਦੇਖੀਏ।
ਵਾਕਈ ਡਾਕਾ ਪਿਆ, ਵਾਕਈ ਬੰਦੇ 3 ਜਾਂ 4 ਸੀ। ਹੁਣ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਹੱਦ ਹੈ ਕਿ CCTV ਕੈਮਰੇ ਉਹ ਕਹਿੰਦੇ ਕੁਝ ਦਿਨ ਪਹਿਲਾਂ ਹੀ ਖਰਾਬ ਹੋਏ ਨੇ। CCTV ਕੈਮਰੇ ਖਰਾਬ ਨੇ। ਹੁਣ ਉਹ ਨਾਕਿਆਂ ਦੇ ਉੱਤੋਂ ਦੀ, ਕਿਉਂਕਿ 21 ਲੱਖ ਰੁਪਈਆ ਕਿਸੇ ਜੇਬ ਤਾਂ ਪੈ ਨਹੀਂ ਗਿਆ ਹੋਣਾ, 21 ਲੱਖ ਰੁਪਈਆ ਲੈ ਕੇ ਉਹ ਥਾਂ ਥਾਂ ਤੇ ਚੱਪੇ ਚੱਪੇ ਤੇ ਪੁਲਿਸ ਦੇ ਪਹਿਰੇ ਹੇਠੋਂ ਲੈ ਕੇ ਰਫੂ ਚੱਕਰ ਹੋ ਗਏ ਨੇ। ਹਾਲੇ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਬੈਂਕ ਦੇ ਵਿੱਚੋਂ ਖੱਬੇ ਗਏ ਨੇ ਜਾਂ ਬੈਂਕ ਦੇ ਵਿੱਚੋਂ ਸੱਜੇ ਗਏ ਨੇ, ਪਰ ਬੈਂਕ ਮੁਲਾਜ਼ਮ ਇਹ ਦੱਸ ਰਹੇ ਨੇ ਕਿ CCTV ਕੈਮਰਾ ਨਹੀਂ ਚੱਲ ਰਿਹਾ। ਬਹੁਤੀਆਂ ਥਾਵਾਂ ਤੇ ਜਦੋਂ ਕਿਤੇ ਡਾਕਾ ਡੋਕਾ ਪੈਂਦਾ ਉਹ 2-4 ਦਿਨ ਪਹਿਲਾਂ ਖਰਾਬ ਹੋ ਜਾਂਦੇ ਆ। ਹੁਣ ਜੇ ਤਾਂ ਉਹਨਾਂ ਨੇ ਉਸੇ ਦਿਨ ਕੰਪਲੇਂਟ ਲਿਖਾਈ ਕੈਮਰੇ ਸਿਆਣੇ ਆ। ਹਾਂ, ਕੈਮਰੇ ਸਿਆਣੇ ਆ। ਆਮ ਤੌਰ ਤੇ ਤਾਂ ਉਹ ਜੁਗਾੜ ਜਾਂ ਸਾਰਾ ਪੱਟ ਕੇ ਨਾਲ ਹੀ ਲੈਂਦੇ ਹੁੰਦੇ ਆ ਕਿ ਭਾਈ ਹੁਣ ਤੁਸੀਂ ਲੱਭੀ ਜਾਇਓ ਜਿੱਥੇ ਲੱਭਣੇ ਆ ਨਾ। ਪਰ ਜੇ ਤਾਂ ਕੰਪਲੇਂਟ ਲਿਖਾਈ ਹੈ ਤਾਂ ਠੀਕ ਹੈ, ਜੇ ਨਹੀਂ ਸ਼ਿਕਾਇਤ ਪਹਿਲਾਂ ਲਿਖਾਈ ਕਿ ਭਾਈ ਆਹ ਚੀਜ਼ ਜਿਹੜੀ ਖਰਾਬ ਹੈ, ਜਿਹੜੀ ਜ਼ਰੂਰੀ ਹੈ, ਤਾਂ ਫਿਰ ਕੰਮ ਔਖਾ। ਪਰ ਦੇਖੋ ਸੂਝ ਦੇਖੋ ਲੋਕਾਂ ਦੀ ਕਿ ਭਾਈ ਡਾਕਾ ਮਾਰਨ ਦਾ ਵਧੀਆ ਵੇਲਾ ਹੈ, ਸਾਰਾ ਪ੍ਰਸ਼ਾਸਨ ਇੱਧਰ ਉੱਧਰ ਲੱਗਾ ਹੈ, ਸਾਨੂੰ ਦੇਖਣਾ ਕਿਹਨੇ ਆ। ਹੁਣ ਬੈਨੀਪਾਲ ਸਾਹਿਬ, ਮੈਂ ਇੱਕ ਚੀਜ਼ ਜਿਹੜੀ ਕਲੀਅਰ ਕਰਨੀ ਹੈ ਤੇ ਇੱਕ ਚੀਜ਼ ਕਲੀਅਰ ਕਰਕੇ ਤੇ ਦੂਸਰੀ ਆਪਾਂ ਖਬਰ ਦੇ ਉੱਤੇ ਆਉਣਾ। ਕਲੀਅਰ ਇਹ ਕਰਨੀ ਹੈ ਕਿ ਇੱਕ ਟਿੱਪਣੀ ਆਈ ਸੀ ਜਿਹੜੀ ਬੱਸ ਤੁਸੀਂ ਤੋਰੀ ਆ ਲੀਡਰਾਂ ਦੀ, ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਪਿੱਛੇ ਕਿਉਂ? ਮੈਂ ਅਸਲ ਦੇ ਵਿੱਚ ਉਹ ਸੀਕੁਐਂਸ ਬੜਾ ਚੰਗੇ ਤਰੀਕੇ ਬਣਾਇਆ ਸੀ ਕਿ ਸੱਤਾਧਾਰੀ ਧਿਰ ਦੇ ਕੈਪਟਨ ਅਮਰਿੰਦਰ ਸਿੰਘ ਚਲਾਉਣਗੇ ਬੱਸ, ਉਹਨਾਂ ਤੋਂ ਬਾਅਦ ਵੱਧ MP ਜਿਹੜੇ ਅਕਾਲੀ ਦਲ ਦੇ ਆ ਸੁਖਬੀਰ ਸਿੰਘ ਬਾਦਲ ਬੈਠਣਗੇ, ਫਿਰ ਆਮ ਆਦਮੀ ਪਾਰਟੀ ਬਰਾਬਰ ਦੀ ਵਿਰੋਧੀ ਧਿਰ ਹੈ, ਫਿਰ ਭਗਵੰਤ ਮਾਨ ਬੈਠਣਗੇ, ਉਹਨਾਂ ਤੋਂ ਬਾਅਦ ਸ਼ਵੇਤ ਮਲਿਕ ਸਾਹਿਬ ਦਾ ਨੰਬਰ ਆਉਣਾ ਕਿਉਂਕਿ ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ, ਫਿਰ ਕਾਮਰੇਡਾਂ ਦਾ ਕੋਈ ਪ੍ਰਤੀਨਿਧ ਪੰਜਾਬ 'ਚ ਨਹੀਂ, ਬਹੁਜਨ ਸਮਾਜ ਪਾਰਟੀ ਦਾ ਪ੍ਰਤੀਨਿਧ ਪੰਜਾਬ 'ਚ ਨਹੀਂ, ਇਹਨਾਂ ਨੂੰ ਥਾਂ ਦਿੱਤੀ ਤੇ ਖਹਿਰਾ ਸਾਹਿਬ ਦਾ ਨੰਬਰ ਬਾਅਦ ਚਲਾਇਆ ਸੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਅਜੇ ਹੋਂਦ ਦਾ ਕੋਈ ਬਹੁਤਾ ਜ਼ਿਆਦਾ ਹਿਸਾਬ ਕਿਤਾਬ ਨਹੀਂ। ਇਸ ਕਰਕੇ ਉਧਰਲੇ ਪਾਸੇ ਨੂੰ ਨਾ ਭਾਈ ਲੈ ਕੇ ਜਾਇਓ ਜਿੱਧਰਲੇ ਪਾਸੇ ਨੂੰ ਇੱਕ ਟਿੱਪਣੀ ਆਈ ਸੀ। ਮੈਨੂੰ ਸੀਗਾ ਕਿ ਕਲੀਅਰ ਕਰ ਦਿਆਂ ਗੱਲ। ਮੈਨੂੰ ਤਾਂ ਟਿੱਪਣੀ ਇਹ ਲੱਗਦਾ ਸੀ ਕੈਪਟਨ ਅਮਰਿੰਦਰ ਹੋਣਾ ਦੀ ਆਉਣੀ ਚਾਹੀਦੀ ਹੈ ਜੀ, ਜਾਂ ਉਹਨਾਂ ਦੇ ਚਹੇਤਿਆਂ ਦੀ ਆਉਣੀ ਚਾਹੀਦੀ ਹੈ, ਕਿਉਂਕਿ ਭਾਈ ਉਹ ਜਹਾਜ਼ ਉਡਾਉਂਦੇ ਰਹੇ ਆ, ਬੱਸ ਨਹੀਂ ਚਲਾਈ ਉਹਨਾਂ ਨੇ। ਇਹ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਇਹ ਸਾਧਨ ਬਦਲੋ। ਬਾਕੀ ਜਿਹਨੂੰ ਜਿੱਥੇ ਸੀਟ ਮਿਲਦੀ ਹੈ, ਸਵਾਲ ਤਾਂ ਇਸ ਗੱਲ ਦਾ ਕਿ ਉਹਨਾਂ ਨੇ ਹਿਸਾਬ ਕਿਤਾਬ ਕਰ ਲੈਣਾ, ਰੋਕੜ ਵਹੀ ਖਾਤਾ ਨਾਲ ਲੈ ਕੇ ਜਾਣ, ਉਹ ਹਿਸਾਬ ਕਿਤਾਬ ਕਰਕੇ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸਣਗੇ। ਉਮੀਦ ਹੈ ਕਿ ਭਾਵੇਂ ਸਾਧਨ ਬਦਲ ਲੈਣ ਪਰ ਜਾ ਜ਼ਰੂਰ ਆਉਣ। ਬਿਲਕੁਲ। ਹੁਣ ਆਪਾਂ ਚੱਲਦੇ ਹਾਂ ਜੀ, ਪੰਜਾਬ ਦਾ ਬੜਾ ਵੱਡਾ ਮਸਲਾ ਸੀ ਜਿਹੜਾ ਮੰਤਰੀਆਂ ਤੇ ਅਫਸਰਾਂ ਦਾ ਆਪਸ 'ਚ ਖੜਕਾ ਦੜਕਾ। ਜੀ ਹੁਣ ਕਰਨ ਅਵਤਾਰ ਸਿੰਘ ਮੁੱਖ ਸਕੱਤਰ, ਰੌਲਾ ਇਸ ਕਰਕੇ ਪਿਆ ਕਿ ਸ਼ਰਾਬ ਕਿਵੇਂ ਵੇਚੀ ਜਾਊਗੀ, ਕਿਵੇਂ ਨਹੀਂ, ਕਰ ਤੇ ਆਬਕਾਰੀ ਪਾਲਿਸੀ ਹੁੰਦੀ ਹੈ। ਉਸ ਅਹੁਦੇ ਤੋਂ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ, ਜਾਣੀ ਕਿ ਕੁਝ ਅਧਿਕਾਰ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਕਿ ਤੁਸੀਂ ਹੁਣ ਸ਼ਰਾਬ ਦਾ ਹਿਸਾਬ ਕਿਤਾਬ ਪੰਜਾਬ ਦਾ ਕਰਨ ਅਵਤਾਰ ਸਿੰਘ ਮੁੱਖ ਸਕੱਤਰ ਜੀ ਨਹੀਂ ਦੇਖੋਗੇ। ਚਲੋ, ਮਤਲਬ ਹੈ ਕਿ ਕੁਝ ਕੈਬਨਿਟ ਮੰਤਰੀ ਜਿਹੜੇ ਹੈ ਉਹਨਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੰਨ ਲਈ ਹੈ, ਪਰ ਉਹਨਾਂ ਦੀ ਥਾਂ ਦੇ ਉੱਤੇ ਕੇ ਵੇਣੂ ਪ੍ਰਸਾਦ ਹੋਰਾਂ ਨੂੰ ਡਿਊਟੀ ਦਿੱਤੀ ਹੈ ਕਿ ਭਾਈ ਤੁਸੀਂ ਸਾਂਭਣਾ, ਪਰ ਉਹ 20 ਤਰੀਕ ਤੱਕ ਛੁੱਟੀ ਦੇ ਨੇ। ਇਸ ਕਰਕੇ ਅਨੁਰਿੱਧ ਤਿਵਾੜੀ ਸਾਹਿਬ 20 ਤਰੀਕ ਤੱਕ ਕੰਮ ਕਰ ਸਾਂਭਣਗੇ। ਇਹਦਾ ਮਤਲਬ ਹੈ ਕਿ ਜਿਹੜਾ ਮਹਿਕਮਾ ਕਰਨ ਅਵਤਾਰ ਸਿੰਘ ਤੋਂ ਵਾਪਸ ਲਿਆ, ਜਿਨ੍ਹਾਂ ਨੂੰ ਦਿੱਤਾ ਉਹ ਅਜੇ ਹੈ ਨਹੀਂਗੇ ਤੇ ਤੀਸਰਾ ਬੰਦਾ ਉਹਨੂੰ ਸਾਂਭੂਗਾ। ਕੀ ਉਹ 8-7 ਦਿਨਾਂ 'ਚ ਪਾਲਿਸੀ ਬਣਾਊ ਜਾਂ ਨਵਾਂ ਬੰਦਾ ਆ ਕੇ ਪਾਲਿਸੀ ਬਣਾਊ ਜਾਂ ਪਹਿਲਾਂ ਬਣੀ ਹੋਈ ਪਾਲਿਸੀ ਲਾਗੂ ਕੀਤੀ ਜਾਊ? ਪਰ ਹਾਲ ਦੀ ਘੜੀ ਕੈਬਨਿਟ ਮੰਤਰੀ ਜਿੱਤੇ ਨੇ, ਪਰ ਇਹ ਰੌਲਾ ਬਹੁਤ ਵੱਧ ਗਿਆ। ਬੈਨੀਪਾਲ ਸਾਹਿਬ, ਇੰਨਾ ਰੌਲਾ ਵਧਿਆ, ਇੰਨੇ ਸ਼ਾਂਤ ਨਹੀਂ ਹੋਣਾ। ਤੇ ਮੈਂ ਕਹਿੰਦਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਦੀ ਵੀ ਗੱਲ ਹੈ ਕਿ ਸ਼ਾਂਤ ਹੋਵੇ ਨਾ, ਪਤਾ ਤਾਂ ਲੱਗੇ ਨਾ ਕਿ ਵਿੱਚੋਂ ਗੱਲ ਕੀ ਸੀ। ਹੁਣ ਪਹਿਲਾਂ ਤਾਂ ਕਾਂਗਰਸ ਦੀ ਗੱਲ ਕਰਦੇ ਹਾਂ। ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ, ਵਿੱਤ ਮੰਤਰੀ ਨੇ। ਹੁਣ ਵਿੱਤ ਮੰਤਰੀ ਨੇ ਕਿਹਾ ਕਿ ਦੇਖੋ ਸਾਨੂੰ ਘੱਟੋ ਘੱਟ 1000 ਕਰੋੜ ਦਾ ਰਗੜਾ ਲੱਗ ਗਿਆ 3 ਸਾਲਾਂ 'ਚ, ਕਿਉਂਕਿ ਪਾਲਿਸੀ ਇਹ ਬਣਾਉਂਦੇ ਸੀ। ਇਸ ਕਰਕੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਨਿੱਜੀ ਹਿੱਤ ਦੇਖ ਕੇ ਪੰਜਾਬ ਨੂੰ 1000 ਕਰੋੜ ਦਾ ਰਗੜਾ ਕਿਉਂ ਲਾਇਆ। ਇਹ ਪੰਜਾਬ ਦਾ ਵਿੱਤ ਮੰਤਰੀ ਕਹਿ ਰਿਹਾ। ਜੇ ਵਿੱਤ ਮੰਤਰੀ ਸਾਹਿਬ ਨੂੰ ਪਹਿਲਾਂ ਪਤਾ ਸੀ ਤੇ ਇਹ ਰੌਲਾ ਪਾਉਣਾ ਚਾਹੀਦਾ ਸੀ ਕੋਠੇ ਤੇ ਚੜ੍ਹ ਕੇ। ਜਦੋਂ ਪੰਜਾਬ ਦੇ ਲੋਕਾਂ ਦੇ ਕੋਲੇ ਕੱਖ ਨਹੀਂ, ਜਦੋਂ ਪੰਜਾਬ ਦੇ ਲੋਕਾਂ ਦਾ ਰੌਲਾ ਗੌਲਾ ਇਸ ਵੇਲੇ ਪਿਆ ਹੋਇਆ, ਤਾਂ ਉਸ ਵੇਲੇ ਜਦੋਂ ਵਿੱਤੀ ਤੌਰ ਤੇ ਅਸੀਂ ਕਮਜ਼ੋਰ ਆ, ਕੇਂਦਰ ਸਰਕਾਰ ਦੇ ਕੋਲੋਂ ਜਾ ਕੇ ਪੈਸਾ ਟਕਾ ਮੰਗਦੇ ਆ ਕਿ 400 ਕਰੋੜ ਦੇ ਦਿਓ, ਤੇ ਜੇ 1000 ਕਰੋੜ ਰੁਪਏ ਦਾ ਘਾਟਾ ਇੱਕ ਅਫਸਰ ਦੇ ਕਰਕੇ ਪਿਆ ਤਾਂ ਪਹਿਲਾਂ ਰੌਲਾ ਪੈਣਾ ਚਾਹੀਦਾ ਸੀ। ਦੂਸਰੀ ਗੱਲ ਆਪਾਂ ਕੱਲ ਜ਼ਿਕਰ ਕੀਤਾ ਸੀ ਕਿ ਦੋਸ਼ ਲੱਗੇ ਕਿ ਉਹਨਾਂ ਦੇ ਬੇਟੇ ਦੇ ਸ਼ਾਇਦ ਸ਼ਰਾਬ ਦੇ ਵਿੱਚ ਕੋਈ ਹਿੱਸੇ ਹੁੱਸੇ ਆ। ਉਹ ਕਹਿੰਦੇ ਬਿਲਕੁਲ ਨਹੀਂ, ਇਹ ਗੱਲ ਬਿਲਕੁਲ ਨਿਰਮੂਲ ਹੈ, ਗਲਤ ਹੈ। ਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਦੇ ਦੂਜੀ ਵਾਰੀ ਦੇ ਵਿਧਾਇਕ, ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਕਹਿੰਦੇ ਕਿ ਕਿਉਂ ਕਪੂਰਥਲੇ ਵਾਲੇ ਸ਼ਰਾਬ ਦੇ ਕਾਰੋਬਾਰ 'ਚ ਤੁਹਾਡਾ 2 ਨੰਬਰ ਦਾ ਹਿੱਸਾ ਨਹੀਂ, ਤੁਹਾਡੇ ਜਿਹੜੇ 2 ਨੰਬਰ ਤੇ ਸ਼ੇਅਰ ਨਹੀਂ, ਜਿਹੜੇ ਕਿਸੇ ਨੂੰ ਨਜ਼ਰ ਨਹੀਂ ਆਉਂਦੇ, ਜੇ ਹੈਗੇ ਆ ਤਾਂ ਦੱਸੋ, ਜੇ ਹੈ ਨਹੀਂ ਤਾਂ ਦੱਸੋ। ਇੱਕ ਲੋਕਾਂ ਦਾ ਚੁਣਿਆ ਨੁਮਾਇੰਦਾ, ਜਿਹੜਾ ਬੰਦਾ ਕੈਬਨਿਟ ਮੰਤਰੀ ਬਣਦਾ ਰਹਿ ਗਿਆ, ਜਿਹੜਾ ਬੰਦਾ MP ਬਣਦਾ ਰਹਿ ਗਿਆ, ਜਿਹਨੂੰ ਦੂਸਰੀ ਵਾਰੀ ਟਿਕਟ ਦੇ ਕੇ MLA ਬਣਾਇਆ, ਜੇ ਉਹ ਰਾਜਾ ਵੜਿੰਗ ਹੋਰੀ ਕਹਿੰਦੇ ਕਿ ਕਪੂਰਥਲੇ ਵਾਲੇ ਕਾਰੋਬਾਰ ਦੇ ਵਿੱਚ ਤੁਹਾਡੇ ਲੁਕਵੇਂ ਹਿੱਸੇ ਆ, ਉਸ ਬੰਦੇ ਦੇ ਕੋਲੇ ਮਾੜਾ ਮੋਟਾ ਕੋਈ ਸਬੂਤ ਹੋਣਾ ਹੈ। ਜੇ ਤਾਂ ਮੁੱਖ ਸਕੱਤਰ ਸਾਹਿਬ ਇਸ ਵੇਲੇ ਉਹ ਸਾਰੇ ਦੋਸ਼ ਗਲਤ ਨੇ, ਭਾਵੇਂ ਉਹ ਵਿੱਤ ਮੰਤਰੀ ਸਾਹਿਬ ਲਾ ਰਹੇ ਆ ਤੇ ਭਾਵੇਂ ਰਾਜਾ ਵੜਿੰਗ ਸਾਹਿਬ ਲਾ ਰਹੇ ਆ, ਫਿਰ ਤਾਂ ਠੀਕ ਹੈ, ਫਿਰ ਤਾਂ ਕੋਈ ਗੱਲ ਨਹੀਂ, ਤੁਸੀਂ ਕੇਸ ਕਰ ਦਿਓ ਕਿ ਭਾਈ ਮਾਣਹਾਨੀ ਕੀਤੀ ਹੈ। ਪਰ ਜੇ ਉਹਨਾਂ ਦੇ ਕੋਲੇ ਲਾਏ ਹੋਏ ਦੋਸ਼ ਸਹੀ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਜੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਫਸਰ ਛੱਡਣੇ ਨਹੀਂ ਚਾਹੀਦੇ,
ਕਿਉਂਕਿ ਇੱਕ ਵਾਰੀ ਇੱਕ ਨੂੰ ਸਖਤ ਸਜ਼ਾ ਮਿਲੀ ਹੋਊਗੀ ਤਾਂ ਬਾਕੀ ਅਫਸਰ ਫਿਰ ਚੱਜ ਨਾਲ ਕੰਮ ਕਰਨਗੇ। ਦੂਸਰੇ ਪਾਸੇ ਗੱਲ ਆ ਗਈ ਅਕਾਲੀ ਦਲ ਦੀ ਜੀ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਜੀ ਦੇਖੋ ਮੈਂ ਇੱਕੋ ਹੀ ਗੱਲ ਦੀ ਮੰਗ ਕਰਦਾ ਕਿ ਘਾਲਾ ਮਾਲਾ ਹੈਗਾ ਜਾਂ ਅਫਸਰਾਂ ਨੇ ਕੀਤਾ ਜਾਂ ਮੰਤਰੀਆਂ ਨੇ ਕੀਤਾ, ਸੱਚ ਸਾਹਮਣੇ ਆਵੇ। ਕਹਿੰਦੇ ਪਰਚਾ ਜ਼ਰੂਰੀ ਹੈ, ਭਾਵੇਂ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਹੋਵੇ ਤੇ ਭਾਵੇਂ ਮੁੱਖ ਸਕੱਤਰ ਤੇ ਹੋਵੇ, ਕਿ ਘਾਲਾ ਮਾਲਾ ਕਾਹਦਾ। ਪਰ ਉਹਨੇ ਇੱਕ ਗੱਲ ਕਹਿਤੀ, ਉਹ ਕਹਿੰਦੇ ਲੱਗਦਾ ਇਦਾਂ ਕਿ ਮੰਤਰੀ ਮੁੱਖ ਸਕੱਤਰ ਦੇ ਉੱਤੇ ਦਬਾਅ ਇਸ ਕਰਕੇ ਬਣਾਉਂਦੇ ਸੀ ਕਿ ਭਾਈ ਠੇਕੇਦਾਰਾਂ ਤੋਂ ਮਾੜਾ ਮੋਟਾ ਹਿਸਾਬ ਕਿਤਾਬ ਜਿਹਾ ਲਿਆ ਜਾ ਸਕੇ, ਠੇਕੇਦਾਰਾਂ ਤੇ ਦਬਾਅ ਬਣਾ ਲਈਏ ਕਿ ਪਾਲਿਸੀ ਅਸੀਂ ਲਾਗੂ ਨਹੀਂ ਹੋਣ ਦੇਣੀ, ਠੇਕੇਦਾਰ ਫਿਰ ਆ ਕੇ ਸਲੂਟ ਮਾਰਨ ਆਉਣਗੇ ਤਾਂ ਸਲੂਟ ਬੰਦਾ ਕਾਲੀ ਥੋੜੀ ਮਾਰਦਾ, ਇਸ ਕਰਕੇ ਇਦਾਂ ਹੋ ਜੂ। ਫਿਰ ਆ ਗਿਆ ਬਿਕਰਮ ਸਿੰਘ ਮਜੀਠੀਆ ਜੀ। ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ, ਲੰਮੇ ਹੱਥੀ ਲੈਂਦੇ ਹੁੰਦੇ ਜਿਹਨੂੰ ਲੈਣਾ। ਉਹ ਕਹਿੰਦੇ ਜੀ ਦੇਖੋ ਮੈਂ ਤਾਂ ਰਾਜਪਾਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਸਰਕਾਰ ਦੇ ਹੱਥ ਪੱਲੇ ਕੱਖ ਨਹੀਂ, ਅਫਸਰ ਸਰਕਾਰ ਦੀ ਮੰਨਦੇ ਨਹੀਂ, ਕੈਬਨਿਟ ਮੰਤਰੀਆਂ ਦੀ ਕੋਈ ਮੰਨ ਕੇ ਰਾਜ਼ੀ ਨਹੀਂ, ਇਸ ਕਰਕੇ ਸਰਕਾਰ ਹੀ ਲਾ ਦਿਓ, ਬਰਖਾਸਤ ਹੀ ਕਰ ਦਿਓ, ਪੱਲੇ ਹੀ ਕੱਖ ਨਹੀਂ, ਸਾਰੇ ਮੰਤਰੀ ਅਸਤੀਫਾ ਦੇ ਦੇਣ। ਭਗਵੰਤ ਮਾਨ ਹੋਰਾਂ ਨੇ ਗੱਲ ਹੋਰ ਕਹਿਤੀ, ਉਹ ਕਹਿੰਦੇ ਕੈਪਟਨ ਸਾਹਿਬ ਤੋਂ ਕਪਤਾਨੀ ਕਰੇ ਹੀ ਨਹੀਂ ਹੁੰਦੀ, ਕੈਪਟਨ ਸਾਹਿਬ ਆਊਟ ਹੋ ਗਿਆ ਪਰ ਮੰਨਦੇ ਹੀ ਨਹੀਂ, ਜਿੱਦਾਂ ਪਿੰਡ ਦੇ ਵਿੱਚ ਕ੍ਰਿਕਟ ਖੇਡਿਆਂ ਕਰਦੇ ਹੁੰਦੇ ਸੀ ਕਿ ਭਾਈ ਮੈਂ ਨਹੀਂ ਆਊਟ, ਮੈਂ ਤਾਂ ਬਾਰੀ ਲਾਉਂ। ਉਹ ਕਹਿੰਦੇ ਕੈਪਟਨ ਸਾਹਿਬ ਦੀ ਚਲਦੀ ਚੁਲਦੀ ਕੋਈ ਨਹੀਂ, ਇਸ ਕਰਕੇ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਵੱਡਾ ਨੁਕਸਾਨ। ਬੀਜੇਪੀ ਵਾਲੇ ਨੇ ਵੀ ਗੱਲ ਆਖੀ ਹੈ, ਕਈਆਂ ਨੇ ਆਖੀ ਹੈ, ਪਰ ਸਿਰਾ ਲਾਤਾ ਪ੍ਰਤਾਪ ਸਿੰਘ ਬਾਜਵਾ ਨੇ ਜੀ। ਪ੍ਰਤਾਪ ਸਿੰਘ ਬਾਜਵਾ ਹੋਰੀ ਬੈਨੀਪਾਲ ਸਾਹਿਬ ਪਤਾ ਕੀ ਕਹਿੰਦੇ, ਉਹ ਕਹਿੰਦੇ ਜੀ ਦੇਖੋ ਗੱਲ ਸਿੱਧੀ ਹੈ ਕਿ ਉਹਨਾਂ ਨੇ ਟਵੀਟ ਵੀ ਕੀਤਾ ਹੈ। ਉਹ ਕਹਿੰਦੇ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲ ਚਾਹੁੰਦਾ ਕਿ ਜੇ ਪੰਜਾਬ ਦਾ ਇੱਕ ਅਫਸਰ ਜਿਹਨੂੰ ਹੁਣ ਪਰਾਂ ਕੀਤਾ ਗਿਆ, ਉਸ ਅਫਸਰ ਤੋਂ ਸਾਰਾ ਹਿਸਾਬ ਕਿਤਾਬ ਲਿਆ ਜਾਵੇ। ਜੇ ਕੈਬਨਿਟ ਮੰਤਰੀਆਂ ਨੇ ਦੋਸ਼ ਲਾਇਆ ਤਾਂ ਤੁਰੰਤ ਉਹਦੀ ਜਾਂਚ ਕਰਾਈ ਜਾਵੇ, ਭਾਵੇਂ ਕਿਸੇ ਜੱਜ ਤੋਂ ਕਰਾ ਲਓ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੋ ਜਾਏ। ਨਾਲ ਦੀ ਨਾਲ ਉਹਨਾਂ ਨੇ ਕਹਿਤਾ, ਉਹ ਕਹਿੰਦੇ ਜੀ ਦੇਖੋ ਪੰਜਾਬ ਦਾ ਕੋਈ ਕਿਸਾਨ ਕਰਜ਼ਾ ਲੈ ਲਵੇ, ਪੰਜਾਬ ਦਾ ਕੋਈ ਹੋਰ ਬੰਦਾ ਕਰਜ਼ਾ ਲੈ ਲਵੇ, ਤੁਰੰਤ ਉਹਦੇ ਘਰ ਦੇ ਮੂਹਰੇ ਆ ਕੇ ਵੀ ਚੀਜ਼ਾਂ ਹੋ ਜਾਂਦੀਆਂ, ਪੋਸਟਰ ਲਾ ਦਿੰਦੇ ਆ, ਢੋਲ ਵੱਜ ਜਾਂਦੇ ਆ, ਉਹਨੂੰ ਫੜ ਲਿਆ ਜਾਂਦਾ। ਪਰ ਜਿਹੜੇ ਸ਼ਰਾਬ ਦੇ ਠੇਕੇਦਾਰ ਡਿਫਾਲਟਰ ਹੋਏ ਆ, ਉਹਨਾਂ ਸ਼ਰਾਬ ਦੇ ਠੇਕੇਦਾਰਾਂ ਤੇ ਕਾਰਵਾਈ ਕਿਉਂ ਨਹੀਂ? ਵੈਸੇ ਬੈਨੀਪਾਲ ਸਾਹਿਬ ਇਹ ਗੱਲ ਜਿਹੜੀ ਹੈ ਉਹਨਾਂ ਦੀ ਕਾਫੀ ਪਤੇ ਦੀ ਹੈ ਜੀ। ਸੈਂਕੜੇ ਕਰੋੜ ਰੁਪਈਆ 3 ਸਾਲ ਹੋ ਗਏ ਪੰਜਾਬ ਦੇ ਕਈ ਸ਼ਰਾਬ ਦੇ ਠੇਕੇਦਾਰ ਡਿਫਾਲਟਰ ਨੇ, ਉਹਨਾਂ ਤੋਂ ਲੈਣਾ, ਪਰ ਅੱਜ ਤੱਕ ਵਸੂਲਿਆ ਕਿਉਂ ਨਹੀਂ ਗਿਆ? ਪਿੱਛੇ ਜਿਹਾ ਰੌਲਾ ਪਿਆ ਸੀ ਜਦੋਂ ਪੱਤਰਕਾਰਾਂ ਨੇ ਗੱਲ ਚੱਕੀ, ਕਹਿੰਦੇ ਜੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸਰਕਾਰ ਦੇ ਕੋਲੇ ਪਈਆਂ ਰੈੱਡ ਐਂਟਰੀ ਪਾ ਦਿਆਂਗੇ, ਉਹ ਵੇਚ ਨਹੀਂ ਸਕਣਗੇ, ਉਹ ਤਬਦੀਲ ਨਹੀਂ ਕਰਾ ਸਕਣਗੇ, ਅਸੀਂ ਉਹ ਨਿਲਾਮ ਕਰ ਦਿਆਂਗੇ, ਉਹਦੇ ਵਿੱਚੋਂ ਜਿਹੜੇ ਪੈਸੇ ਟਕੇ ਆਉਣਗੇ ਅਸੀਂ ਉਹਦੇ ਨਾਲ ਘਾਟਾ ਪੂਰਾ ਕਰਾਂਗੇ। ਪਰ ਕਦੀ ਇੰਨੀ ਦੇਰ ਕਿਸੇ ਕਿਸਾਨ ਦੇ ਕਰਕੇ ਹੋਈ? ਛੋਟਾ ਦੁਕਾਨਦਾਰ ਕਰਜ਼ਾ ਲੈ ਲਵੇ ਕਦੇ ਇਦਾਂ ਹੋਈ? ਛੋਟਾ ਮਜ਼ਦੂਰ ਕਰਜ਼ਾ ਲੈ ਲਵੇ ਕਦੇ ਇੰਨੀ ਦੇਰ ਕੀਤੀ? 3 ਸਾਲਾਂ ਦੇ ਵਿੱਚ 300 ਕਰੋੜ ਤੋਂ ਵੱਧ ਰੁਪਈਆ ਡਿਫਾਲਟਰ ਸ਼ਰਾਬ ਦੇ ਠੇਕੇਦਾਰਾਂ ਤੋਂ ਵਸੂਲਿਆ ਕਿਉਂ ਨਹੀਂ ਗਿਆ? ਪ੍ਰਤਾਪ ਸਿੰਘ ਬਾਜਵਾ ਸਿਆਸੀ ਤੌਰ ਤੇ ਕਿਸੇ ਨੂੰ ਚੰਗੇ ਲੱਗਣ ਕਿਸੇ ਨੂੰ ਮਾੜੇ ਲੱਗਣ, ਗੱਲ ਅਗਲੇ ਨੇ ਪਤੇ ਦੀ ਕੀਤੀ ਆ। ਬਾਟ ਸਾਹਿਬ 2-3 ਗੱਲਾਂ ਦੇ ਉੱਤੇ ਖਾਸ ਤੌਰ ਤੇ ਟਿੱਪਣੀ ਕਰਨੀ ਬਣਦੀ ਹੈ। ਪਹਿਲਾਂ ਤੁਸੀਂ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ 3 ਸਾਲ ਹੋ ਗਏ, ਇਹਦਾ ਮਤਲਬ 3 ਸਾਲਾਂ ਬਾਅਦ ਜਾਗ ਆਈ ਹੈ। ਇਨਸਾਨ ਇੱਕ ਵਾਰੀ ਗਲਤੀ ਕਰਦਾ ਹੈ ਜੀ, ਉਹਦੀ ਦੂਸਰੀ ਕੀਤੀ ਗਲਤੀ ਨੂੰ ਵੀ ਗਲਤੀ ਮੰਨਿਆ ਜਾਂਦਾ ਹੈ, ਪਰ ਜੋ ਤੀਸਰੀ ਵਾਰ ਉਸੇ ਚੀਜ਼ ਦਾ ਦੁਹਰਾ ਕਰਦਾ ਉਹ ਗਲਤੀ ਨਹੀਂ, ਉਹ ਆਦਤ ਹੈ ਜੀ। ਇਹਦਾ ਮਤਲਬ ਇਹਨਾਂ ਦੀਆਂ ਆਦਤਾਂ ਬਣ ਚੁੱਕੀਆਂ ਨੇ। ਦੂਸਰੀ ਗੱਲ ਤੁਸੀਂ ਕੀਤੀ ਹੈ ਰਾਜਾ ਵੜਿੰਗ ਦੀ। ਅਮਰਿੰਦਰ ਰਾਜਾ ਵੜਿੰਗ ਜੇਕਰ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਭਾਈ ਕਪੂਰਥਲੇ ਦੇ ਠੇਕਿਆਂ ਦੇ ਵਿੱਚ ਤੁਹਾਡੀ ਹਿੱਸੇਦਾਰੀ ਹੈ ਪਰ ਹੈ 2 ਨੰਬਰ ਦੀ, ਜੇ ਆਹ ਰੌਲਾ ਨਾ ਪੈਂਦਾ ਕੀ ਫਿਰ ਵੜਿੰਗ ਨੇ ਬੋਲਣਾ ਸੀ? ਇਹਦਾ ਮਤਲਬ ਪਤਾ ਉਹਨਾਂ ਨੂੰ ਪਹਿਲਾਂ ਵੀ ਹੈ। ਜੇ ਪਹਿਲਾਂ ਪਤਾ ਸੀ ਤਾਂ ਪਹਿਲਾਂ ਇਸ ਗੱਲ ਦਾ ਢੋਲ ਕਿਉਂ ਨਹੀਂ ਵਜਾਇਆ? ਜੇ ਇਹਦਾ ਮਤਲਬ ਉਹ ਕੈਬਨਿਟ ਮੰਤਰੀਆਂ ਦੇ ਨਾਲ ਖਹਿਬੜ ਪਏ ਨੇ, ਜੇ ਉਹਨਾਂ ਦੀ ਗੱਲ ਨਾ ਮੰਨੀ ਫਿਰ ਤੇ ਉਹ ਡਿਫਾਲਟਰ ਨੇ, ਫਿਰ ਤੇ ਉਹਨਾਂ ਦੇ 2 ਨੰਬਰ ਦੀ ਹਿੱਸੇਦਾਰੀ ਰੜਕ ਰਹੀ ਹੈ। ਜੇ ਉਹ ਕਹਿ ਦਿੰਦੇ ਭਾਈ ਠੀਕ ਹੈ ਜਿਹੜੇ ਵਜ਼ੀਰ ਕੋਈ ਵੀ ਪਾਲਿਸੀ ਬਣਾਉਂਦੇ ਆ ਅਸੀਂ ਕੀ ਅਸੀਂ ਇਹਦੇ ਤੇ ਘੁੱਗੀ ਮਾਰ ਕੇ ਅੱਗੇ ਲਾਗੂ ਕਰ ਦਿਆਂਗੇ, ਇਹਦਾ ਮਤਲਬ ਫਿਰ ਉਹਨਾਂ ਦੀ 2 ਨੰਬਰ ਦੀ ਹਿੱਸੇਦਾਰੀ 1 ਨੰਬਰ ਦੀ ਹਿੱਸੇਦਾਰੀ ਹੈ। ਇੱਥੇ ਇਹ ਗੱਲ ਕਹਿਣੀ ਪਊਗੀ ਕਿ ਜੇਕਰ ਸਾਡੇ ਚੁਣੇ ਹੋਏ ਵਿਧਾਇਕਾਂ ਨੂੰ ਜਾਂ ਸੰਸਦ ਮੈਂਬਰਾਂ ਨੂੰ ਜਾਂ ਇਹਨਾਂ ਵਜ਼ੀਰਾਂ ਨੂੰ ਜੇਕਰ ਇਹਨਾਂ ਚੀਜ਼ਾਂ ਦਾ ਇਲਮ ਹੈ, ਇਹਨਾਂ ਗੱਲਾਂ ਦਾ ਪਤਾ ਹੈ ਕਿ ਕੀ ਹੋ ਰਿਹਾ ਹੈ, ਕਿੱਥੇ ਕਿੱਥੇ ਭੰਗ ਭੁੱਜ ਰਹੀ ਹੈ, ਕਿੱਥੇ ਕਿੱਥੇ ਦਾਲ ਕਾਲੀ ਹੋਈ ਪਈ ਹੈ, ਕਿਹਨੇ 2 ਨੰਬਰ ਦਾ ਪੈਸਾ ਪਾ ਕੇ ਬੇਨਾਮੀ ਹਿੱਸੇ ਪਾਏ ਹੋਏ ਨੇ, ਇਹਦਾ ਮਤਲਬ ਜਿੰਨੀ ਦੇਰ ਤੁਹਾਡਾ ਇੱਟ ਖੜੱਕਾ ਨਹੀਂ ਹੁੰਦਾ ਉਨੀ ਦੇਰ ਸਭ ਕੁਝ ਜਾਇਜ਼ ਹੈ। ਜੇ ਉਹਨੇ ਤੁਹਾਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਨਜਾਇਜ਼ ਹੈ। ਇਹਦਾ ਮਤਲਬ ਇਕੱਲੇ ਮੁੱਖ ਸਕੱਤਰ ਕਸੂਰਵਾਰ ਨਹੀਂ ਗਿਣੇ ਜਾ ਸਕਦੇ। ਇਹਦਾ ਮਤਲਬ ਜੇ ਰਾਜਾ ਵੜਿੰਗ ਨੂੰ ਇਸ ਗੱਲ ਦਾ ਪਹਿਲਾਂ ਤੋਂ ਪਤਾ ਹੈ ਤਾਂ ਉਹ ਵੀ ਓਡੇ ਵੱਡੇ ਕਸੂਰਵਾਰ ਨੇ। ਜੇ ਖਜ਼ਾਨਾ ਮੰਤਰੀ ਤੇ ਬਾਕੀ ਵਜ਼ੀਰਾਂ ਨੂੰ ਇਸ ਗੱਲ ਦਾ ਪਤਾ ਹੈ ਤਾਂ ਉਹ ਵੀ ਓਡੇ ਵੱਡੇ ਕਸੂਰਵਾਰ ਨੇ। ਪਰਚੇ ਦੀ ਗੱਲ ਜਿਹੜੀ ਸੁਖਬੀਰ ਬਾਦਲ ਹੋਰਾਂ ਨੇ ਕਹੀ ਹੈ, ਮੈਨੂੰ ਤੇ ਹੁਣ ਇਹ ਗੱਲ ਲੱਗ ਰਹੀ ਹੈ ਕਿ ਸਾਰੇ ਕਸੂਰਵਾਰ ਨੇ, ਸਾਰਿਆਂ ਦੇ ਉੱਤੇ ਇਸ ਵਕਤ ਕੋਈ ਕਮੇਟੀ ਤਾਂ ਨਾ ਬਿਠਾਉਣ, ਕਮਿਸ਼ਨ ਬਿਠਾ ਦੇਣ, ਕਿਉਂਕਿ ਕਮੇਟੀਆਂ ਬਾਅਦ ਦੇ ਵਿੱਚ ਕਮਿਸ਼ਨਾਂ 'ਚ ਤਬਦੀਲ ਹੁੰਦੀਆਂ ਨੇ।
ਜਦ ਨੂੰ ਸਰਕਾਰ ਪਤਾ ਨਹੀਂ ਬਦਲ ਕੇ ਕਿਹੜੀ ਦੀ ਆ ਜਾਣੀ ਹੈ ਕਿਹੜੇ ਨਹੀਂ ਆਉਣੀ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਦ 300 ਕਰੋੜ ਦਾ ਮਾਲੀਆ ਬਾਹਰ ਇਕੱਠਾ ਕਰਨ ਵਾਲਾ ਪਿਆ ਹੋਵੇ, ਅਸੀਂ ਸੈਂਟਰ ਤੋਂ ਮੰਗੀ ਜਾਂਦੇ ਹਾਂ, ਆਪਦਾ ਸਾਡੇ ਤੋਂ ਇਕੱਠਾ ਨਹੀਂ ਹੁੰਦਾ। ਮੇਰੇ ਖਿਆਲ ਦੇ ਵਿੱਚ ਫੌਰੀ ਤੌਰ ਤੇ ਇਸ ਚੀਜ਼ ਦੀ ਜਾਂਚ ਪੜਤਾਲ ਇਸ ਵਕਤ ਸਮੇਂ ਦੀ ਮੰਗ ਹੈ। ਦੇਖੋ ਜੀ, ਗੱਲ ਇਹ ਹੈ ਕਿ 3 ਸਾਲ ਤਾਂ ਥੋੜੇ ਹੀ ਲੱਗਦੇ ਆ, ਤੁਹਾਨੂੰ ਜ਼ਿਆਦਾ ਲੱਗਦੇ ਆ। ਮੈਂ ਇੱਕ 9 ਸਾਲ ਪੁਰਾਣੀ ਸੁਣਾ ਦਿੰਦਾ। ਸੁਣਾਓ। ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਨੇ, ਅੱਜ ਕੱਲ ਅਕਾਲੀ ਦਲ ਟਕਸਾਲੀ ਦੇ ਕਰਤਾ ਧਰਤਾ ਨੇ। ਜਾਣੀ ਜੋ ਕੁਝ ਕਦੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਬਾਦਲ ਚ ਕਰਦੇ ਹੁੰਦੇ ਸੀ, ਜਿਹੜੀ ਭੂਮਿਕਾ ਅੱਜ ਬਲਵਿੰਦਰ ਸਿੰਘ ਭੂੰਦੜ ਸਾਹਿਬ ਦੇ ਕੋਲ ਹੈ, ਜਾਣੀ ਕਿ ਸਕੱਤਰ ਜਨਰਲ ਦੀ ਲਾ ਲਓ, ਸਾਰੀ ਲਿਖਾ ਪੜ੍ਹੀ, ਸਾਰੇ ਡਿਸੀਜਨ ਮੇਕਿੰਗ ਉਹ ਕਰਦੇ ਆ। ਹੁਣ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਟਕਸਾਲੀ ਦੇ ਕਰਤਾ ਧਰਤਾ ਨੇ। ਸੁਮੇਧ ਸਿੰਘ ਸੈਣੀ ਸਾਹਿਬ ਦਾ ਚੱਕਰ ਚੱਲਿਆ ਸੀ ਪਿਛਲੇ ਦਿਨੀ ਕਿ ਭਾਈ ਉਹ ਡੀਜੀਪੀ ਰਹੇ ਨੇ ਤੇ ਮੁਲਤਾਨੀ ਹੋਰਾਂ ਦੀ ਉਹ ਗੁੰਮਸ਼ੁਦਗੀ ਲਾ ਲਓ, ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਮੌਤ ਲਾ ਲਓ, ਕਿਉਂਕਿ ਪਰਚਾ ਦਰਜ ਹੋ ਗਿਆ। ਹਿਮਾਚਲ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਨਹੀਂ ਜਾ ਹੋਇਆ। ਹੁਣ ਉਹਦੇ ਤੋਂ ਬਾਅਦ ਅਗਾਊਂ ਜ਼ਮਾਨਤ ਵਾਲਾ ਮਸਲਾ ਆ ਗਿਆ, ਪ੍ਰਵਾਨ ਹੋ ਗਈ। ਹੁਣ ਸੇਵਾ ਸਿੰਘ ਸੇਖਵਾਂ ਸਾਹਿਬ ਨੇ ਇੱਕ ਬਿਆਨ ਦਿੱਤਾ, ਉਹ ਕਹਿੰਦੇ ਸੁਮੇਧ ਸੈਣੀ ਨੂੰ ਨਾ ਬਾਦਲ ਪਰਿਵਾਰ ਦੇ 2 ਮੈਂਬਰ ਬਚਾਉਣ ਨੂੰ ਫਿਰਦੇ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਸਿੱਧੀ ਮਦਦ ਕਰਦੇ ਆ ਉਹਨਾਂ ਦੀ। ਹੁਣ ਪੱਤਰਕਾਰਾਂ ਨੇ ਤਾਂ ਪੁੱਛਣਾ ਸੀ ਕਿ ਕਿਵੇਂ, ਤੁਹਾਨੂੰ ਕਿਵੇਂ ਪਤਾ? ਉਹ ਕਹਿੰਦੇ ਜੀ ਜਦੋਂ ਇਹਨਾਂ ਨੂੰ ਡੀਜੀਪੀ ਲਾਇਆ ਸੀ ਨਾ, ਸਰਕਾਰ ਸਾਡੇ ਬੰਦਿਆਂ ਦੀ ਸੀਗੀ, ਅਸੀਂ ਬਹੁਤ ਰੌਲਾ ਪਾਇਆ ਉਦੋਂ ਇਸ ਬੰਦੇ ਨੂੰ ਨਾ ਲਾਓ, ਅਸੀਂ ਬੜਾ ਰੌਲਾ ਪਾਇਆ ਅਕਾਲੀ ਦਲ 'ਚ ਰਹਿ ਕੇ, ਸਰਕਾਰ 'ਚ ਰਹਿ ਕੇ, ਕਿ ਇਹ ਬੰਦੇ ਨੂੰ ਨਹੀਂ ਲਾਉਣਾ ਚਾਹੀਦਾ। ਪਰ ਕਹਿੰਦੇ ਨਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਾਡੀ ਮੰਨੀ, ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਾਡੀ ਮੰਨੀ। ਦੇਖੋ 2010-11 ਦੀਆਂ ਗੱਲਾਂ ਆ 2020 ਦੇ ਵਿੱਚ ਆ ਕੇ ਵੀ ਸੇਵਾ ਸਿੰਘ ਸੇਖਵਾਂ ਸਾਹਿਬ ਨੂੰ ਚੇਤੇ ਨੇ। ਉਦੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਰਨੀਆਂ ਚਾਹੀਦੀਆਂ ਸੀ। ਆਪਾਂ ਹੀ ਕਹਿੰਦੇ ਕਿ ਉਦੋਂ ਇਹਨਾਂ ਦੇ ਉੱਤੇ ਪਰਚਾ ਵੀ ਦਰਜ ਹੋਇਆ ਸੀ, FIR ਵੀ ਦਰਜ ਹੋਈ ਸੀ। ਇਹਦੇ ਬਾਵਜੂਦ ਵੀ ਸਾਰੀਆਂ ਗੱਲਾਂ ਨੂੰ ਛਿੱਕੇ ਟੰਗ ਕੇ ਉਹ ਬੰਦਾ ਡੀਜੀਪੀ ਲਾਤਾ। ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਤਾਂ 3 ਸਾਲ ਬਾਅਦ ਹੀ ਚੇਤਾ ਆ ਗਿਆ, ਸੇਵਾ ਸਿੰਘ ਸੇਖਵਾਂ ਸਾਹਿਬ ਨੂੰ 8-9 ਸਾਲ ਲੱਗ ਗਏ। ਦੇਖੋ ਇਹ ਤਾਂ ਗੱਲਾਂ ਮੰਨਣੀਆਂ ਪੈਣਗੀਆਂ। ਜਿਹੜੇ ਵੀ ਵਿਅਕਤੀ ਨੂੰ ਡੀਜੀਪੀ ਲਾਇਆ ਜਾਂਦਾ, ਭਾਵੇਂ ਪ੍ਰੋਟੋਕੋਲ ਕੁਝ ਹੋਰ ਨੇ ਜੀ, ਜਦੋਂ ਕੈਪਟਨ ਸਾਹਿਬ ਉਹ ਰਣੇ ਲਾਇਆ, ਰੌਲਾ ਇਹਦਾ ਵੀ ਬਹੁਤ ਪਿਆ। ਤੁਹਾਨੂੰ ਪਤਾ ਹੈ ਜਿਹੜੇ ਇਹਨਾਂ ਤੋਂ ਕਈ ਸੀਨੀਅਰ ਅਫਸਰ ਸੀ, ਉਹਨਾਂ ਨੇ ਕੇਸ ਵੀ ਕੀਤੇ, ਅਦਾਲਤਾਂ ਦੇ ਦਰਵਾਜ਼ੇ ਵੀ ਖੜਕਾਏ, ਪਰ ਫਿਰ ਉਹਨਾਂ ਦੀ ਜਿੱਤ ਵੀ ਹਾਰ ਵਿੱਚ ਬਦਲ ਜਾਂਦੀ ਹੈ। ਕਿਉਂਕਿ ਜਿਹੜੇ ਵਿਅਕਤੀ ਨੂੰ ਡੀਜੀਪੀ ਲਾਇਆ ਜਾਂਦਾ ਉਹਦਾ ਕਾਰਜਕਾਲ ਰਿਟਾਇਰਮੈਂਟ ਦੇ ਬੜਾ ਨੇੜੇ ਹੁੰਦਾ ਜੀ। ਕਈ ਵਾਰੀ ਉਹ ਵਿਅਕਤੀ ਉਦੋਂ ਤੱਕ ਰਿਟਾਇਰ ਹੋ ਕੇ ਡੀਜੀਪੀ ਅਹੁਦੇ ਦੀ 2 ਸਾਲ 3 ਸਾਲ ਨਾਮ ਨਜ਼ਾਰੇ ਲੈ ਕੇ ਰਿਟਾਇਰ ਹੋ ਚੁੱਕੇ ਨੇ, ਜਦ ਤੱਕ ਉਹਨਾਂ ਦੀ ਕੇਸਾਂ ਦੀ ਸੁਣਵਾਈ ਹੁੰਦੀ ਹੈ। ਇਹ ਗੱਲ ਤਾਂ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸੁਖਬੀਰ ਬਾਦਲ ਹੋਣਾ ਦਾ ਸੁਮੇਧ ਸੈਣੀ ਚਹੇਤਾ ਰਿਹਾ। ਪਰ ਹੁਣ ਇਹ ਵੀ ਗੱਲ ਮੰਨਣੀ ਪਊ ਕਿ ਉਹਨਾਂ ਦੀ ਆਕਿਆਂ ਦੀ ਤੇ ਸੁਮੇਧ ਸੈਣੀ ਦੇ ਵਿਚਕਾਰ ਵੀ ਅੱਜ ਕੱਲ੍ਹ ਜਿਹੜੀ ਹੈ ਨਾ ਤਾਰ ਇੱਕੋ ਜਿਹੀ ਨਹੀਂ ਵੱਜਦੀ, ਅਣਬਣੇ ਨਾ 'ਚ ਵੀ ਹੈ। ਦੇਖੋ ਬੈਨੀਪਾਲ ਸਾਹਿਬ, ਕਈ ਵਾਰੀ ਉਹ ਫਿਰ ਕਦੇ ਦਾਦੇ ਦੀਆਂ ਹੁੰਦੀਆਂ, ਕਦੇ ਪੋਤੇ ਦੀਆਂ, ਉਹ ਕਦੇ ਲੱਡੂ ਸਵਾਦ ਲੱਗਦਾ, ਜਦੋਂ ਸ਼ੂਗਰ ਹੋ ਜਾਵੇ ਫਿਰ ਲੱਡੂ ਵਾਲੂ ਬੰਦਾ ਮੂੰਹ ਵੀ ਨਹੀਂ ਕਰਦਾ। ਬਾਕੀ ਪੰਜਾਬ ਵਾਲੇ ਪੱਖ ਤੋਂ ਇੱਕ ਗੱਲ ਹੋਰ ਆ ਰਹੀ ਹੈ ਕਿ ਸ਼੍ਰੀ ਹਜੂਰ ਸਾਹਿਬ ਤੋਂ ਜਿਹੜੀ ਸੰਗਤ ਆਈ ਸੀ, ਉਹਨਾਂ ਦੇ ਵਿੱਚੋਂ 21 ਦੇ ਕਰੀਬ ਸੰਗਤ ਵਾਲੇ ਬੰਦੇ ਜਿਹੜੇ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਸੀ, ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ। ਪ੍ਰਸ਼ਾਸਨ ਨੇ ਉਹਨਾਂ ਨੂੰ ਘਰੇ ਭੇਜ ਦਿੱਤਾ ਹੈ। ਇਹਦੇ ਨਾਲ ਇੱਕ ਗੱਲ ਦਾ ਤੁਸੀਂ ਸਾਰੇ ਜ਼ਰੂਰ ਖਿਆਲ ਰੱਖਿਓ, ਜਦੋਂ ਦੀ ਲੋਕਡਾਊਨ ਦੇ ਵਿੱਚ ਕਰਫਿਊ 'ਚ ਢਿੱਲ ਮਿਲੀ ਹੈ, ਪੰਜਾਬ 'ਚ ਸੜਕ ਹਾਦਸੇ ਵਧੇ ਨੇ, ਓਵਰ ਸਪੀਡ ਤੇਜ਼ ਰਫ਼ਤਾਰ ਦੇ ਨਾਲ ਗੱਡੀਆਂ ਚਲਾਉਣ ਵਾਲੇ ਵਧੇ ਨੇ। ਜਲੰਧਰ ਤੇ ਕਪੂਰਥਲਾ ਦੇ ਵਿੱਚੋਂ ਘਟਨਾਵਾਂ ਆਈਆਂ, ਕੁਝ ਮੌਤਾਂ ਹੋਈਆਂ। ਇਦਾਂ ਨਾ ਕਰਿਓ, ਕਿਉਂਕਿ ਜ਼ਿੰਦਗੀ ਤਾਂ ਆਪਣੀ ਹੈ ਨਾ, ਆਪਾਂ ਉਹਨੂੰ ਬਚਾ ਕੇ ਰੱਖਣਾ। ਨਿੱਕੇ ਨਿਆਣੇ ਘਰੋਂ ਜਦੋਂ ਸਕੂਟਰ, ਮੋਟਰਸਾਈਕਲ, ਕਾਰ ਲੈ ਕੇ ਨਿਕਲਦੇ ਆ ਤਾਂ ਮਾੜਾ ਜਿਹਾ ਵਰਜਿਓ, ਪਿਆਰ ਦੇ ਨਾਲ ਉਹਨਾਂ ਨੂੰ ਆਖਿਓ ਕਿ ਭਾਈ ਰਫ਼ਤਾਰ ਥੋੜੀ ਰੱਖਣੀ, ਨਾ ਕੋਈ ਕੰਮ ਕਰ ਚੱਲਦਾ, ਨਾ ਕਿਤੇ ਵਾਂਢੇ ਜਾਣਾ, ਕੋਈ ਕਾਲ ਨਹੀਂ। ਜੇ ਇਸ ਵੇਲੇ ਵੀ ਆਪਾਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਕਿਸੇ ਪਾਸੇ ਆਪਣਾ ਕੋਈ ਜਾਨੀ ਨੁਕਸਾਨ ਕਰਾਉਂਦੇ ਆ ਤਾਂ ਮਾੜੀ ਗੱਲ ਹੈ। ਬਾਕੀ ਬੈਨੀਪਾਲ ਸਾਹਿਬ, ਖਜ਼ਾਨੇ ਦਾ ਮੂੰਹ ਖੁੱਲ ਗਿਆ ਜੀ। ਪੰਜਾਬ ਵਾਲੇ ਖਜ਼ਾਨੇ ਦੇ ਟਰੱਕ ਖਾਲੀ ਰਹਿੰਦੇ ਆ ਕਿ ਭਰਦੇ ਆ? ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਸਮੂਹਿਕ ਤੌਰ ਤੇ ਨਿਰਭਰ ਕਰਦਾ। ਵੇਖਦੇ ਆ ਜ਼ਿੰਮੇਵਾਰੀ ਨਿਭਾਉਂਦੇ ਕਿ ਨਹੀਂ। ਬਾਠ ਸਾਹਿਬ, ਬਹੁਤ ਸਾਰੇ ਲੋਕ ਨੇ ਜਿਹੜੇ ਭਾਰਤੀ ਨੇ ਪਰ ਵੱਖੋ-ਵੱਖ ਮੁਲਕਾਂ ਦੇ ਵਿੱਚ ਫਸੇ ਹੋਏ ਆ। ਪਹਿਲਾ ਫੇਜ਼ 13 ਮਈ ਨੂੰ ਸਮਾਪਤ ਹੋਣ ਜਾ ਰਿਹਾ ਤੇ ਦੂਸਰਾ ਫੇਜ਼ 16 ਮਈ ਤੋਂ ਸ਼ੁਰੂ ਹੋਣਾ, ਜਿਸ ਦੇ ਵਿੱਚ 149 ਜਿਹੜੀਆਂ ਉਡਾਨਾਂ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਹੋ ਸਕਦਾ ਤੁਹਾਡੀ ਵਾਰੀ ਉਹਨਾਂ ਚਾਹੇ। ਮੈਂ ਥੋੜਾ ਜ਼ਿਕਰ ਕਰ ਦਿਆਂ ਕਿ ਕਿਹੜੇ-ਕਿਹੜੇ ਮੁਲਕਾਂ ਦੇ ਵਿੱਚੋਂ ਉਹ ਉਡਾਨਾਂ ਭਰੀਆਂ ਜਾਣੀਆਂ ਨੇ। ਇਸ ਦੂਸਰੇ ਫੇਜ਼ ਦੇ ਵਿੱਚ ਤੁਸੀਂ ਯੂਕੇ ਵਿੱਚ ਫਸੇ ਹੋਏ ਹੋ, USA ਵਿੱਚ, ਕੈਨੇਡਾ ਵਿੱਚ, ਸਾਊਦੀ ਅਰੇਬੀਆ ਵਿੱਚ, ਮਲੇਸ਼ੀਆ ਵਿੱਚ, ਕਜ਼ਾਕਿਸਤਾਨ, ਆਸਟ੍ਰੇਲੀਆ, ਯੂਕਰੇਨ, ਕਤਰ, ਇੰਡੋਨੇਸ਼ੀਆ, ਰਸ਼ੀਆ, ਫਿਲੀਪੀਨਸ, ਫਰਾਂਸ, ਸਿੰਗਾਪੁਰ, ਆਇਰਲੈਂਡ, ਕਿਰਗਿਸਤਾਨ, ਕੁਵੈਤ, ਜਾਪਾਨ, ਜਾਰਜੀਆ, ਜਰਮਨੀ, ਤਜ਼ਾਕਿਸਤਾਨ, ਬਹਿਰੀਨ, ਅਰਮੀਨੀਆ, ਥਾਈਲੈਂਡ, ਇਟਲੀ, ਨੇਪਾਲ, ਬੇਲਾਰੂਸ, ਨਾਈਜੀਰੀਆ ਤੇ ਬੰਗਲਾਦੇਸ਼ ਦੇ ਵਿੱਚੋਂ ਇਹ ਜਿਹੜਾ ਸੈਕੰਡ ਫੇਜ਼ ਦੇ ਵਿੱਚ ਜਿਹੜੇ ਭਾਰਤੀ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਆਉਣਾ ਹੈ। ਪਰ ਲੈ ਕੇ ਉਹਨਾਂ ਨੂੰ ਆਉਣਗੇ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕੀਤੀ ਹੋਣੀ ਹੈ। ਬਾਠ ਸਾਹਿਬ, ਸਮਾਂ ਕਹਿ ਰਿਹਾ ਕਿ ਹੁਣ ਜਾਣਾ ਹੀ ਪੈਣਾ, ਆਪਣੀ ਫਲਾਈਟ ਦਾ ਸਮਾਂ ਹੋ ਗਿਆ ਜੀ। ਸੋ ਇਸ ਦੇ ਨਾਲ ਹੀ ਧੰਨਵਾਦ, ਮਿਹਰਬਾਨੀ ਜੀ, ਸ਼ੁਕਰੀਆ ਦੋਸਤੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ। BC ਦੇ ਸਮੇਂ ਮੁਤਾਬਕ ਸਵੇਰੇ ਕੱਲ 8 ਵਜੇ ਪ੍ਰਾਈਮ ਸਵੇਰ
ਅਤੇ ਪੰਜਾਬ ਦੀ ਰਾਤ 8:30 ਵਜੇ ਅਸੀਂ ਪ੍ਰਾਈਮ ਸਵੇਰ ਵਿੱਚ ਤੁਹਾਡਾ ਸਾਥ ਫਿਰ ਦਿਆਂਗੇ। ਹੁਣ ਸਮਾਂ ਸਮਾਪਤ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।